एग्जाम केयर देख रहे एग्जाम केयर 14 देख रहे सारे दोस्त मित्र भैनों का बहुत बहुत स्वागत है। तो उम्मीद करते हैं ਤੁਹਾਨੂੰ ਜਿਹੜੀ ਵੀਡੀਓਜ਼ ਨੇ ਪਸੰਦ ਆ ਰਹੀਆਂ ਹੋਣਗੀਆਂ। ਤੇ ਇੱਕ ਛੋਟਾ ਜਿਹਾ ਉਹ ਸੀਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਡੇ ਚੈਨਲ 'ਤੇ ਡਿਮਾਂਡ ਨਹੀਂ ਕੀਤੀ ਜਾ ਰਹੀ ਕਿ ਚੈਨਲ ਨੂੰ ਸਬਸਕ੍ਰਾਈਬ ਜਾਂ ਸ਼ੇਅਰ ਕਰੋ, ਪਰ ਫਿਰ ਵੀ ਤੁਸੀਂ 222 ਬੰਦੇ ਨੇਗੇ ਲਗਭਗ। ਮੈਂ ਧੰਨਵਾਦ ਕਰਦਾ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਅਤੇ ਸਾਡਾ ਪਰਿਵਾਰ ਜੋ ਵਧਾ ਰਹੇ ਹੋਗੇ। ਬਹੁਤ ਬਹੁਤ ਧੰਨਵਾਦ ਹੈ ਤੁਹਾਡਾ। ਜੋ ਵੀ ਬੱਚਾ ਵੀਡੀਓ ਦੇਖ ਰਿਹਾ ਅੰਤ ਤੱਕ ਵੀਡੀਓ 'ਤੇ ਬਣੇ ਰਹਿਣ। ਅੱਜ ਵੀ ਕਾਫੀ ਸਾਰੀ ਮਹੱਤਵਪੂਰਨ ਗੱਲਾਂ ਤੁਹਾਨੂੰ ਇੱਥੋਂ ਸਿੱਖਣ ਨੂੰ ਮਿਲਣਗੀਆਂ, ਜਾਂ ਕੁਛ ਨਵੀਆਂ ਕੁਛ ਪੁਰਾਣੀਆਂ ਥੋੜ੍ਹੀ ਰਿਵੀਜ਼ਨ ਹੋ ਜਾਊਗੀ। ਅੱਜ ਆਪਾਂ ਗੱਲ ਕਰਨ ਵਾਲੇ ਹਾਂ ਕੇਂਦਰ ਸਰਕਾਰ ਦੇ ਵਿੱਚ ਬੈਠੇ ਜਾਂ ਭਾਰਤ ਦੇ ਸਰਵਉੱਚ ਜਾਂ ਭਾਰਤ ਦੇ ਪਹਿਲੇ ਨਾਗਰਿਕ ਦੀ ਆਪਾਂ ਅੱਜ ਗੱਲ ਕਰਦੇ ਹਾਂ। ਭਾਰਤ ਦਾ ਪਹਿਲਾ ਨਾਗਰਿਕ ਜਿਹੜਾ ਏਕਤਾ, ਅਖੰਡਤਾ, ਦ੍ਰਿੜਤਾ ਦਾ ਪ੍ਰਤੀਕ ਹੈ, ਜਾਂ ਭਾਰਤ ਦੇ ਰਾਜ ਪ੍ਰਮੁੱਖ ਦੀ ਅੱਜ ਆਪਾਂ ਨੇ ਗੱਲ ਕਰਨੀ ਹੈ। ਤਾਂ ਭਾਰਤ ਦਾ ਰਾਜ ਪ੍ਰਮੁੱਖ ਕਿਸ ਨੂੰ ਕਿਹਾ ਜਾਂਦਾ? ਸਭ ਤੋਂ ਪਹਿਲਾਂ ਤਾਂ ਇਹੀ ਪ੍ਰਸ਼ਨ ਸਾਡੇ ਵਿੱਚ। ਰਾਜ ਪ੍ਰਮੁੱਖ ਦੀ ਗੱਲ ਕਰਦੇ ਹਾਂ ਤਾਂ ਉਹ ਹੈਗਾ ਪ੍ਰੈਜ਼ੀਡੈਂਟ ਜਾਂ ਰਾਸ਼ਟਰਪਤੀ ਪੰਜਾਬੀ ਦੇ ਵਿੱਚ ਅਗਰ ਆਪਾਂ ਕਹਿ ਦਈਏ। ਭਾਗ 5 ਦੇ ਵਿੱਚ ਯੂਨੀਅਨ ਗੌਰਮੈਂਟ ਵਾਲੇ ਪਾਰਟ ਦੇ ਵਿੱਚ ਲਗਭਗ ਇਸ ਨੂੰ ਸੰਘ ਕਿਹਾ ਜਾਂਦਾ, ਯੂਨੀਅਨ ਦਾ ਭਾਗ ਕਿਹਾ ਜਾਂਦਾ। ਲਗਭਗ ਇਸ ਦੇ ਵਿੱਚ ਆਰਟੀਕਲ 52 ਤੋਂ ਲੈ ਕੇ ਆਰਟੀਕਲ 78 ਤੱਕ ਆਪਾਂ ਇਹਨੂੰ ਪ੍ਰੈਜ਼ੀਡੈਂਸ਼ੀਅਲ ਜਿੰਨੇ ਵੀ ਨੇਗੇ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਕੁਛ ਆਰਟੀਕਲਸ ਨੇਗੇ ਉਹਨਾਂ ਦੇ ਬਾਰੇ ਆਪਾਂ ਨੂੰ ਦੇਖਣ ਨੂੰ ਮਿਲਦਾ 52 ਤੋਂ ਲੈ ਕੇ 78 ਤੱਕ। ਇਸ ਤੋਂ ਇਲਾਵਾ ਕੁਛ ਹੋਰ ਆਰਟੀਕਲ ਜਿਵੇਂ 123 ਆਰਟੀਕਲ ਹੈ, ਤਾਂ ਹੋਰ ਜਿਹੜੇ ਆਰਟੀਕਲ ਨੇ ਆਪਾਂ ਦੇਖਾਂਗੇ ਜਿਵੇਂ 108 ਆਰਟੀਕਲ, ਇਹਨਾਂ ਦੇ ਬਾਰੇ ਆਪਾਂ ਹੁਣ ਚਰਚਾ ਕਰਾਂਗੇ। ਕਾਫੀ ਮਹੱਤਵਪੂਰਨ ਜਿਹੜੀ ਹੈ ਹੋਣ ਵਾਲੀ ਹੈ ਚਰਚਾ। ਜੇਕਰ ਤੁਸੀਂ ਵੀਡੀਓ ਦੇ ਅੰਤ ਤੱਕ ਬਣੇ ਰਹੇ ਤਾਂ ਬਹੁਤ ਸਾਰੀਆਂ ਚੀਜ਼ਾਂ 'ਚ ਫਿਰ ਸਿੱਖ ਕੇ ਜਾਓ। ਜਿਵੇਂ ਆਪਾਂ ਸਭ ਤੋਂ ਪਹਿਲਾਂ ਇਹੀ ਗੱਲ ਕਰਦੇ ਹਾਂ ਕਿ ਪ੍ਰੈਜ਼ੀਡੈਂਟ ਕੀ ਹੈ। 52 ਤੋਂ ਲੈ ਕੇ 78 ਤੱਕ ਆਰਟੀਕਲ ਇਸ ਦੇ ਵਿੱਚ ਦੱਸੇ ਜਾਂਦੇ ਨੇਗੇ। ਭਾਰਤ ਸਰਕਾਰ ਦਾ ਇਸ ਨੂੰ ਪ੍ਰਮੁੱਖ ਕਿਹਾ ਜਾਂਦਾ ਹੈ। ਪਹਿਲਾ ਨਾਗਰਿਕ ਭਾਰਤ ਦਾ, ਏਕਤਾ, ਅਖੰਡਤਾ, ਸਿੰਬਲ ਆਫ ਯੂਨਿਟੀ, ਇੰਟੀਗ੍ਰਿਟੀ ਐਂਡ ਸੋਲੀਡੈਰਿਟੀ ਆਫ ਨੇਸ਼ਨ। ਇਹ ਮਤਲਬ ਇੰਡੀਕੇਸ਼ਨ ਹੈ ਜੇਕਰ ਆਪਾਂ ਕਹਿ ਦਈਏ। ਫਸਟ ਹੈਡ ਆਫ ਫਸਟ ਸਿਟੀਜ਼ਨ ਆਫ ਇੰਡੀਆ, ਲਗਭਗ ਇਹ ਸਾਰੀਆਂ ਚੀਜ਼ਾਂ ਨੇ। ਹੁਣ ਜਿਹੜਾ ਅਗਲਾ ਪ੍ਰਸ਼ਨ ਹੈ, ਇਹ ਸਭ ਜਾਣਨ ਤੋਂ ਬਾਅਦ ਆਪਣੇ ਕੋਲ ਅਗਲਾ ਪ੍ਰਸ਼ਨ ਬਣਦਾ ਚੋਣ ਕੌਣ ਕਰਦਾ ਹੈ। ਚੋਣ ਦੇ ਵਿੱਚ ਕੌਣ ਕੌਣ ਹਿੱਸਾ ਲੈਂਦਾ ਹੈ? ਇਲੈਕਟਿਡ ਮੈਂਬਰ ਲੈਂਦੇ ਨੇਗੇ, ਚਾਹੇ ਉਹ ਪਾਰਲੀਮੈਂਟ ਦੇ ਦੋਨੇ ਹਾਊਸ ਨੇਗੇ, ਚਾਹੇ ਲੋਕ ਸਭਾ ਹੈ ਚਾਹੇ ਰਾਜ ਸਭਾ ਹੈ। ਸਿਰਫ ਇਲੈਕਟਿਡ ਮੈਂਬਰ, ਨੋਮੀਨੇਟਡ ਮੈਂਬਰ ਜਿਹੜੇ ਹੁੰਦੇ ਨੇਗੇ ਉਹ ਇਹਦੇ ਵਿੱਚ ਹਿੱਸਾ ਨਹੀਂ ਲੈਂਦੇ। ਉਸ ਤੋਂ ਬਾਅਦ ਲੈਜਿਸਲੇਟਿਵ ਅਸੈਂਬਲੀ ਹੁੰਦੀਆਂ ਨੇ ਜਿਹੜੀਆਂ ਸਟੇਟ ਦੀਆਂ, ਉਹਨਾਂ ਦੇ ਵੀ ਸਿਰਫ ਇਲੈਕਟਿਡ ਮੈਂਬਰ ਜਿਹੜੇ ਨੇਗੇ ਉਹ ਚੋਣਾਂ ਦੇ ਵਿੱਚ ਭਾਗ ਲੈਂਦੇ ਨੇਗੇ। ਜਿਹੜਾ ਅਗਲਾ ਹੈਗਾ ਚੁਣੇ ਹੋਏ ਮੈਂਬਰ, ਆਪਾਂ ਨੇ ਸਿਰਫ ਦੇਖਣਾ ਹੈ ਚੁਣੇ ਹੋਏ ਜਿਹੜੇ ਮੈਂਬਰ ਹੁੰਦੇ ਨੇਗੇ ਸਿਰਫ ਉਹੀ ਭਾਗ ਲੈਂਦੇ ਨੇਗੇ। ਅਤੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਵਿਧਾਨ ਸਭਾ ਦੇ ਵਿੱਚ, ਚਾਹੇ ਵਿਧਾਨ ਸਭਾ ਦੇ ਨੇਗੇ, ਚਾਹੇ ਲੋਕ ਸਭਾ ਦੇ ਨੇਗੇ, ਚਾਹੇ ਰਾਜ ਸਭਾ ਦੇ ਨੇਗੇ, ਚਾਹੇ ਯੂਟੀ ਜਿਹੜੀਆਂ ਹੈਗੀਆਂ ਦਿੱਲੀ ਅਤੇ ਪਾਂਡੇਚੇਰੀ, ਇਹਨਾਂ ਦੇ ਜਿਹੜੇ ਹੈਗੇ ਨੇ ਉਹਨਾਂ ਕੋਲ ਪਾਵਰ ਹੈਗੀ ਹੈ ਜਾਂ ਉਹਨਾਂ ਨੂੰ ਕੀ ਹੈ ਵੋਟਿੰਗ ਰਾਈਟ ਹੁੰਦਾ। ਅਤੇ ਉਸ ਤੋਂ ਬਾਅਦ ਕੋਈ ਵੀ ਚਾਹੇ ਲੋਕ ਸਭਾ ਹੈ, ਠੀਕ ਹੈ, ਚਾਹੇ ਵਿਧਾਨ ਸਭਾ ਹੈ, ਜੇਕਰ ਉਹ ਟੁੱਟ ਗਈ ਹੈ ਕਿਸੇ ਕਾਰਨ ਤੋਂ, ਜਿਹੜੇ ਮੈਂਬਰ ਸੀਗੇ ਮੰਨ ਲਓ ਜਿਹੜੀ ਲੋਕ ਸਭਾ ਜਾਂ ਵਿਧਾਨ ਸਭਾ ਦੇ ਜਿਹੜੀ ਟੁੱਟ ਜਾਣ ਕਾਰਨ ਜਿਹੜੇ ਮੈਂਬਰ ਹੁੰਦੇ ਨੇਗੇ, ਮੰਨ ਲਓ ਦੁਬਾਰਾ ਇਲੈਕਸ਼ਨ ਹੋਣ ਦੇ ਇਹਨਾਂ ਦੇ ਆਸਾਰ ਹੈਗੇ ਆ, ਉਹ ਬੰਦੇ ਵੀ ਭਾਗ ਨਹੀਂ ਲੈ ਸਕਦੇ ਕਿਸ ਦੇ ਵਿੱਚ, ਮਤਲਬ ਚੱਲਦੀ ਹੋਈ ਸਰਕਾਰ ਦੇ ਮੈਂਬਰ ਹੀ। ਜੇਕਰ ਆਪਾਂ ਵਿਧਾਨ ਸਭਾਵਾਂ ਦੀ ਗੱਲ ਕਰਦੇ ਹਾਂ ਜਾਂ ਲੋਕ ਸਭਾ ਦੇ ਵਿੱਚ, ਜੇ ਲੋਕ ਸਭਾ ਟੁੱਟ ਚੁੱਕੀ ਹੈ, ਵਿਘਟਿਤ ਹੋ ਚੁੱਕੀ ਹੈ, ਤਾਂ ਉਹ ਕੀ ਹੈ ਪ੍ਰੈਜ਼ੀਡੈਂਟ ਦੇ ਚੋਣ ਵਿੱਚ ਭਾਗ ਨਹੀਂ ਲੈ ਸਕਦੀ। ਹੁਣ ਚੋਣਾਂ ਦੇ ਵਿੱਚ ਰਾਜਾਂ ਦੀ ਹਿੱਸੇਦਾਰੀ ਅਤੇ ਕੇਂਦਰ ਦੀ ਸੰਘ ਦੀ ਹਿੱਸੇਦਾਰੀ ਨੂੰ ਸਮਾਨਤਾ ਜਿਹੜੀ ਦਿੱਤੀ ਗਈ ਹੈ। ਉਸ 'ਤੇ ਕੀ ਕੀਤਾ ਗਿਆ ਵੀ ਜਿਹੜਾ ਵੋਟ ਰਾਈਟ ਹੈ, ਜਿਹੜੀ ਵੋਟ ਪਾਵਰ ਹੈ, ਉਸ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਨੂੰ ਸਮਾਨਤਾ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ। ਚਾਹੇ ਉਹ MLA ਦੀ ਵੋਟ ਪਾਵਰ ਦੀ ਆਪਾਂ ਗੱਲ ਕਰ ਲਈਏ। MLA ਦੀ ਵੋਟ ਪਾਵਰ ਕੀ ਹੁੰਦੀ ਹੈ? MLA ਦੀ ਵੋਟ ਪਾਵਰ ਦੀ ਜਦੋਂ ਗੱਲ ਆਊਗੀ ਰਾਸ਼ਟਰਪਤੀ ਦੀ ਚੋਣ ਦੇ ਵਿੱਚ, ਤਾਂ ਕੀ ਹੁੰਦਾ ਹੈ ਰਾਜ ਦੀ ਕੁੱਲ ਜਨਸੰਖਿਆ ਜਿਹੜੀ ਹੋਊਗੀ, MLA ਦੀ ਵੋਟ ਪਾਵਰ ਦੇ ਵਿੱਚ ਆਪਾਂ ਕੀ ਕਰਦੇ ਹਾਂ ਰਾਜ ਦੀ ਜਿਹੜੀ ਹੈ ਜਨਸੰਖਿਆ ਹੁੰਦੀ ਹੈ ਟੋਟਲ ਉਸ ਦਾ, ਅਤੇ ਚੁਣੇ ਹੋਏ ਮੈਂਬਰ ਹੈ ਨਾ ਵਿਧਾਨ ਸਭਾ, ਜਿਵੇਂ ਵਿਧਾਨ ਸਭਾ ਦੀਆਂ ਸੀਟਾਂ 'ਤੇ ਜਿਹੜੇ ਚੁਣੇ ਹੋਏ ਲੋਕ ਹੁੰਦੇ ਨੇ
ਵਿਧਾਨ ਸਭਾ ਤੇ ਚੁਣੇ ਹੋਏ ਲੋਕ ਤੇ ਗੁਣਾ 1/1000 ਜਿਹੜਾ ਇੱਥੇ ਕੀਤਾ ਜਾਂਦਾ ਹੈ। ਇਸ ਦੇ ਨਾਲ ਕੀ ਹੈ, MLA ਦੀ ਵੋਟ ਪਾਵਰ ਨਿਕਲਦੀ ਹੈ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ MP ਦੀ ਵੋਟ ਪਾਵਰ ਕੀ ਹੈ। ਸਾਰੇ MLA ਦੀ ਵੋਟ ਪਾਵਰ, ਠੀਕ ਹੈ, ਬਟਾ ਇਹਦੇ ਵਿੱਚ ਕੀ ਆਊਗਾ, ਸੰਸਦ ਦੇ ਕੁੱਲ ਮੈਂਬਰ, ਸੰਸਦ ਦੇ ਕੁੱਲ ਮੈਂਬਰ ਉਹ ਵੀ ਇਲੈਕਟਡ ਹੋਣਗੇ, ਠੀਕ ਹੈ। ਇਸ ਤਰ੍ਹਾਂ ਜਿਹੜੀ ਇੱਕ ਵੋਟ ਪਾਵਰ ਹੈ, ਜਿਹੜੀ MLA ਅਤੇ MP ਦੀ ਵੋਟ ਪਾਵਰ ਜਿਹੜੀ ਹੈ ਨਿਰਧਾਰਿਤ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ, ਤੁਸੀਂ ਦੇਖ ਹੀ ਲਿਆ, ਟੋਟਲ ਪਾਪੂਲੇਸ਼ਨ ਆਫ ਸਟੇਟ 1/1000 ਅਤੇ ਇਸੇ ਤਰ੍ਹਾਂ MP ਅਤੇ MLA ਦੀ ਜਿਹੜੀ ਹੈ ਆਪਾਂ ਦੇਖਦੇ ਹਾਂ। MP ਦੀ ਜਿਹੜੀ ਵੋਟ ਪਾਵਰ ਦਾ ਫਾਰਮੂਲਾ ਇਹ ਹੈ, ਜੇਕਰ ਟੋਟਲ ਵੈਲਿਊ ਆਫ ਆਲ MLAs, ਟੋਟਲ ਇਲੈਕਟਡ ਮੈਂਬਰ ਆਫ ਪਾਰਲੀਮੈਂਟ, ਚੁਣੇ ਹੋਏ ਮੈਂਬਰ ਜਿਹੜੇ ਹੁੰਦੇ ਨੇਗੇ ਉਹਨਾਂ ਦੀ ਜਿਹੜੀ ਸੰਖਿਆ ਹੁੰਦੀ ਹੈ ਉਸ ਦੀ ਆਪਾਂ ਗੱਲ ਕਰਦੇ ਹਾਂ। ਉਸ ਤੋਂ ਬਾਅਦ ਇੱਕ ਹੋਰ ਆਉਂਦਾ ਹੈ ਨਿਯਮਤ ਵੋਟ ਕੋਟਾ, ਠੀਕ ਹੈ, ਜਾਂ ਇਲੈਕਟਰਲ ਕੋਟਾ ਜਿਸ ਨੂੰ ਕਿਹਾ ਜਾਂਦਾ ਹੈ। ਇਸ ਦੇ ਵਿੱਚ ਕੀ ਹੁੰਦਾ ਗਾ ਵੀ ਇਹ ਕਿਵੇਂ ਵੀ ਕਿਸੇ ਵੀ ਜਿਹੜਾ ਪ੍ਰੈਜ਼ੀਡੈਂਟ ਹੈ ਜਾਂ ਉਸ 'ਤੇ ਕਿਵੇਂ ਉਸ ਦੀ ਜਿੱਤ ਹੈ ਜਿਹੜੀ ਉਹ ਨਿਰਧਾਰਿਤ ਕੀਤੀ ਜਾਂਦੀ ਹੈ ਨਾ। ਕੁੱਲ ਵੈਧ ਮਤ ਹੈ ਨਾ, ਕੁੱਲ ਵੈਧ ਮਤ ਹੁੰਦੇ ਨੇਗੇ ਬਟਾ 1+1 ਜਿਹੜੀ ਪ੍ਰੈਫਰੈਂਸ ਦੇ ਆਧਾਰ 'ਤੇ ਹੁੰਦੀ ਹੈ, ਭਾਗ ਉਹਨੂੰ 2 ਨਾਲ ਕਰਕੇ +1 ਕੀਤਾ ਜਾਂਦਾ। ਇਹ ਜਿਹੜਾ ਹੁੰਦਾ ਗਾ ਵੀ ਕੋਈ ਵੀ ਕੈਂਡੀਡੇਟ ਜਿੱਤ ਕਿਵੇਂ ਸਕਦਾ, ਇਸ ਦੇ ਨਾਲ ਨਿਰਧਾਰਿਤ ਹੁੰਦਾ ਕੁੱਲ ਵੈਧ ਮਤ ਜਿਹੜੇ ਵੀ ਪੈਂਦੇ ਨੇਗੇ, ਜਿਹੜੇ ਪੋਲਡ ਹੁੰਦੇ ਨੇਗੇ। ਤਾਂ ਇਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਕਿ ਇਸ ਦੇ ਵਿੱਚ ਆਪਾਂ ਨੂੰ ਇੱਕ ਹੋਰ ਚੀਜ਼ ਹੈ ਜਿਹੜੀ ਸਿੰਗਲ ਟਰਾਂਸਫਰ ਵੋਟਿੰਗ ਪ੍ਰਣਾਲੀ ਹੈ। ਉਸ ਦੇ ਵਿੱਚ ਕੀ ਹੁੰਦਾ ਵੀ ਵੱਖ-ਵੱਖ ਜਿਹੜੇ MLA ਹੁੰਦੇ ਨੇਗੇ ABCD, ਉਹਨਾਂ ਨੂੰ ਪ੍ਰੈਫਰੈਂਸ ਦੇ ਦਿੱਤੀ ਜਾਂਦੀ ਹੈ। ਜਿਵੇਂ ਆਹ ਆਪਣੇ ਹੋਏ ਨੇਗੇ ਇੱਥੇ ਜਿਹੜਾ ਹੈ ਮੈਂਬਰ, ਮੰਨ ਲਓ XYZ ਕੋਈ ਬੰਦਾ ਹੈਗਾ ਅਤੇ ਇੱਥੇ ਇਹਨਾਂ ਨੂੰ ਪ੍ਰੈਫਰੈਂਸ ਦਿੱਤੀ ਆ ਵੀ ਤੁਹਾਡੀ ਪਹਿਲੀ ਪ੍ਰੈਫਰੈਂਸ, ਮੰਨ ਲਓ ਇਸਨੇ ਪਹਿਲੀ ਪ੍ਰੈਫਰੈਂਸ ਇੱਥੇ ਕਰਤੀ, ਦੂਜੀ ਇੱਥੇ ਕਰ, ਠੀਕ ਹੈ। ਇਹ ਜਿਹੜਾ ਇਹ ਬੰਦਾ ਹੈ ਇਹਦੀ ਪਹਿਲੀ ਪ੍ਰੈਫਰੈਂਸ ਇੱਥੇ, ਦੂਜੀ ਇੱਥੇ, ਤੀਜੀ ਇੱਥੇ, ਅਤੇ ਮੰਨ ਲਓ ਇਸ ਦੀ ਪਹਿਲੀ ਪ੍ਰੈਫਰੈਂਸ ਇੱਥੇ ਹੈ, ਦੂਜੀ ਇੱਥੇ ਹੈ, ਤੀਜੀ ਇੱਥੇ ਹੈ। ਇਸ ਤਰ੍ਹਾਂ ਮੰਨ ਲਓ ਜੇਕਰ ਮੰਨ ਲਓ ਇਸ ਦੇ ਜਿਹੜੇ ਪ੍ਰੈਫਰੈਂਸ ਦੇ ਆਧਾਰ 'ਤੇ ਮੰਨ ਲਓ ਜਿਹੜੀਆਂ ਵੋਟਾਂ ਇਸ X ਨੂੰ ਜੇਕਰ ਜ਼ਿਆਦਾ ਪੈ ਗਈਆਂ ਤਾਂ ਕੀ ਹੋ ਜਾਊਗਾ, ਇਸ ਨੂੰ ਜੇਤੂ ਕਰਾਰ ਦਿੱਤਾ ਜਾਊਗਾ, ਭਾਵ 1/2 ਦੇ ਆਧਾਰ 'ਤੇ। ਇੱਥੇ ਕੀ ਹੁੰਦਾ ਗਾ, ਵੋਟਾਂ ਦੇ ਸਹੀ ਮਾਇਨੇ ਦੇ ਵਿੱਚ ਆਪਾਂ ਦੇਖਦੇ ਹਾਂ ਜੇਕਰ ਭਾਰਤੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਸੈਕਿੰਡ ਰਾਊਂਡ ਦੀ ਵੋਟਿੰਗ ਜਿਹੜੀ ਹੋਈ ਸੀਗੀ, ਉਹ VV ਗਿਰੀ ਜਦੋਂ ਰਾਸ਼ਟਰਪਤੀ ਬਣੇ ਸੀਗੇ ਉਸ ਸਮੇਂ ਹੋਈ ਸੀਗੀ। VV ਗਿਰੀ ਜਦੋਂ ਰਾਸ਼ਟਰਪਤੀ ਬਣੇ ਸੀਗੇ ਉਸ ਸਮੇਂ ਸੈਕਿੰਡ ਰਾਊਂਡ ਦੀ। ਉਸ ਤੋਂ ਪਹਿਲਾਂ ਚਾਹੇ ਆਪਾਂ ਰਾਜਿੰਦਰ ਪ੍ਰਸਾਦ ਦੀ ਗੱਲ ਕਰ ਲਈਏ, ਚਾਹੇ ਰਾਧਾ ਕ੍ਰਿਸ਼ਨਨ ਦੀ ਗੱਲ ਕਰ ਲਈਏ, ਫਸਟ ਜਿਹੜੀ ਸੀਗੀ ਕਾਊਂਟਿੰਗ ਦੇ ਵਿੱਚ ਹੀ ਕੀ ਹੈ ਉਹਨਾਂ ਨੂੰ ਜੇਤੂ ਕਰਾਰ ਦਿੱਤਾ ਗਿਆ ਸੀਗਾ। ਉਹ ਪਹਿਲੀ ਕਾਊਂਟਿੰਗ ਦੇ ਵਿੱਚ ਹੀ ਜਿਹੜੇ ਉਹ ਜਿੱਤ ਗਏ ਸੀਗੇ। ਪਰ ਲੇਕਿਨ VV ਗਿਰੀ ਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਜਿਹੜਾ ਵਿਪ ਜਾਰੀ ਹੋਇਆ ਸੀਗਾ ਨੀਲਮ ਸੰਜੀਵਾ ਰੈੱਡੀ ਦੇ ਨਾਮ 'ਤੇ, ਪਰ ਲੇਕਿਨ ਜਿੱਤ ਆਪਣਾ VV ਗਿਰੀ ਗਿਆ ਸੀਗਾ। ਅਤੇ ਉਸ ਤੋਂ ਬਾਅਦ ਹੀ ਲਗਭਗ ਜਿਹੜੀ ਕਾਂਗਰਸ ਦਾ ਪਤਨ ਹੈ, ਆਪਾਂ ਦੇਖਦੇ ਹਾਂ ਵੀ ਕਾਂਗਰਸ 2 ਧੜਿਆਂ ਦੇ ਵਿੱਚ ਵੰਡੀ ਗਈ, ਇੱਕ ਕਾਂਗਰਸ ਆਈ ਅਤੇ ਇੱਕ ਕਾਂਗਰਸ ਸੰਗਠਨ ਦੇ ਵਿੱਚ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਚੋਣ ਸੰਬੰਧੀ ਜਿਹੜੇ ਫੈਸਲੇ ਹੁੰਦੇ ਨੇਗੇ ਰਾਸ਼ਟਰਪਤੀ ਦੇ, ਕਾਫੀ ਮਹੱਤਵਪੂਰਨ ਚੀਜ਼ ਹੋ ਜਾਂਦੀ ਹੈ। ਚੋਣ ਸੰਬੰਧੀ ਜਿੰਨੇ ਵੀ ਮਸਲੇ ਆਉਂਦੇ ਨੇਗੇ ਉਹ ਸੁਪਰੀਮ ਕੋਰਟ ਦੇਖਦਾ ਹੈ ਅਤੇ ਸੁਪਰੀਮ ਕੋਰਟ ਦਾ ਹੀ ਫੈਸਲਾ ਕੀ ਹੈ, ਅੰਤਿਮ ਇੱਥੇ ਮੰਨਿਆ ਜਾਂਦਾ ਹੈ। ਅਤੇ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਚੋਣ ਇੱਕ ਜਿਹੜੀ ਚੁਣੌਤੀ ਕੀ ਨਹੀਂ ਦਿੱਤੀ ਜਾ ਸਕਦੀ ਵੀ ਚੋਣ ਮੰਡਲ ਕੀ ਸੀਗਾ, ਅਪੂਰਨ ਸੀਗਾ। ਚੋਣ ਮੰਡਲ ਕੀ ਸੀਗਾ, ਅਪੂਰਨ ਸੀਗਾ, ਭਾਵ ਉੱਥੇ ਮੈਂਬਰ ਘੱਟ ਸੀਗੇ ਜਾਂ ਇਹ ਸੀਗੇ। ਇਸ ਤਰ੍ਹਾਂ ਦੇ ਆਧਾਰ 'ਤੇ ਕੀ ਹੈ, ਚੁਣੌਤੀ ਰਾਸ਼ਟਰਪਤੀ ਦੀ ਚੋਣ ਨੂੰ ਨਹੀਂ ਦਿੱਤੀ ਜਾ ਸਕਦੀ। ਉਸ ਤੋਂ ਇਲਾਵਾ ਇੱਕ ਹੋਰ ਜਿਹੜੀ ਮਹੱਤਵਪੂਰਨ ਆਪਾਂ ਨੂੰ ਪਤਾ ਹੈ, ਮੰਨ ਲਓ ਕੋਈ ਬੰਦਾ ਰਾਸ਼ਟਰਪਤੀ ਦੇ ਪਦ 'ਤੇ ਚੁਣਿਆ ਗਿਆ ਅਤੇ ਉਹ ਬਾਅਦ ਦੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਉਸ ਨੂੰ ਹਟਾ ਦਿੱਤਾ ਗਿਆ, ਵੀ ਮੰਨ ਲਓ ਉਸ ਨੂੰ ਬਾਹਰ ਕੱਢ ਦਿੱਤਾ ਗਿਆ। ਜੋ ਵੀ ਉਸਨੇ ਕੰਮ ਕਰੇ ਸੀਗੇ ਉਹ ਸਾਰੇ ਕੰਮ ਵੈਧ ਹੋਣਗੇ, ਭਾਵ ਉਹ ਕੰਮ ਰੱਦ ਨਹੀਂ ਕੀਤੇ ਜਾਣਗੇ। ਇੱਥੇ ਕਿਉਂ ਇਹ ਚੀਜ਼ ਹੁੰਦੀ ਹੈ, ਕਿਉਂਕਿ ਰਾਸ਼ਟਰਪਤੀ ਕੋਈ ਵੀ ਆਪਣੇ ਆਪ ਕੰਮ ਨਹੀਂ ਕਰਦਾ, ਉਹ ਸਾਰੇ ਕੰਮ ਮੰਤਰੀ ਮੰਡਲ ਦੀ ਸਲਾਹ ਨਾਲ ਕਰਦਾ ਹੈ। ਇਸ ਕਰਕੇ ਚਾਹੇ ਕੋਈ ਗਲਤ ਤਰੀਕੇ ਨਾਲ ਵੀ ਬੰਦਾ ਰਾਸ਼ਟਰਪਤੀ ਦਾ ਕੈਂਡੀਡੇਟ ਚੁਣਿਆ ਗਿਆ ਅਤੇ ਜਿਹੜੇ ਕੰਮ ਹੋਏ ਨੇਗੇ ਉਹ ਮੰਤਰੀ ਮੰਡਲ ਦੀ ਸਲਾਹ ਦੇ ਨਾਲ ਹੋਏ ਨੇ, ਇਸ ਕਰਕੇ ਜਿਹੜੇ ਇਹ ਸਾਰੇ ਕੰਮ ਵੈਧ ਮੰਨੇ ਜਾਂਦੇ ਆ। ਉਸ ਤੋਂ ਬਾਅਦ ਜਿਹੜੀ ਐਲੀਜੀਬਿਲਟੀ ਆਪਾਂ ਦੇਖਦੇ ਹਾਂ ਕੀ ਕੁਛ ਮੰਗਿਆ ਜਾਂਦਾ, ਵੀ ਯੋਗਤਾ ਦੇ ਵਿੱਚ ਕੀ ਕੁਛ ਗਿਣਿਆ ਜਾਂਦਾ ਜੇਕਰ ਆਪਾਂ ਰਾਸ਼ਟਰਪਤੀ ਦੀ ਗੱਲ ਕਰੀਏ।
ਜੇਕਰ ਆਪਾਂ ਯੋਗਤਾ ਦੀ ਗੱਲ ਕਰੀਏ, ਯੋਗਤਾ ਦੇ ਵਿੱਚ ਕੀ ਕੁਛ ਹੋਊਗਾ ਤਾਂ ਸਭ ਨੂੰ ਪਤਾ ਹੋਊਗਾ, ਭਾਰਤ ਦਾ ਨਾਗਰਿਕ ਹੋਣਾ ਚਾਹੀਦਾ। ਭਾਰਤ ਦਾ ਨਾਗਰਿਕ ਭਾਵ ਜਿਸ ਨੇ ਨਾਗਰਿਕਤਾ ਪ੍ਰਾਪਤ ਕੀਤੀ ਹੈ ਜਾਂ ਹੋਰ ਦੇਸ਼ਾਂ ਤੋਂ ਆਏ ਨੇਗੇ, ਉਹ ਬੰਦੇ ਰਾਸ਼ਟਰਪਤੀ ਦੀ ਚੋਣ ਦੇ ਲਈ ਨਹੀਂ ਹੁੰਦੇ ਹੈਗੇ। ਉਸ ਤੋਂ ਬਾਅਦ 35 ਸਾਲ ਇਸ ਦੀ ਉਮਰ ਹੋਣੀ ਚਾਹੀਦੀ ਹੈ। ਲੋਕ ਸਭਾ ਦੇ ਜਾਂ ਲੋਕ ਸਭਾ ਦੇ ਮੈਂਬਰ ਚੁਣਨ ਦੇ ਜਿਹੜਾ ਯੋਗ ਹੋਣਾ ਚਾਹੀਦਾ ਹੈ ਉਹ, ਠੀਕ ਹੈ। ਸੰਘ ਜਾਂ ਕਿਸੇ ਵੀ ਸਥਾਨੀ ਪ੍ਰਾਧਿਕਰਨ ਦੇ ਵਿੱਚ ਲਾਭ ਦੇ ਪਦ ਦੇ ਉੱਪਰ ਉਹ ਬੰਦਾ ਨਾ ਹੋਵੇ। ਜੇਕਰ ਹੈਗਾ ਤਾਂ ਉਸ ਨੂੰ ਕੀ ਹੈ, ਜੇਕਰ ਸੰਘ ਜਾਂ ਮੰਤਰੀ ਕਿਸੇ ਲਾਭ ਦੇ ਪਦ 'ਤੇ ਹੈਗਾ ਪਰ ਮੰਨਿਆ ਨਹੀਂ ਜਾਂਦਾ ਇਸ ਪ੍ਰਕਾਰ ਪਦ ਦੇ ਲਈ ਜਿਹੜਾ ਉਮੀਦਵਾਰ ਹੁੰਦਾ ਗਾ, ਉਸ ਤੋਂ ਬਾਅਦ ਕੀ ਉਹ ਜਿਹੜਾ ਅਸਤੀਫਾ ਦੇ ਸਕਦਾ ਹੈ। ਜੇਕਰ ਮੰਨ ਲਓ ਜਿਹੜੀ ਅਗਲੀ ਕਹਾਣੀ ਹੈ ਵੀ ਮੰਨ ਲਓ ਕਿਸੇ ਬੰਦੇ ਨੇ ਰਾਸ਼ਟਰਪਤੀ ਦੇ ਲਈ ਚੁਣਾਵ ਦੇ ਲਈ ਫਾਰਮ ਭਰਨਾ ਹੈ ਤਾਂ ਉਸ ਦੇ ਲਈ ਘੱਟੋ ਘੱਟ 50 ਜਿਹੜੇ ਬੰਦੇ ਆ ਉਸ ਨੂੰ ਜਾਣਦੇ ਹੋਣੇ ਚਾਹੀਦੇ। 50 MP ਜਿਹੜੇ ਆ ਜਾਂ MLAs ਹੁੰਦੇ ਨੇਗੇ ਉਹ ਉਸ ਨੂੰ ਜਾਣਦੇ ਹੋਣੇ ਚਾਹੀਦੇ ਆ। ਪਰ ਇਸ ਤੋਂ ਪਹਿਲਾਂ ਜਿਹੜੇ ਸੀਗੇ 1997 ਦੇ ਵਿੱਚ ਜਿਹੜਾ 1997 ਦੇ ਵਿੱਚ ਕੀ ਸੀਗਾ, ਇਹ ਚੇਂਜ ਕੀਤਾ ਗਿਆ ਸੀਗਾ ਕਿਉਂਕਿ 1997 ਤੱਕ ਸਿਰਫ ਕੀ ਸੀਗਾ ਵੀ 10 ਬੰਦੇ ਕੀ ਸੀਗੇ ਜਾਣਦੇ ਹੋਣੇ ਚਾਹੀਦੇ ਨੇਗੇ। ਇਸ ਕਰਕੇ ਜਿਹੜਾ ਸੀਗਾ ਬਹੁਤ ਸਾਰੇ ਲੋਕਾਂ ਨੇ ਰਾਸ਼ਟਰਪਤੀ ਦੇ ਚੁਣਾਵ ਦੇ ਲਈ ਨਾਮਾਂਕਨ ਕੀਤਾ ਅਤੇ ਉਸ ਨੂੰ ਇੱਕ ਮਜ਼ਾਕ ਦੇ ਤੌਰ ਤੇ ਲੈ ਲਿਆ ਸੀਗਾ। ਪਰ ਬਾਅਦ ਦੇ ਵਿੱਚ ਘੱਟੋ ਘੱਟ ਵੀ 50 ਬੰਦੇ ਤਾਂ ਤੁਹਾਨੂੰ ਜਾਣਦੇ ਹੋਣ ਜੇਕਰ ਤੁਸੀਂ ਰਾਸ਼ਟਰਪਤੀ ਦੀ ਚੋਣ ਲੜਦੇ ਹੋ। MLA ਜਾਂ MP ਜਿਹੜੇ ਭਾਗ ਲੈਂਦੇ ਨੇਗੇ ਰਾਸ਼ਟਰਪਤੀ ਦੀ ਚੋਣ ਦੇ ਵਿੱਚ। ਉਸ ਤੋਂ ਬਾਅਦ ਜਿਹੜੀ ਜ਼ਮਾਨਤ ਦੀ ਰਾਸ਼ੀ ਹੈ ਉਹ 15,000 ਹੈ ਅਤੇ ਪਹਿਲਾਂ ਇਹ 2500 ਸੀਗੀ 1997 ਤੱਕ। ਇੰਨੀ ਕਹਾਣੀ ਸੀਗੀ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਰਾਸ਼ਟਰਪਤੀ ਦੀ ਲਗਭਗ 7 ਗ੍ਰਹਿਣ ਦਾ ਜਿਹੜਾ ਜ਼ਿੰਮਾ ਹੁੰਦਾ ਉਹ ਹੁੰਦਾ ਸੁਪਰੀਮ ਕੋਰਟ। ਜਿਹੜਾ ਸੁਪਰੀਮ ਕੋਰਟ ਹੈ ਉਸ ਦਾ ਚੀਫ ਜਸਟਿਸ ਹੁੰਦਾ ਹੈ। ਜੇਕਰ ਇਹ ਚੀਫ ਜਸਟਿਸ ਨਹੀਂ ਹੈਗਾ ਤਾਂ ਉਸ ਤੋਂ ਬਾਅਦ ਜਿਹੜਾ ਸੀਨੀਅਰ ਜੱਜ ਹੁੰਦਾ ਉਹ ਰਾਸ਼ਟਰਪਤੀ ਨੂੰ ਕੀ ਹੈ ਸਹੁੰ ਜਿਹੜੀ ਹੈ ਉਹ ਚੁਕਵਾਉਂਦਾ ਹੈ। ਅਤੇ ਲਗਭਗ ਤਨਖਾਹ ਦੀ ਜਦੋਂ ਆਪਾਂ ਗੱਲ ਕਰੀਏ 2018 ਦੇ ਵਿੱਚ ਜਿਹੜੀ ਤਨਖਾਹ ਦੇ ਵਿੱਚ ਚੇਂਜ ਕੀਤਾ ਗਿਆ ਸੀਗਾ ਲਗਭਗ 50% ਜਿਹੜੀ ਸੀਗੀ ਤਨਖਾਹ ਦੇ ਵਿੱਚ ਇਹਨਾਂ ਦੇ ਵਾਧਾ ਕੀਤਾ ਗਿਆ ਅਤੇ 5.0.8 ਲੱਖ ਰੁਪਈਆ ਪ੍ਰਤੀ ਮਹੀਨਾ ਰਾਸ਼ਟਰਪਤੀ ਦੀ ਕੀ ਹੈ ਤਨਖਾਹ ਹੈ 2018 ਤੋਂ ਬਾਅਦ। ਅਤੇ ਇਸ ਤੋਂ ਪਹਿਲਾਂ 3 ਲੱਖ ਰੁਪਏ ਸਾਲਾਨਾ ਸੀਗੀ, 50% ਦੀ ਵਾਧਾ ਕੀਤਾ ਗਿਆ। ਮੰਨ ਲਓ ਕੋਈ ਬੰਦਾ ਪੂਰਵ ਰਾਸ਼ਟਰਪਤੀ ਹੈਗਾ ਤਾਂ ਉਸ ਨੂੰ ਠੀਕ ਹੈ 1 ਲੱਖ ਰੁਪਈਆ ਠੀਕ ਹੈ ਪ੍ਰਤੀ ਸਾਲਾਨਾ ਜਿਹੜੀ ਹੈ ਖਰਚ ਮਿਲਦਾ। ਉਸ ਤੋਂ ਬਾਅਦ ਟੈਲੀਫੋਨ ਖਰਚ, ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਉਸਨੂੰ ਮਿਲਦੀਆਂ ਨੇ। ਪਤੀ ਪਤਨੀ ਨੂੰ ਪੈਨਸ਼ਨ ਮਿਲਦੀ ਹੈ 20,000 ਪ੍ਰਤੀ ਵਰਸ਼। ਉਹਨਾਂ ਨੂੰ ਲਗਭਗ ਜਿਹੜਾ ਸਚਿਵਾਲय ਅਤੇ ਸਟਾਫ ਦੇ ਲਈ ਕਾਰਿਆਲੇ ਜਿਹੜਾ ਖਰਚ ਉਹ ਵੀ ਮਿਲਦਾ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਰਾਸ਼ਟਰਪਤੀ ਨੂੰ ਜਿਹੜੇ ਬਥੇਰੇ ਵਿਸ਼ੇਸ਼ਾਧਿਕਾਰ ਉਹ ਪ੍ਰਾਪਤ ਨੇ। ਜੇਕਰ ਆਪਾਂ ਅਵਧੀ ਦੀ ਗੱਲ ਕਰੀਏ ਤਾਂ ਅਵਧੀ ਦੇ ਵਿੱਚ ਉਹੀ ਆ 5 ਸਾਲ ਜਿਹੜਾ ਇਹਨਾਂ ਦਾ ਟਾਈਮ ਪੀਰੀਅਡ ਹੁੰਦਾ ਕਿ 5 ਸਾਲ ਤੱਕ ਇਹ ਰਹਿ ਸਕਦੇ ਆ। ਹੁਣ ਜਿਹੜੇ ਮਹੱਤਵਪੂਰਨ ਰਾਸ਼ਟਰਪਤੀ ਨੇ ਜੇਕਰ ਆਪਾਂ ਦੇਖੀਏ ਬਾਰ-ਬਾਰ ਆਪਾਂ ਨੂੰ ਪਤਾ ਹੋਣੇ ਚਾਹੀਦੇ ਆ। ਇੱਕ ਤਾਂ ਸਭ ਤੋਂ ਪਹਿਲਾਂ ਜੇਕਰ ਸਾਡੇ ਚਰਚਾ ਦੇ ਵਿੱਚ ਰਹਿਣਗੇ, ਪਹਿਲੇ 2 ਤਾਂ ਸਭ ਨੂੰ ਪਤਾ ਹੈ ਅਤੇ ਤੀਜੇ ਨੰਬਰ 'ਤੇ ਸੀਗੇ ਡਾਕਟਰ ਜ਼ਾਕਿਰ ਹੁਸੈਨ। ਇਹ ਕਿਉਂ ਮਸ਼ਹੂਰ ਸੀਗੇ ਕਿਉਂਕਿ ਅਵਧੀ ਕਾਲ ਦੇ ਦੌਰਾਨ ਹੀ ਅਤੇ ਇੱਕ ਤਾਂ ਸੀਗੇ ਇਹ ਮੁਸਲਿਮ ਸੀਗੇ। ਉਸ ਤੋਂ ਬਾਅਦ ਜੇਕਰ ਆਪਾਂ ਇੱਕ ਹੋਰ ਦੇਖੀਏ ਇਹਨਾਂ ਦੀ ਆਪਦੇ ਕਾਰਜਕਾਲ ਦੇ ਦੌਰਾਨ ਹੀ ਮੌਤ ਹੋ ਗਈ ਸੀਗੀ। ਦੂਜਾ ਸੀਗਾ VV ਗਿਰੀ। ਇਹੋ ਜਿਹੇ ਰਾਸ਼ਟਰਪਤੀ ਸੀਗੇ ਜਿਹੜੇ ਸੱਤਾਧਾਰੀ ਦਲ ਦੇ ਨੇਤਾ ਵੀ ਸੱਤਾਧਾਰੀ ਦਲ ਵੱਲੋਂ ਨੋਮੀਨੇਟ ਵੀ ਨਹੀਂ ਕੀਤਾ ਗਿਆ ਸੀਗਾ ਪਰ ਫਿਰ ਵੀ ਜਿੱਤ ਗਏ ਸੀਗੇ। ਉਸ ਤੋਂ ਬਾਅਦ ਜਿਹੜਾ ਹਿਦਾਇਤੁੱਲਾ ਆਪਾਂ ਦੇਖਦੇ ਹਾਂ ਰਾਸ਼ਟਰਪਤੀ ਬਣਿਆ ਸੀਗਾ ਉਹ ਲਗਭਗ ਆਪਾਂ ਕੀ ਦੇਖਿਆ ਸੀਗਾ ਜਿਹੜਾ CGI ਹੈ ਨਾ, ਪਹਿਲਾ CGI ਜਿਹੜਾ ਰਾਸ਼ਟਰਪਤੀ ਦੇ ਤੌਰ 'ਤੇ ਕਾਰਜਕਾਰੀ ਰਾਸ਼ਟਰਪਤੀ ਦੇ ਤੌਰ 'ਤੇ ਜਿਸ ਨੇ ਕੰਮ ਕੀਤਾ। ਅਤੇ ਨੀਲਮ ਸੰਜੀਵਾ ਰੈੱਡੀ ਦੇ ਨਾਮ 'ਤੇ 2 ਰਿਕਾਰਡ ਹੈਗੇ ਆ। ਇੱਕ ਤਾਂ ਸੱਤਾਧਾਰੀ ਦਲ ਦੇ ਨੇਤਾ ਹੁੰਦੇ ਹੋਏ ਵੀ ਹਾਰ ਗਿਆ ਸੀਗਾ। ਉਸ ਤੋਂ ਬਾਅਦ ਨਿਰਵਿਰੋਧ ਇਸ ਨੂੰ ਚੁਣਿਆ ਗਿਆ ਸੀਗਾ, ਭਾਵ ਇਸ ਦੇ ਵਿਰੋਧ ਦੇ ਵਿੱਚ ਕੋਈ ਵੀ ਬੰਦਾ ਨਹੀਂ ਸੀਗਾ। ਲਗਭਗ ਜੇਕਰ ਆਪਾਂ ਦੇਖੀਏ 1977 ਦੀਆਂ ਚੋਣਾਂ ਦੇ ਵਿੱਚ ਨੀਲਮ ਸੰਜੀਵਾ ਰੈੱਡੀ ਨਿਰਵਿਰੋਧ ਚੁਣੇ ਗਏ ਸੀਗੇ ਅਤੇ 1982 ਤੱਕ ਕੰਮ ਕਰਦੇ ਰਹੇ। ਇਸ ਤਰ੍ਹਾਂ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ R ਨਾਰਾਇਣ ਅਤੇ ਡਾਕਟਰ APJ ਅਬਦੁਲ ਕਲਾਮ, ਪ੍ਰਤਿਭਾ ਦੇਵੀ ਸਿੰਘ ਪਾਟਿਲ, ਪ੍ਰਣਬ ਮੁਖਰਜੀ ਅਤੇ ਰਾਮਨਾਥ ਕੋਵਿੰਦ। ਇਹ ਤੁਸੀਂ ਜਾਣਦੇ ਹੀ ਹੋ। ਅਤੇ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਾਫੀ ਮਹੱਤਵਪੂਰਨ ਪ੍ਰਸ਼ਨ ਆਪਣੇ ਰਾਸ਼ਟਰਪਤੀ ਦੇ ਨਾਮ ਨਾਲ।
ਤੇ ਉਸ ਤੋਂ ਬਾਅਦ ਜਿਹੜੀ ਇਸਦੀ ਪੂਰੀ ਲਿਸਟ ਹੈ ਉਹ ਵੀ ਤੁਹਾਨੂੰ ਪ੍ਰੋਵਾਈਡ ਕਰਾ ਦਿੱਤੀ ਜਾਊਗੀ। ਜੇਕਰ ਆਪਾਂ ਦੇਖੀਏ ਇਹ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਲੈਣਾ ਵੀ ਜਿਹੜੇ ਆਪਣੇ ਲਗਭਗ ਹੁਣ ਤਾਂ ਪ੍ਰਣਬ ਮੁਖਰਜੀ ਤੋਂ ਬਾਅਦ ਰਾਮਨਾਥ ਕੋਵਿੰਦ ਵੀ ਆਪਣੇ ਚੱਲ ਰਹੇ ਆ। ਇਹ ਪੁਰਾਣੀ ਜਿਹੜੀ ਸੀਗੀ ਪ੍ਰੈਜ਼ੀਡੈਂਸ਼ੀਅਲ ਸੀਗੀ ਲਗਭਗ 2012 ਤੱਕ ਦੀ ਜਿਹੜੀ ਇਹ ਲਿਸਟ ਹੈ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਕਾਫੀ ਜਿਹੜੀਆਂ ਪਾਵਰਸ ਨੇ ਆਪਾਂ ਦੇਖਦੇ ਹਾਂ ਇਸ ਦੇ ਵਿੱਚ ਰਾਸ਼ਟਰਪਤੀ ਦੇ ਨਾਮ 'ਤੇ। ਜੇਕਰ ਅਵਧੀ ਦੇ ਵਿੱਚ ਦੇਖੀਏ ਮਹਾਭਿਯੋਗ ਦਾ ਸਭ ਤੋਂ ਪਹਿਲਾਂ ਸੰਵਿਧਾਨ ਦੇ ਉਲੰਘਣ 'ਤੇ ਮਹਾਭਿਯੋਗ ਚਲਾਇਆ ਜਾ ਸਕਦਾ ਹੈ। ਜੇਕਰ ਮਹਾਭਿਯੋਗ ਚਲਾਉਣਾ ਹੈ ਨਾ ਮਹਾਭਿਯੋਗ ਚਲਾਉਣਾ ਹੈ ਤਾਂ ਘੱਟੋ ਘੱਟ 1/4 ਮੈਂਬਰਾਂ ਦੇ ਕੀ ਹੈ ਹਸਤਾਖਰ ਉਸ ਦੇ ਉੱਪਰ ਹੋਣੇ ਚਾਹੀਦੇ ਆ। ਅਤੇ 14 ਦਿਨ ਪਹਿਲਾਂ ਰਾਸ਼ਟਰਪਤੀ ਨੂੰ ਕੀ ਹੈ ਨੋਟੀਫਿਕੇਸ਼ਨ ਵੀ ਦੇਣਾ ਪਊਗਾ। ਅਤੇ ਮਹਾਭਿਯੋਗ ਦਾ ਜਿਹੜਾ ਪ੍ਰਸਤਾਵ ਹੈ ਨਾ 2/3 ਬਹੁਮਤ ਦੇ ਨਾਲ ਇਸ ਨੂੰ ਪਾਸ ਕਰਨਾ ਪਊਗਾ। 2/3 ਬਹੁਮਤ ਦੇ ਨਾਲ ਇਹ ਪਾਸ ਹੋਣਾ ਚਾਹੀਦਾ। ਉਸ ਤੋਂ ਬਾਅਦ ਇਸ ਨੂੰ ਦੂਜੇ ਸਦਨ ਦੇ ਵਿੱਚ ਲਗਭਗ ਫਿਰ ਕੀ ਹੈ ਆਰੋਪਾਂ ਦੀ ਜਾਂਚ ਹੋਊਗੀ ਅਤੇ ਇਹੋ ਜਿਹੀ ਸਥਿਤੀ ਦੇ ਵਿੱਚ ਪ੍ਰਤੀਨਿਧਤਵ ਕਰਾਉਣ ਦਾ ਅਧਿਕਾਰ ਹੋਊਗਾ। ਜੇਕਰ ਦੂਜੇ ਸਦਨ ਦੇ ਵਿੱਚ ਵੀ ਆਰੋਪ ਸਹੀ ਪਾਏ ਜਾਂਦੇ ਨੇ ਤਾਂ ਉੱਥੇ ਵੀ 2/3 ਦੇ ਨਾਲ ਕੀ ਹੈ ਬਹੁਮਤ ਪਾਸ ਹੋਣਾ ਜ਼ਰੂਰੀ ਹੈ। ਅਤੇ ਪ੍ਰਸਤਾਵ ਪਾਰਿਤ ਹੋਣ ਦੀ ਤਿਥੀ ਤੋਂ ਹੀ ਉਸ ਨੂੰ ਪਦ ਤੋਂ ਹਟਾਉਣਾ ਹੋਊਗਾ। ਜਿਸ ਦਿਨ ਵੀ ਪ੍ਰਸਤਾਵ ਪਾਸ ਹੋ ਗਿਆ ਉਸੇ ਦਿਨ ਤੋਂ ਕੀ ਹੈ ਰਾਸ਼ਟਰਪਤੀ ਅੱਜ ਤੱਕ ਤਾਂ ਕੋਈ ਵੀ ਰਾਸ਼ਟਰਪਤੀ ਜਿਹੜਾ ਮਹਾਭਿਯੋਗ ਦੇ ਦੁਆਰਾ ਹਟਾਇਆ ਨਹੀਂ ਜਾ ਸਕਿਆ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਰਾਸ਼ਟਰਪਤੀ ਜੇਕਰ ਮੰਨ ਲਓ ਖਾਲੀ ਪਦ ਕਿਵੇਂ ਹੋਊਗਾ ਜੇਕਰ ਖਾਲੀ ਕਿਵੇਂ ਹੋ ਸਕਦਾ। ਇੱਕ ਤਾਂ ਹੈਗਾ ਤਿਆਗ ਪੱਤਰ ਦੇ ਦੇਵੇ ਅਤੇ ਜਾਂ ਫਿਰ 5 ਸਾਲ ਪੂਰੇ ਹੋ ਜਾਣ ਜਾਂ ਫਿਰ ਮਹਾਭਿਯੋਗ ਦੀ ਪ੍ਰਕਿਰਿਆ ਹੈਗੀ ਹੈ। ਇੱਕ ਹੈਗੀ ਹੈ ਮੌਤ ਦੇ ਉੱਪਰ ਮੌਤ ਦੇ ਵੀ ਉਹਨਾਂ ਦੀ ਮੌਤ ਹੋ ਜਾਵੇ ਜਾਂ ਫਿਰ ਕੋਈ ਇਹੋ ਜਿਹਾ ਬੰਦਾ ਪਦ ਗ੍ਰਹਿਣ ਕਰ ਲਵੇ ਜੋ ਅਵੈਧ ਤਰੀਕੇ ਨਾਲ ਅਤੇ ਸੁਪਰੀਮ ਕੋਰਟ ਨੇ ਉਸ ਨੂੰ ਠਹਿਰਾ ਦਿੱਤਾ ਹੋਵੇ ਵੀ ਇਹ ਤਾਂ ਉਸਦੀ ਚੋਣ ਕੀ ਹੈ ਗਲਤ ਤਰੀਕੇ ਨਾਲ ਹੋਈ ਹੈ ਤਦ ਵੀ ਕੀ ਹੈ ਰਾਸ਼ਟਰਪਤੀ ਦਾ ਪਦ ਕੀ ਹੈ ਖਾਲੀ ਹੋ ਸਕਦਾ। ਅਤੇ ਇਸ ਤੋਂ ਬਾਅਦ ਜਦੋਂ ਵੀ ਨਵੀਂ ਚੋਣ ਕਰਾਉਣੀ ਹੈ ਤਾਂ ਇਸ ਦੇ ਨਾਲ ਸੰਬੰਧਿਤ ਕੋਈ ਦੇਰੀ ਹੋ ਇਸ ਤਰ੍ਹਾਂ ਕੀ ਕਿਹਾ ਜਾਊਗਾ ਵੀ ਘੱਟੋ ਘੱਟ 6 ਮਹੀਨੇ ਦੇ ਅੰਦਰ ਅੰਦਰ ਕੀ ਹੈ ਚੋਣ ਕਰਾਉਣੀ ਜ਼ਰੂਰੀ ਹੁੰਦੀ ਹੈ। ਜੇਕਰ ਕੋਈ ਅਨਨੈਸੈਸਰੀ ਤਰੀਕੇ ਦੇ ਨਾਲ ਕੀ ਹੈ ਪਦ ਕੀ ਹੈ ਖਾਲੀ ਹੋ ਜਾਂਦਾ। ਅਦਰਵਾਈਜ਼ 5 ਸਾਲ ਬਾਅਦ ਤਾਂ ਰਾਸ਼ਟਰਪਤੀ ਦੀ ਚੋਣ ਹੈ ਹੀ ਆਪਣਾ ਰੈਗੂਲਰ ਚੱਲਦਾ ਰਹਿੰਦਾ। ਜੇਕਰ ਅਨਨੈਸੈਸਰੀ ਤਰੀਕੇ ਦੇ ਨਾਲ ਜਾਂ ਕੋਈ ਹੀ ਇੰਸੀਡੈਂਟ ਹੋ ਜਾਂਦਾ ਉਸ ਦੇ ਵਿੱਚ ਜੇਕਰ ਰਾਸ਼ਟਰਪਤੀ ਦਾ ਪਦ ਖਾਲੀ ਹੋ ਜਾਂਦਾ ਤਾਂ 6 ਮਹੀਨੇ ਦੇ ਅੰਦਰ ਅੰਦਰ ਤਾਂ ਇਹ ਕਾਫੀ ਮਹੱਤਵਪੂਰਨ ਹੈ ਕਿ 6 ਮਹੀਨੇ ਵਾਲਾ ਜਿਹੜਾ ਕੰਸੈਪਟ ਹੈ ਇਹ ਯਾਦ ਰੱਖਣਾ ਵੀ ਜਦੋਂ ਵੀ ਕੋਈ ਇੰਸੀਡੈਂਟਲ ਜਿਸ ਦਿਨ ਉਹ ਖਾਲੀ ਹੁੰਦਾ ਗਾ ਪਦ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਰਾਸ਼ਟਰਪਤੀ ਦੇ ਕੋਲ ਬਹੁਤ ਸਾਰੀਆਂ ਸ਼ਕਤੀਆਂ ਹੈਗੀਆਂ ਨੇ। ਜਿਵੇਂ ਕਾਰਜਕਾਰੀ ਸ਼ਕਤੀਆਂ ਦੀ ਆਪਾਂ ਗੱਲ ਕਰੀਏ ਕਾਰਜਕਾਰੀ ਸ਼ਕਤੀਆਂ ਦੇ ਵਿੱਚ ਉਸ ਤੋਂ ਬਾਅਦ ਵਿਧਾਇਕ ਸ਼ਕਤੀਆਂ ਹੈਗੀਆਂ ਨੇ ਵਿਧਾਈ ਸ਼ਕਤੀਆਂ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਵਿੱਤੀ ਸ਼ਕਤੀਆਂ ਵੀ ਹੈਗੀਆਂ ਨੇ ਨਿਆਇਕ ਸ਼ਕਤੀਆਂ ਵੀ ਹੈਗੀਆਂ ਨੇ ਕੂਟਨੀਤਿਕ ਸ਼ਕਤੀਆਂ ਸੈਨਿਕ ਸ਼ਕਤੀਆਂ ਅਤੇ ਆਪਾਤਕਾਲੀਨ ਸ਼ਕਤੀਆਂ। ਇਹ ਕਾਫੀ ਟਾਈਪ ਦੀਆਂ ਸ਼ਕਤੀਆਂ ਜਿਹੜੀਆਂ ਐਗਜ਼ੀਕਿਊਟਿਵ ਪਾਵਰ ਦੇ ਵਿੱਚ ਕੀ ਕੁਛ ਹੁੰਦਾ ਗਾ ਜਾਂ ਕਾਰਜਕਾਰੀ ਦੇ ਵਿੱਚ ਇਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿੰਨੇ ਵੀ ਸਾਰੇ ਵੀ ਕੰਮ ਹੁੰਦੇ ਹੈਗੇ ਸਾਰੇ ਐਕਸ਼ਨ ਹੁੰਦੇ ਹੈਗੇ ਗੌਰਮੈਂਟ ਆਫ ਇੰਡੀਆ ਦੇ ਰਾਸ਼ਟਰਪਤੀ ਦੇ ਨਾਮ 'ਤੇ ਹੀ ਹੁੰਦੇ ਹੈਗੇ। ਉਸ ਤੋਂ ਬਾਅਦ ਨਿਯਮ ਬਣਾ ਸਕਦਾ ਕਿ ਉਸ ਦੇ ਨਾਮ 'ਤੇ ਜਿਹੜੇ ਨਿਯਮ ਬਣਾ ਸਕਦਾ ਕਿ ਉਸ ਦੇ ਨਾਮ 'ਤੇ ਦਿੱਤੇ ਜਾਣ ਵਾਲੇ ਜਿਹੜੇ ਸੀਗੇ ਆਦੇਸ਼ ਅਤੇ ਅਨੁਛੇਦ ਵੈਧ ਨੇਗੇ ਹੈ ਨਾ ਇਹ ਜਿਹੜਾ ਆਦੇਸ਼ ਉਹ ਦੇ ਸਕਦਾ ਗਾ। ਉਸ ਤੋਂ ਬਾਅਦ ਉਹ ਇਹੋ ਜਿਹੇ ਨਿਯਮ ਬਣਾ ਸਕਦਾ ਜਿਸ ਦੇ ਅਨੁਸਾਰ ਕੇਂਦਰ ਸਰਕਾਰ ਸਹਿਜ ਰੂਪ ਦੇ ਨਾਲ ਕੰਮ ਕਰ ਸਕੇ। ਉਹ ਰਾਸ਼ਟਰਪਤੀ ਅਤੇ ਅਨ ਮੰਤਰੀਆਂ ਦੀ ਨਿਯੁਕਤੀ ਵੀ ਕਰਦਾ ਹੈ ਨਾ ਪ੍ਰਸ਼ਾਦ ਪ੍ਰਸਤ। ਅਤੇ ਰਾਸ਼ਟਰਪਤੀ ਦੀ ਭੂਮਿਕਾ ਕਦੋਂ ਮਹੱਤਵਪੂਰਨ ਹੋ ਜਾਂਦੀ ਹੈ ਜਦੋਂ ਕੀ ਹੈ ਤ੍ਰਿਕੋਣੀ ਮੁਕਾਬਲਾ ਹੋਵੇ ਹੈ ਨਾ ਤ੍ਰਿਕੋਣੀ ਮੁਕਾਬਲਾ ਹੋ ਜਾਵੇ ਅਤੇ ਸਾਰੀਆਂ ਪਾਰਟੀਆਂ ਦੇ ਕੋਲ ਕੀ ਹੈ ਬਹੁਮਤ ਨਾ ਹੋਵੇ ਹੈ ਨਾ ਕਿਸੇ ਵੀ ਪਾਰਟੀ ਦੇ ਕੋਲ ਬਹੁਮਤ ਨਾ ਹੋਵੇ ਉਸ ਸਮੇਂ ਥੋੜ੍ਹਾ ਜਿਹਾ ਹੋ ਜਾਂਦਾ ਕਿ ਰਾਸ਼ਟਰਪਤੀ ਆਪਣੀ ਪਾਵਰ ਦੇ ਵਿੱਚ ਆ ਜਾਂਦਾ। ਅਤੇ ਜੇਕਰ ਆਪਾਂ ਦੇਖੀਏ ਮਹਾਨਿਆਇਵਾਦੀ ਦੀ ਨਿਯੁਕਤੀ ਇਹ ਕਰਦਾ ਹੈ ਨਾ ਜੇ ਅਟੋਰਨੀ ਜਨਰਲ ਦੀ AG ਦੀ ਇਹ ਨਿਯੁਕਤੀ ਕਰਦਾ ਹੈ CAG ਦੀ ਇਹ ਨਿਯੁਕਤੀ ਕਰਦਾ ਹੈ ਚੀਫ ਸੁਪਰੀਮ ਕੋਰਟ ਦੇ ਜੱਜ ਦੀ ਹਾਈ ਕੋਰਟ ਦੇ ਜੱਜ ਦੀ ਜਿੰਨੇ ਵੀ ਲੋਕ ਸਭਾ ਅਤੇ ਹੋਰ ਹੁੰਦੇ ਨੇਗੇ ਹੈ ਨਾ। ਇਸ ਤੋਂ ਬਾਅਦ ਮੰਤਰੀ ਪਰਿਸ਼ਦ ਦਾ ਅਨੁਮੋਦਨ ਉਸ ਤੋਂ ਬਾਅਦ ਇਹ ਅਨੁਸੂਚਿਤ ਜਨਜਾਤੀ ਦੇ अन्य ਪਿਛੜੇ ਵਰਗ ਦੇ ਜਿਹੜੇ ਆਯੋਗ ਨੇ ਉਹਨਾਂ ਦੀ ਨਿਯੁਕਤੀ ਕਰਦਾ ਤਾਂ ਕਾਫੀ ਮਹੱਤਵਪੂਰਨ ਜਿਹੜੀਆਂ ਸ਼ਕਤੀਆਂ ਹੈਗੀਆਂ ਨੇ ਰਾਸ਼ਟਰਪਤੀ ਦੇ ਕੋਲ। ਅਤੇ ਆਪਾਂ ਨੂੰ ਦੇਖਣਾ ਚਾਹੀਦਾ ਕਿ ਹਰੇਕ ਚੀਜ਼ ਦੀ ਅਪੋਇੰਟਮੈਂਟ ਜਿੰਨੇ ਵੀ ਸੰਵਿਧਾਨਿਕ ਪਦ ਹੈਗੇ ਲਗਭਗ ਰਾਸ਼ਟਰਪਤੀ ਦੇ ਦੁਆਰਾ। ਉਸ ਤੋਂ ਬਾਅਦ ਵਿਧਾਈ ਸ਼ਕਤੀਆਂ ਦੇ ਵਿੱਚ ਜਾਂ ਲੈਜਿਸਲੇਟਿਵ ਪਾਵਰ ਦੇ ਵਿੱਚ ਕੀ ਹੁੰਦਾ ਗਾ ਇਸ ਦੇ ਵਿੱਚ ਉਹ ਸੰਸਦ ਦੀ ਬੈਠਕ ਕੀ ਹੈ ਬੁਲਾ ਸਕਦਾ ਸੰਸਦ ਦੀ ਬੈਠਕ ਬੁਲਾ ਸਕਦਾ ਹੈ ਨਾ ਸੰਸਦ ਦੀ ਬੈਠਕ ਵਿਧਾਈ ਸ਼ਕਤੀ ਦੇ ਵਿੱਚ ਹੈ।
ਉਸ ਤੋਂ ਬਾਅਦ ਲੋਕ ਸਭਾ ਨੂੰ ਵਿਘਟਿਤ ਕਰ ਸਕਦਾ ਹੈ ਅਤੇ ਸੰਯੁਕਤ ਅਧਿਵੇਸ਼ਨ ਜਿਹੜਾ ਉਹ ਜਾਰੀ ਕਰ ਸਕਦਾ ਹੈ। ਪ੍ਰਤੇਕ ਨਵੇਂ ਚੁਣਾਵ ਤੋਂ ਬਾਅਦ ਜਿਹੜਾ ਪਹਿਲਾ ਅਧਿਵੇਸ਼ਨ ਹੁੰਦਾ ਹੈ ਨਾ, ਪਹਿਲਾ ਅਧਿਵੇਸ਼ਨ ਹੁੰਦਾ ਉਸ ਨੂੰ ਸੰਬੋਧਿਤ ਕਰਦਾ ਹੈ। ਅਤੇ ਲੰਬਿਤ ਕਿਸੇ ਵਿਧੇਇਕ ਜਾਂ ਸੰਬੰਧੀ ਜਿਹੜੇ ਆ ਸੰਸਦ ਨੂੰ ਆਦੇਸ਼ ਦੇ ਸਕਦਾ ਹੈ ਜੇ ਕੋਈ ਲੰਬੇ ਸਮੇਂ ਤੋਂ ਕੋਈ ਵਿਧੇਇਕ ਜਿਹੜਾ ਲੰਮਾ ਪਿਆ। ਯਦੀ ਲੋਕ ਸਭਾ ਦੇ ਅਧਿਕਸ਼ ਅਤੇ ਉਪਾਧਿਕਸ਼ ਦੋਨੋਂ ਪਦ ਖਾਲੀ ਹੋਣ ਤਾਂ ਲੋਕ ਸਭਾ ਦੇ ਕਿਸੇ ਵੀ ਮੈਂਬਰ ਨੂੰ ਅਧਿਕਸ਼ਤਾ ਕੀ ਆ ਸੌਂਪ ਸਕਦਾ ਹੈ। ਹੁਣ ਇੱਥੇ ਦੇਖੋ ਧਿਆਨ ਦੇਣ ਯੋਗ ਗੱਲ ਹੈ ਕਿ ਜਦੋਂ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਕੀ ਹੁੰਦਾ ਗਾ, ਅਤੇ ਰਾਸ਼ਟਰਪਤੀ ਕੀ ਕੁਛ ਕਰ ਸਕਦਾ ਹੈ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਰਾਸ਼ਟਰਪਤੀ ਦੇ ਕੋਲ ਜਦੋਂ ਵੀ ਸਪੀਕਰ ਦਾ ਪਦ ਅਤੇ ਡਿਪਟੀ ਸਪੀਕਰ ਦਾ ਪਦ ਕੀ ਹੈ ਖਾਲੀ ਹੋ ਜਾਵੇ ਤਾਂ ਕਿਸੇ ਵੀ ਮੈਂਬਰ ਨੂੰ, ਸਦਨ ਦੇ ਮੈਂਬਰ ਨੂੰ, ਉਹ ਲੋਕ ਸਭਾ ਦੇ ਮੈਂਬਰ ਨੂੰ ਇਹ ਚੀਜ਼ ਸੌਂਪ ਸਕਦਾ ਹੈ। ਉਸ ਤੋਂ ਬਾਅਦ ਰਾਜ ਸਭਾ ਦੇ ਵਿੱਚ ਵੀ ਇਹੋ ਜਿਹੀ ਜ਼ਿੰਮੇਵਾਰੀ ਉਹ ਨਿਭਾ ਸਕਦਾ ਹੈ ਵੀ ਮੰਨ ਲਓ ਸਪੀਕਰ ਵੀ ਨਹੀਂ ਹੈਗਾ, ਡਿਪਟੀ ਸਪੀਕਰ ਵੀ ਨਹੀਂ ਹੈਗਾ ਤਾਂ ਰਾਸ਼ਟਰਪਤੀ ਕੀ ਹੈ ਅਪੋਇੰਟਮੈਂਟ ਕਰ ਸਕਦਾ ਕਿਸੇ ਵੀ ਉਸਦੀ। ਉਸ ਤੋਂ ਬਾਅਦ 12 ਮੈਂਬਰ ਜਿਹੜੇ ਨੇਗੇ ਰਾਜ ਸਭਾ ਦੇ ਵਿੱਚ ਆਪਾਂ ਨੂੰ ਦੇਖਿਆ, ਅਤੇ ਉਸ ਤੋਂ ਬਾਅਦ ਜਿਹੜੇ ਇਹ ਤਾਂ ਹੁਣ ਖਤਮ ਕਰਤਾ ਐਂਗਲੋ ਇੰਡੀਅਨ ਵਾਲਾ ਤਾਂ ਕੰਸੈਪਟ। ਹੁਣ ਉਹ ਚੋਣ ਦੇ ਆਯੋਗ ਦੇ ਨਾਲ ਪਰਾਮਰਸ਼ ਕਰਕੇ ਸੰਸਦ ਦੇ ਮੈਂਬਰਾਂ ਦੀ ਅਯੋਗਤਾ ਦੇ ਉੱਪਰ ਪ੍ਰਸ਼ਨ ਹੈ ਨਾ, ਅਯੋਗਤਾ ਦੇ ਉੱਪਰ ਪ੍ਰਸ਼ਨ ਕੀ ਹੈ ਕਰ ਸਕਦਾ ਹੈ। ਉਸ ਤੋਂ ਬਾਅਦ ਸੰਸਦ ਦੇ ਕੁਝ ਵਿਸ਼ੇਸ਼ ਪ੍ਰਕਾਰ ਦੇ ਜਿਹੜੇ ਵਿਧੇਇਕ ਹੁੰਦੇ ਨੇਗੇ ਉਹਨਾਂ ਨੂੰ ਪ੍ਰਸਤੁਤ ਕਰਨ ਦਾ ਜਿਹੜਾ ਉਹ ਕੰਮ ਕਰ ਸਕਦਾ ਉਹ। ਉਸ ਤੋਂ ਬਾਅਦ ਕੀ ਹੈ, ਇੱਕ ਵਿਧੇਇਕ ਸੰਸਦ ਦੁਆਰਾ ਪਾਸ ਹੁੰਦਾ ਹੈ ਤਾਂ ਰਾਸ਼ਟਰਪਤੀ ਦੇ ਕੋਲ ਭੇਜਿਆ ਜਾਂਦਾ ਹੈ। ਹੁਣ ਉਸ ਦੇ ਕੋਲ ਕੀ ਹੈ, ਉਸ ਨੂੰ ਕੀ ਹੈ ਸਵੀਕ੍ਰਿਤੀ ਵੀ ਦੇ ਸਕਦਾ ਹੈ, ਰੋਕ ਵੀ ਸਕਦਾ ਹੈ ਅਤੇ ਪੁਨਰ ਵਿਚਾਰ ਦੇ ਲਈ ਕੀ ਹੈ ਭੇਜ ਵੀ ਸਕਦਾ, ਪਰ ਦੇਖੋ ਰੱਦ ਨਹੀਂ ਕਰ ਸਕਦਾ। ਇਹ ਚੀਜ਼ ਯਾਦ ਰੱਖਣੀ ਹੈ, ਮਨਾ ਨਹੀਂ ਕਰ ਸਕਦਾ। ਸਿਰਫ ਧਨ ਵਿਧੇਇਕ ਦੇ ਉੱਪਰ ਜਾਂ ਸੰਵਿਧਾਨ ਸੰਸ਼ੋਧਨ ਦੇ ਉੱਪਰ ਹੈ ਨਾ, ਸੰਸ਼ੋਧਨ ਦੇ ਉੱਪਰ ਵੀ ਇੱਕ ਤਾਂ ਧਨ ਵਿਧੇਇਕ ਦੇ ਉੱਪਰ ਅਤੇ ਇੱਕ ਹੁੰਦਾ ਗਾ ਸ਼ੋਧ ਬਿੱਲ ਜਿਹੜਾ ਹੁੰਦਾ, ਇਹਨਾਂ ਦੇ ਉੱਪਰ ਇਹ ਇਹੋ ਜਿਹੀ ਪਾਵਰ ਯੂਜ਼ ਨਹੀਂ ਕਰ ਸਕਦਾ ਵੀ ਜੇਕਰ ਆਪਾਂ ਦੇਖੀਏ ਰਾਸ਼ਟਰਪਤੀ ਜਿਹੜੀ ਪੁਨਰ ਵਿਚਾਰ ਵਾਲੀ ਹੈ। ਉਸ ਤੋਂ ਬਾਅਦ ਕਿਸੇ ਵੀ ਵਿਧੇਇਕ ਨੂੰ ਵੀਟੋ ਪਾਵਰ ਜਿਹੜੀ ਆ ਉਹ ਯੂਜ਼ ਕਰ ਸਕਦਾ ਹੈ ਨਾ। ਵਿੱਤੀ ਸ਼ਕਤੀਆਂ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ, ਵਿੱਤੀ ਸ਼ਕਤੀਆਂ ਦੇ ਵਿੱਚ ਇਹ ਜਿਹੜੀ ਲੈਜਿਸਲੇਟਿਵ ਪਾਵਰ ਦੇ ਵਿੱਚ ਇੱਕ ਹੋਰ ਰਹੇਗੀ ਵੀ ਜਿਹੜਾ ਹੁੰਦਾ 17ਵਾਂ ਵਸਾਨ ਹੁੰਦਾ ਗਾ ਹੈ ਨਾ, 17ਵਾਂ ਵਸਾਨ ਹੁੰਦਾ ਭਾਵ ਜਦੋਂ ਕਿਸੇ ਵੀ ਸਦਨ ਦਾ ਜਿਹੜਾ ਕੀ ਹੈ ਕੋਈ ਵੀ ਸੈਸ਼ਨ ਹੈ ਜਿਹੜਾ ਖ਼ਤਮ ਹੁੰਦਾ ਹੈ ਅਗਲੀ ਅਵਧੀ ਤੱਕ ਅਧਿਆਦੇਸ਼ ਕੀ ਹੈ ਜਾਰੀ ਕਰ ਸਕਦਾ ਹੈ ਨਾ, ਵੀ ਕੋਈ ਵੀ ਅਧਿਆਦੇਸ਼ ਜਾਰੀ ਕਰਨ ਦੀ ਜਿਹੜੀ ਸ਼ਕਤੀ ਹੈ 123 ਦੇ ਤਹਿਤ ਹੈਗੀ ਹੈ ਰਾਸ਼ਟਰਪਤੀ ਨੂੰ। ਅਤੇ ਜੇਕਰ ਆਪਾਂ ਦੇਖੀਏ 108 ਦੇ ਤਹਿਤ ਕੀ ਹੈ ਸੰਯੁਕਤ ਬੈਠਕ ਜਿਹੜੀ ਉਹ ਬੁਲਾ ਸਕਦਾ ਹੈ। ਤਾਂ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂਗੇ। ਉਸ ਤੋਂ ਬਾਅਦ ਚਾਹੇ ਆਪਾਂ AG ਦੀ ਗੱਲ ਕਰੀਏ, ਚਾਹੇ CAG ਦੀ ਗੱਲ ਕਰੀਏ, ਇਹਨਾਂ ਦੀ ਨਿਯੁਕਤੀ ਇੱਕ ਬੰਦਾ ਕਰ ਸਕਦਾ। ਰਿਪੋਰਟ ਪੇਸ਼ ਕਰਾਉਣ ਦੇ ਲਈ ਲਗਭਗ ਲੋਕ ਸਭਾ ਆਯੋਗ ਦੇ ਸਾਹਮਣੇ ਜਿਹੜੀ ਰਿਪੋਰਟ ਪੇਸ਼ ਕਰਦਾ ਹੈ ਰਾਸ਼ਟਰਪਤੀ ਦੇ ਕਹਿਣ 'ਤੇ। ਅੰਡਮਾਨ ਨਿਕੋਬਾਰ ਅਤੇ ਯੂਟੀ ਦੇ ਜਿੰਨੇ ਵੀ ਹੈਗੇ ਆ ਪ੍ਰਸ਼ਾਸਨ ਸੰਬੰਧੀ ਜਿਹੜੀ ਨਿਯਮ ਆ ਉਹ ਰਾਸ਼ਟਰਪਤੀ ਹੀ ਬਣਾਉਂਦਾ ਹੈ ਨਾ, ਰਾਸ਼ਟਰਪਤੀ ਬਣਾ ਸਕਦਾ। ਪਰ ਲੇਕਿਨ ਪੌਂਡੀਚੇਰੀ ਦੇ ਲਈ ਇਹ ਨਿਯਮ ਬਣਾ ਸਕਦਾ ਹੈ, ਪਰੰਤੂ ਕੇਵਲ ਜਿੱਥੋਂ ਕਿ ਵਿਧਾਨ ਸਭਾ ਨਿਲੰਬਿਤ ਹੋ ਉੱਥੋਂ ਕੀ ਹੈ ਵਿਘਟਿਤ ਅਵਸਥਾ ਦੇ ਵਿੱਚ ਹੋ ਸਕਦਾ ਹੈ। ਹੁਣ ਇੱਥੇ ਕੀ ਹੈ, ਚਾਹੇ ਦੀਪ ਸਮੂਹ ਹੈ, ਲਕਸ਼ਦੀਪ ਹੈ, ਨਗਰ ਹਵੇਲੀ ਹੈ, ਵਿਕਾਸ ਦੇ ਲਈ ਨਿਯਮ ਬਣਾ ਸਕਦਾ। ਪੌਂਡੀਚੇਰੀ ਦੇ ਲਈ ਸਿੱਧਾ ਕੀ ਹੈ ਨਿਯਮ ਵੀ ਬਣਾ ਸਕਦਾ। ਪੌਂਡੀਚੇਰੀ ਦੇ ਲਈ ਵੀ ਕੀ ਹੈ ਨਿਯਮ ਰਾਸ਼ਟਰਪਤੀ ਬਣਾ ਸਕਦਾ। ਇਹ ਥੋੜ੍ਹਾ ਜਿਹਾ ਧਿਆਨ ਰੱਖਣਾ, ਕਈ ਵਾਰ ਪੇਪਰਾਂ ਦੇ ਵਿੱਚ ਇਹ ਸਿੱਧਾ ਪੁੱਛ ਲਿਆ ਜਾਂਦਾ। ਉਸ ਤੋਂ ਬਾਅਦ ਜੇਕਰ ਆਪਾਂ ਫਾਈਨੈਂਸ਼ੀਅਲ ਪਾਵਰ ਦੇਖੀਏ ਤਾਂ ਸਭ ਤੋਂ ਵੱਡੀ ਕੀ ਹੈ ਜਿਹੜਾ ਆਪਾਂ ਦੇਖਦੇ ਹਾਂ ਇਹ ਕੀ ਹੈ ਧਨ ਵਿਧੇਇਕ। ਕੋਈ ਵੀ ਮਨੀ ਬਿੱਲ ਹੈਗਾ ਪਾਰਲੀਮੈਂਟ ਦੇ ਵਿੱਚ ਪ੍ਰੀਅਰ ਰਿਕਮੈਂਡੇਸ਼ਨ ਚਾਹੀਦੀ ਹੈ ਵੀ ਪੂਰਵ ਸਵੀਕ੍ਰਿਤੀ ਉਸਦੀ ਹੋਣੀ ਚਾਹੀਦੀ ਹੈ ਰਾਸ਼ਟਰਪਤੀ ਦੀ। ਉਸ ਤੋਂ ਬਾਅਦ ਜਿਹੜਾ ਵਾਰਸ਼ਿਕ ਵਿੱਤੀ ਵਿਵਰਣ ਹੈਗਾ ਸੰਸਦ ਦੇ ਸਮਕਸ਼ ਕੌਣ ਰੱਖਦਾ ਦੇਖੋ ਪੇਸ਼ ਤਾਂ ਕੌਣ ਕਰਦਾ ਹੈ। ਜੇਕਰ ਰੱਖਣ ਦੀ ਗੱਲ ਆਵੇ ਐਨੂਅਲ ਸਟੇਟਮੈਂਟ ਜਾਂ ਆਪਾਂ ਬਜਟ ਦੀ ਗੱਲ ਕਰੀਏ ਰਾਸ਼ਟਰਪਤੀ ਦੁਆਰਾ ਰੱਖਿਆ ਜਾਂਦਾ ਹੈ, ਪਰ ਲੇਕਿਨ ਪੇਸ਼ ਕਿਸ ਦੇ ਦੁਆਰਾ ਕੀਤਾ ਜਾਂਦਾ ਹੈ। ਦੇਖੋ ਰੱਖਣ ਦਾ ਸਾਹਮਣੇ ਰੱਖਣ ਦਾ ਅਤੇ ਪੇਸ਼ ਕਰਨਾ ਦੋਨੋਂ ਅਲੱਗ ਅਲੱਗ ਨੇ। ਪੇਸ਼ ਕਰਦਾ ਵਿੱਤ ਮੰਤਰੀ, ਪਰ ਰੱਖਿਆ ਤਾਂ ਰਾਸ਼ਟਰਪਤੀ ਦੁਆਰਾ ਜਾਂਦਾ ਹੈ। ਉਸ ਤੋਂ ਬਾਅਦ ਇੱਥੇ ਕੀ ਹੈ ਅਨੁਦਾਨ ਦੀ ਕੋਈ ਮੰਗ ਉਸਦੀ ਸਿਫਾਰਿਸ਼ ਦੇ ਬਿਨਾਂ ਨਹੀਂ ਹੋ ਸਕਦੀ।
ਮੰਨ ਲਓ ਕਿਸੇ ਨੇ ਕੋਈ ਵੀ ਡਿਮਾਂਡ ਜਿਹੜੀ ਆ ਕਰਨੀ ਆ ਅਨੁਦਾਨ ਕਿਸੇ ਵੀ ਡਿਪਾਰਟਮੈਂਟ ਦੁਆਰਾ, ਕਿਸੇ ਵੀ ਆਪਣਾ ਮੰਤਰੀ ਮੰਡਲ ਦੁਆਰਾ, ਹੈ ਨਾ, ਮੰਤਰੀ ਜਿਹੜੇ ਆਪਣੇ ਹੁੰਦੇ ਨੇ, ਇਹ ਮੰਤਰੀ ਮੰਡਲ ਹੁੰਦੇ ਨੇ, ਉਹਨਾਂ ਦੁਆਰਾ ਕਿਸੇ ਅਨੁਦਾਨ ਦੀ ਜਦੋਂ ਮੰਗ ਕੀਤੀ ਜਾਂਦੀ ਹੈ, ਉਸ ਦੀ ਸਿਫਾਰਿਸ਼ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ। ਭਾਰਤ ਦੇ ਜਿਹੜਾ ਆਸ਼ਮਿਕ ਨਿਧੀ ਜਿਹੜਾ ਆਪਾਂ ਦੇਖਿਆ ਸੀਗਾ, ਇੱਥੇ ਸੀਗਾ ਆਪਾਂ ਕੰਟੀਨਜੈਂਸੀ ਫੰਡ ਆਫ ਇੰਡੀਆ, ਹੈ ਨਾ, ਇਸ ਦਾ ਜਿਹੜਾ ਲਗਭਗ ਇੱਥੇ ਕਹਿ ਸਕਦਾ ਜੇਕਰ ਆਪਾਂ ਦੇਖੀਏ ਜਿਹੜਾ ਕੰਟੀਨਜੈਂਸੀ ਫੰਡ ਆਫ ਇੰਡੀਆ ਹੈ, ਇਸ ਦੇ ਉੱਪਰ ਵੀ ਜਿਹੜੀ ਪਾਵਰ ਹੈਗੀ ਹੈ ਰਾਸ਼ਟਰਪਤੀ ਕੋਲ ਹੈਗੀ ਹੈ ਕਿ ਵਿੱਤ ਸਚਿਵ ਨੂੰ ਕਹਿ ਸਕਦਾ ਵੀ ਪੈਸੇ ਕੱਢਣ ਦੇ ਲਈ ਜਾਂ ਕੋਈ ਐਡਵਾਂਸ ਦੇ ਵਿੱਚ ਕੋਈ ਹੋਰ ਇਸ ਤਰ੍ਹਾਂ ਦਾ ਕੁਝ ਆ ਜਾਂਦਾ ਹੈ ਨਾ, ਭੁਗਤਾਨ ਕਰਨਾ ਪੈ ਸਕਦਾ ਕਿ ਕੋਈ ਅਨਕੰਡੀਸ਼ਨਲੀ ਕੋਈ ਇਹੋ ਜਿਹੀ ਘਟਨਾ ਹੋ ਜਾਵੇ ਦੇਸ਼ ਦੇ ਵਿੱਚ, ਤਾਂ ਇਹੋ ਜਿਹੀ ਪਾਵਰ ਰਾਸ਼ਟਰਪਤੀ ਦੇ ਕੋਲ ਹੈਗੀ ਹੈ। ਉਸ ਤੋਂ ਬਾਅਦ ਆਪਾਂ ਜੇਕਰ ਦੇਖੀਏ ਕੇਂਦਰ ਅਤੇ ਰਾਜਾਂ ਦੇ ਵਿੱਚ ਰਾਜ ਸਭਾ ਦਾ ਜਿਹੜਾ ਬਟਵਾਰਾ ਹੁੰਦਾ ਗਾ, ਹੈ ਨਾ, ਇਹ ਜਿਹੜਾ ਫਾਈਨਾਂਸ ਕਮਿਸ਼ਨ ਹੈ ਨਾ, 5 ਸਾਲ ਦੇ ਲਈ ਜਿਹੜਾ ਰਿਕਮੈਂਡ ਕਰ ਸਕਦਾ ਡਿਸਟਰੀਬਿਊਸ਼ਨ ਆਫ ਰੈਵਨਿਊ ਬਿਟਵੀਨ ਦੀ ਸਟੇਟ ਐਂਡ ਸੈਂਟਰ। ਕਾਫੀ ਜਿਹੜੀਆਂ ਪਾਵਰ ਹੈਗੀਆਂ। ਉਸ ਤੋਂ ਬਾਅਦ ਜੁਡੀਸ਼ੀਅਲ ਪਾਵਰ ਦੇ ਵਿੱਚ ਆਪਾਂ ਦੇਖਦੇ ਹਾਂ ਸਭ ਤੋਂ ਵੱਡਾ ਕੀ ਹੈ, ਅਪੋਇੰਟਮੈਂਟ ਆਫ ਚੀਫ ਜਸਟਿਸ ਐਂਡ ਸੁਪਰੀਮ ਕੋਰਟ ਦੇ, ਹੈ ਨਾ, ਸੁਪਰੀਮ ਕੋਰਟ ਦੇ ਚੀਫ ਜਸਟਿਸ ਹੈਗੇ ਆ ਅਤੇ ਹੋਰ ਜੱਜ ਹੈਗੇ ਆ। ਹਾਈ ਕੋਰਟ ਦੇ ਚੀਫ ਜਸਟਿਸ ਵੀ ਇਹਨਾਂ ਦੁਆਰਾ ਜਿਹੜੇ ਅਪੋਇੰਟ ਕੀਤੇ ਜਾਂਦੇ ਆ। ਉਸ ਤੋਂ ਬਾਅਦ ਕੀ ਹੈ, ਐਡਵਾਈਜ਼ ਕੀ ਹੈ ਲੈ ਸਕਦਾ 143 ਆਰਟੀਕਲ ਦੇ ਤਹਿਤ ਪਰਾਮਰਸ਼ ਕਰ ਸਕਦਾ ਹੈਗਾ ਚੀਫ ਜਸਟਿਸ ਆਫ ਇੰਡੀਆ ਦੇ ਨਾਲ। ਉਸ ਤੋਂ ਬਾਅਦ ਜੇਕਰ ਆਪਾਂ ਦੇਖੀਏ ਅੰਨੇ ਮਾਮਲਿਆਂ ਦੇ ਵਿੱਚ ਜਿਵੇਂ ਸੈਨਿਕ ਅਦਾਲਤ ਦੇ ਵਿੱਚ ਗਈ ਹੋਵੇ, ਹੈ ਨਾ, ਕੋਈ ਕੇਂਦਰੀ ਵਿਧੀਆਂ ਦੇ ਵਿਰੁੱਧ ਅਪਰਾਧ ਦੇ ਲਈ ਕੋਈ ਸਜ਼ਾ ਹੋਈ ਹੋਵੇ, ਉਹਨਾਂ ਮਾਮਲਿਆਂ ਦੇ ਵਿੱਚ ਦੰਡ ਦਾ ਸਵਰੂਪ ਪ੍ਰਮਾਣ ਕੇ ਦੰਡ ਨਾ ਹੋਵੇ। ਹੁਣ ਇੱਥੇ ਕੀ ਹੈ, ਕਾਫੀ ਸਾਰੇ ਦੰਡ ਵੀ ਉਹ ਮਾफ़ ਕਰ ਸਕਦਾ, ਹੈ ਨਾ। ਇੱਥੇ ਆਪਣੇ ਕੋਲ ਕੀ ਹੈ, ਪਾਰਡਨ, ਰਿਪਰਾਈਵ, ਰਿਸਪਾਈਟ, ਰਮਿਸ਼ਨ, ਠੀਕ ਹੈ, ਇਹ ਸਸਪੈਂਡ ਔਰ ਰਿਮਿਟ, ਲਗਭਗ ਉਹਨਾਂ ਨੂੰ ਕੰਪਲੀਟਲੀ ਮਾफ़ ਵੀ ਕਰ ਸਕਦਾ ਅਤੇ ਜਿਹੜਾ ਫਾਂਸੀ ਦੀ ਸਜ਼ਾ ਹੈ ਉਸ ਨੂੰ ਮਾफ़ ਕਰਵਾ ਸਕਦਾ ਹੈ, ਠੀਕ ਹੈ। ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਵਾ ਸਕਦਾ, ਪਰ ਇਹ ਨਹੀਂ ਕਰ ਸਕਦਾ ਉਮਰ ਕੈਦ ਨੂੰ, ਹੈ ਨਾ, ਉਮਰ ਕੈਦ ਨੂੰ ਫਾਂਸੀ ਦੀ ਸਜ਼ਾ ਦੇ ਵਿੱਚ ਤਬਦੀਲ ਨਹੀਂ ਕਰਵਾ ਸਕਦਾ, ਇਹ ਤਾਂ ਪਾਵਰ ਨਹੀਂ ਹੈਗੀ। ਪਰ ਲੇਕਿਨ ਫਾਂਸੀ ਨੂੰ ਕੈਦ ਵਿੱਚ ਬਦਲਵਾ ਸਕਦਾ, ਫਾਂਸੀ ਦੀ ਸਜ਼ਾ ਨੂੰ ਕੈਦ ਵਿੱਚ ਬਦਲਵਾ ਸਕਦਾ ਜਾਂ ਹੋਰ ਰਮਿਸ਼ਨ ਜਿਹੜੀਆਂ ਦਿਲਵਾ ਸਕਦਾ। ਇਹ ਰਾਸ਼ਟਰਪਤੀ ਦੇ ਹੱਥ ਜਿਹੜੀ ਪਾਵਰ ਹੈਗੀ ਹੈ। ਅਤੇ ਇਸੇ ਬਿਹਾਫ ਦੇ ਉੱਪਰ ਆਪਾਂ ਦੇਖਦੇ ਹਾਂ ਕਿ ਜਿਹੜਾ ਸਟੇਟ ਦਾ ਗਵਰਨਰ ਜਨਰਲ ਹੁੰਦਾ ਉਹਦੇ ਕੋਲ ਵੀ ਇਹੋ ਜਿਹੀਆਂ ਪਾਵਰਾਂ ਹੁੰਦੀਆਂ ਨੇ ਅਤੇ ਉਹ ਆਪਣੇ ਆਧਾਰ 'ਤੇ ਜਿਹੜੀ ਇਹ ਚੀਜ਼ਾਂ ਕਰ ਸਕਦਾ। ਇਸ ਤੋਂ ਆਪਾਂ ਦੇਖਦੇ ਹਾਂ ਕਿ ਫਿਰ ਹੁੰਦੀਆਂ ਨੇ ਡਿਪਲੋਮੈਟਿਕ ਪਾਵਰ ਹੁੰਦੀਆਂ ਨੇ। ਡਿਪਲੋਮੈਟਿਕ ਪਾਵਰ ਦੇ ਵਿੱਚ ਕੀ ਹੁੰਦਾ ਗਾ, ਆਪਣਾ ਕੂਟਨੀਤਿਕ ਸ਼ਕਤੀਆਂ। ਇਸ ਦੇ ਵਿੱਚ ਕੀ ਹੈ, ਜਿੰਨੇ ਵੀ ਅੰਤਰਰਾਸ਼ਟਰੀ ਸਮਝੌਤੇ ਹੁੰਦੇ ਨੇਗੇ, ਅੰਤਰਰਾਸ਼ਟਰੀ ਸਮਝੌਤੇ ਹੁੰਦੇ ਨੇਗੇ ਉਹ ਰਾਸ਼ਟਰਪਤੀ ਦੇ ਨਾਮ 'ਤੇ ਕੀਤੇ ਜਾਂਦੇ ਨੇਗੇ। ਪਰ ਲੇਕਿਨ ਇੱਥੇ ਇੱਕ ਹੋਰ ਚੀਜ਼ ਹੈ, ਅਪਰੂਵਲ ਆਫ ਪਾਰਲੀਮੈਂਟ ਦੀ ਜਿਹੜੀ ਹੈ ਨਾ, ਅਪਰੂਵਲ ਆਫ ਪਾਰਲੀਮੈਂਟ ਦੀ ਜਿਹੜੀ ਇੱਥੇ ਚਾਹੀਦੀ ਹੈ, ਭਾਵ ਸੰਸਦ ਦੀ ਅਨੁਮਤੀ ਇੱਥੇ ਜ਼ਰੂਰੀ ਹੈ। ਚਾਹੇ ਮੰਚ ਦੇ ਉੱਪਰ ਭਾਰਤ ਦਾ ਪ੍ਰਤੀਨਿਧਤਵ ਕਰਦਾ ਹੈ, ਰਾਜਦੂਤ, ਉਚਾਯੁਕਤ ਜਿਹੜਾ ਭੇਜਦਾ ਹੈ ਅਤੇ ਉਹਨਾਂ ਦਾ ਸਵਾਗਤ ਕਰਦਾ ਹੈ, ਇਹ ਸਾਰੀ ਚੀਜ਼ ਹੈਗੀ ਆ। ਹਾਈ ਕਮਿਸ਼ਨਰ ਭੇਜੇ ਜਾਂਦੇ ਨੇ, ਰਾਜਦੂਤ ਭੇਜੇ ਜਾਂਦੇ ਨੇ, ਇਸ ਤਰ੍ਹਾਂ ਉਚਾਯੁਕਤ, ਹੈ ਨਾ, ਇਹ ਲਗਭਗ ਸਾਰੇ ਕੀ ਰਾਸ਼ਟਰਪਤੀ ਦੁਆਰਾ ਕੀਤੇ ਜਾਂਦੇ ਨੇ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਮਿਲਟਰੀ ਪਾਵਰ ਜਿਹੜੀਆਂ ਹੁੰਦੀਆਂ ਨੇ। ਮਿਲਟਰੀ ਪਾਵਰ ਦੇ ਵਿੱਚ ਕਿਹਾ ਜਾਂਦਾ ਹੈ ਤਿੰਨੋਂ ਸੈਨਾਵਾਂ ਦਾ ਅਧਿਕਸ਼ ਇਸ ਨੂੰ, ਜਿਹੜੇ ਪ੍ਰਮੁੱਖ ਦੀ ਨਿਯੁਕਤੀ ਇਸ ਨੂੰ ਕਿਹਾ ਜਾਂਦਾ, ਅਤੇ ਸਰਵ ਉੱਚ ਸੈਨਾਪਤੀ ਇਸੇ ਨੂੰ ਕਿਹਾ ਜਾਂਦਾ ਅਤੇ ਸ਼ਮਤਾ ਥਲ ਸੈਨ ਯੁੱਧ ਦੀ ਘੋਸ਼ਣਾ ਕਿੰਤੂ ਸੰਸਦ ਦੀ ਅਨੁਮਤੀ ਦੇ ਅਨੁਸਾਰ। ਇੱਥੇ ਫਿਰ ਉਹੀ ਹੈ, ਸਬਜੈਕਟ ਟੂ ਦਾ ਅਪਰੂਵਲ ਆਫ ਪਾਰਲੀਮੈਂਟ, ਸਬਜੈਕਟ ਟੂ ਦਾ ਅਪਰੂਵਲ ਆਫ ਪਾਰਲੀਮੈਂਟ, ਇਹ ਸ਼ਬਦ ਜ਼ਰੂਰ ਧਿਆਨ ਰੱਖਣੇ ਆ, ਕਾਫੀ ਮਹੱਤਵਪੂਰਨ ਜਿਹੜੇ ਹੋ ਜਾਂਦੇ ਨੇ ਕਿ ਸੰਸਦ ਦੀ ਅਨੁਮਤੀ ਦੇ ਨਾਲ ਹੀ ਉਹਨਾਂ ਸਾਰੀ ਚੀਜ਼ਾਂ ਦੀ ਕੀ ਹੈ ਨਿਯੁਕਤੀ ਰਾਸ਼ਟਰਪਤੀ ਦੁਆਰਾ ਜਿਹੜੀ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਆਪਾਂ ਨੂੰ ਐਮਰਜੈਂਸੀ ਪਾਵਰ ਪਤਾ ਹੀ ਹੈ, ਆਪਾਤਕਾਲੀਨ ਸ਼ਕਤੀਆਂ ਹੈਗੀਆਂ ਨੇ 352 ਦੇ ਵਿੱਚ, ਆਪਾਂ ਨੂੰ ਪਤਾ ਹੈ ਰਾਸ਼ਟਰੀ ਆਪਾਤਕਾਲ, 356 ਦੇ ਵਿੱਚ ਸਟੇਟ ਦੇ ਵਿੱਚ ਜਿਹੜਾ ਰਾਸ਼ਟਰਪਤੀ ਸ਼ਾਸਨ ਲੱਗਦਾ, 365 ਥੋੜ੍ਹਾ ਜਿਹਾ ਇੱਥੇ ਫਿਰ ਐਕਟਿਵ ਹੋ ਜਾਂਦਾ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ 360 ਦੇ ਰਾਹੀਂ ਆਪਾਂ ਕੀ ਹੈ ਵਿੱਤੀ ਜਿਹੜਾ ਆਪਾਤਕਾਲ ਹੈ ਉਹ ਰਾਸ਼ਟਰਪਤੀ ਦੁਆਰਾ ਲਾਗੂ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਵੀਟੋ ਪਾਵਰ। ਵੀਟੋ ਪਾਵਰ ਵੀ ਕਾਫੀ ਵੱਡਾ ਕੰਸੈਪਟ ਹੈ। ਇੱਥੇ ਕੀ ਹੁੰਦਾ ਗਾ, ਕਿਸੇ ਵੀ ਬਿੱਲ ਦੇ ਉੱਪਰ ਇਹ ਕੀ ਹੈ, ਭਾਰਤੀ ਸੰਵਿਧਾਨ ਦੇ ਆਰਟੀਕਲ 111 ਦੇ ਤਹਿਤ, ਹੈ ਨਾ, 111 ਦੇ ਤਹਿਤ ਉਸਦੇ ਕੋਲ 3 ਅਲਟਰਨੇਟਿਵ ਹੁੰਦੇ ਨੇਗੇ। ਉਹ ਕਿਸੇ ਬਿੱਲ ਨੂੰ ਯੈਸ ਕਰ ਸਕਦਾ ਹੈ, ਕਿਸੇ ਬਿੱਲ ਨੂੰ ਰੋਕ ਸਕਦਾ ਹੈ, ਕਿਸੇ ਬਿੱਲ ਨੂੰ ਪੁਨਰ ਵਿਚਾਰ ਦੇ ਲਈ ਜਿਹੜਾ ਭੇਜ ਸਕਦਾ, ਪਰ ਲੇਕਿਨ ਕੈਂਸਲ ਨਹੀਂ ਕਰ ਸਕਦਾ। ਇੰਨੀ ਪਾਵਰ ਰਾਸ਼ਟਰਪਤੀ ਕੋਲ ਨਹੀਂ ਹੈਗੀ ਵੀ ਉਹ ਕਿਸੇ ਬਿੱਲ ਨੂੰ ਕੈਂਸਲ ਕਰ ਦੇਵੇ।
ਹਾਂ ਇੰਨਾ ਕੁ ਹੋ ਸਕਦਾ ਵੀ ਰਾਸ਼ਟਰਪਤੀ ਨੂੰ ਐਂ ਲੱਗੇ ਹੁਣ ਚੋਣਾਂ ਹੋ ਰਹੀਆਂ ਨੇ ਉਹ ਰੋਕ ਲਵੇ, ਅਤੇ ਆਉਣ ਵਾਲੀ ਸਰਕਾਰ ਦਾ ਪਤਾ ਹੀ ਹੈ ਵੀ ਉਸ ਬਿੱਲ ਨੂੰ ਤਾਂ ਰੱਦ ਕਰਨਾ ਹੀ ਹੈ। ਉਹ ਜਿਹੜੀ ਪਾਵਰ ਹੈ ਰਾਸ਼ਟਰਪਤੀ ਦੁਆਰਾ ਜਿਹੜੀ ਹੈਗੀ ਹੈ। ਹੁਣ ਆਪਾਂ ਦੇਖਦੇ ਹਾਂ ਰਾਸ਼ਟਰਪਤੀ ਦੇ ਕੋਲ ਹੋਰ ਕਿਹੜੀਆਂ ਪਾਵਰਾਂ ਹੈਗੀਆਂ ਨੇ, ਕਾਫੀ ਮਹੱਤਵਪੂਰਨ ਨੇ, ਜੋ ਰਾਸ਼ਟਰਪਤੀ ਨੂੰ ਵਧੀਆ ਯੋਗ ਸ਼ਾਸਨ ਪ੍ਰਸ਼ਾਸਨ ਦੇਣ ਦੇ ਲਈ ਆਪਣੇ ਭਾਰਤ ਦੇ ਵਿੱਚ ਅਪੋਇੰਟ ਕਰਨ ਦੀ ਜਿਹੜੀ ਸੁਵਿਧਾਵਾਂ ਦਿੰਦੀ ਹੈ। ਹੁਣ ਜੇਕਰ ਆਪਾਂ ਦੇਖੀਏ ਤਾਂ ਕਾਫੀ ਜਿਹੜੀ ਮਹੱਤਵਪੂਰਨ ਚੀਜ਼ ਹੈ ਵੀ ਅਲੱਗ ਅਲੱਗ ਪ੍ਰਕਾਰ ਦੀ ਜਿਹੜੀ ਵੀਟੋ ਹੈ ਜਾਂ ਵੀਟੋ ਪਾਵਰ ਹੈ ਰਾਸ਼ਟਰਪਤੀ ਨੂੰ ਦਿੱਤੀ ਗਈ ਹੈ। ਉਸਦੇ ਦੋ ਰੀਜ਼ਨ ਸੀਗੇ, ਜਾਂ ਤਾਂ ਕੀ ਸੀਗਾ ਕੋਈ ਅਸੰਵਿਧਾਨਿਕ ਚੀਜ਼ਾਂ ਜਿਹੜੀਆਂ ਭਾਰਤ ਦੇ ਵਿੱਚ ਨਾ ਹੋ ਜਾਣ, ਹੈ ਨਾ, ਅਸੰਵਿਧਾਨਿਕ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਰੋਕਣ ਦੇ ਲਈ, ਜਾਂ ਕਾਨੂੰਨ ਸੀਗਾ ਉਹਨਾਂ ਨੂੰ ਰੋਕਣ ਦੇ ਲਈ। ਇੱਕ ਸੀਗਾ ਸੰਸਦ ਦੀ ਜਲਦਬਾਜ਼ੀ, ਜਿਹੜੀ ਸੰਸਦ ਜਿਹੜੀ ਜਲਦਬਾਜ਼ੀ ਦੇ ਵਿੱਚ ਕੋਈ ਕਾਨੂੰਨ ਹੈ ਜਿਹੜਾ ਬਣਾ ਦਿੰਦੀ ਹੈ, ਅਤੇ ਰਾਸ਼ਟਰਪਤੀ ਨੂੰ ਲੱਗੇ ਵੀ ਕਿਸੇ ਸਟੇਟ ਦੇ ਵਿੱਚ ਫੇਵਰ ਦੇ ਵਿੱਚ ਨਹੀਂ ਹੈਗਾ, ਜਾਂ ਕੋਈ ਹੋਰ ਘਟਨਾਵਾਂ ਭਾਰਤ ਦੇ ਵਿੱਚ ਇਸ ਤਰ੍ਹਾਂ ਦੀਆਂ ਹੋ ਸਕਦੀਆਂ ਨੇ ਜਿਹਦੇ ਨਾਲ ਕੀ ਹੈ ਸੰਘ ਦੀ ਜਿਹੜਾ ਮੌਲਿਕ ਢਾਂਚੇ ਦੇ ਉੱਪਰ ਕਿਤੇ ਨਾ ਕਿਤੇ ਪ੍ਰਹਾਰ ਹੁੰਦਾ, ਉਹ ਚੀਜ਼ ਦੇ ਉੱਪਰ ਰਾਸ਼ਟਰਪਤੀ ਕੀ ਹੈ ਥੋੜ੍ਹਾ ਬਹੁਤਾ ਵੀਟੋ ਪਾਵਰ ਰੱਖਦਾ ਹੈ। ਹੁਣ ਇਸ ਦੇ ਸੰਬੰਧ ਦੇ ਵਿੱਚ ਕਈ ਪ੍ਰਕਾਰ ਦੀ ਜਿਹੜੀ ਆ ਵੀਟੋ ਪਾਵਰ ਹੁੰਦੀ ਹੈ। ਇੱਕ ਸਭ ਤੋਂ ਪਹਿਲਾਂ ਜਦੋਂ ਆਪਾਂ ਦੇਖਦੇ ਹਾਂ ਐਬਸੋਲਿਊਟ ਵੀਟੋ ਪਾਵਰ। ਹੁਣ ਇਹਦਾ ਕੰਸੈਪਟ ਜਾਣਨ ਦੇ ਲਈ ਥੋੜ੍ਹਾ ਜਿਹਾ ਦਿਮਾਗ ਦੇ ਉੱਪਰ ਜ਼ੋਰ ਲਗਾਉਣਾ ਪਊਗਾ ਕਿ ਇਸ ਸੰਬੰਧੀ ਜਿਹੜੀ ਉਹ ਸ਼ਕਤੀ ਹੈ ਸੰਸਦ ਦੁਆਰਾ ਕਿਸੇ ਵੀ ਜੋ ਬਿੱਲ ਪਾਸ ਹੁੰਦਾ ਹੈ ਉਸ ਨੂੰ ਆਪਣੇ ਪਾਸ ਕੀ ਹੈ ਸੁਰੱਖਿਅਤ ਰੱਖ ਸਕਦਾ ਹੈ ਨਾ। ਕੋਈ ਵੀ ਬਿੱਲ ਹੈ ਵਿਦ ਹੋਲਡ ਕਰ ਸਕਦਾ, ਉਸਨੂੰ ਰੋਕ ਸਕਦਾ ਹੈ, ਜਿਹੜਾ ਵੀ ਹੈਗਾ ਐਬਸੋਲਿਊਟ ਵੀਟੋ ਦੇ ਵਿੱਚ। ਹੁਣ ਐਬਸੋਲਿਊਟ ਵੀਟੋ ਪਾਵਰ ਦੇ ਵਿੱਚ ਕੀ ਹੁੰਦਾ ਗਾ, ਸਭ ਤੋਂ ਪਹਿਲਾਂ ਤਾਂ ਕੀ ਹੁੰਦਾ, ਪ੍ਰਾਈਵੇਟ ਜਿਹੜੇ ਮੈਂਬਰ ਹੁੰਦੇ ਨੇ ਉਹਨਾਂ ਦੇ ਬਿੱਲ ਜਾਂ ਪਾਸ ਹੋ ਜਾਣ ਜੇਕਰ ਸੰਸਦ ਦੇ ਵਿੱਚ, ਤਾਂ ਪਾਰਲੀਮੈਂਟ ਲਗਭਗ ਰਾਸ਼ਟਰਪਤੀ ਦੁਆਰਾ ਇਹ ਚੀਜ਼ਾਂ ਇਸ ਬਿੱਲ ਨੂੰ ਰੋਕ ਲਿਆ ਜਾਂਦਾ। ਉਸ ਤੋਂ ਬਾਅਦ ਇੱਕ ਜਿਹੜੀ ਚੀਜ਼ ਹੁੰਦੀ ਹੈ, ਆਪਾਂ ਦੇਖਦੇ ਹਾਂ ਮੰਨ ਲਓ ਲੋਕ ਸਭਾ ਦਾ ਵਿਘਟਨ ਹੋ ਗਿਆ ਅਤੇ ਨਵੀਂ ਕੈਬਨਿਟ ਆਈ ਹੈ, ਠੀਕ ਹੈ, ਉਸਦੀ ਐਡਵਾਈਸ ਦੇ ਨਾਲ ਵੀ ਜਿਹੜੇ ਪੁਰਾਣੇ ਬਿੱਲ ਨੂੰ ਹੈ ਉਹ ਰਾਸ਼ਟਰਪਤੀ ਕੀ ਹੈ ਅਸੈਂਟ ਮਾਦ ਜਿਹੜਾ ਵਿਦ ਹੋਲਡ ਜਾਂ ਉਹਨੂੰ ਖ਼ਤਮ ਕਰਨ ਦੀ ਪਾਵਰ ਰਾਸ਼ਟਰਪਤੀ ਕੋਲ ਹੈਗੀ ਹੈ। ਤਾਂ ਇਸ ਸੰਬੰਧ ਦੇ ਵਿੱਚ ਜੇਕਰ ਆਪਾਂ ਦੇਖੀਏ 1954 ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਪੈਪਸੂ ਦੇ ਨਾਲ ਸੰਬੰਧਿਤ ਜਿਹੜਾ ਬਿੱਲ ਸੀਗਾ, ਹੈ ਨਾ, ਉਸ ਦੇ ਉੱਪਰ ਰੋਕ ਕੇ ਰੱਖਿਆ ਸੀਗਾ ਡਾਕਟਰ ਰਾਜਿੰਦਰ ਪ੍ਰਸਾਦ ਨੇ। ਜੇਕਰ ਆਪਾਂ ਸਭ ਤੋਂ ਪਹਿਲਾਂ ਘਟਨਾ ਦੇਖ ਲਈਏ 1954 ਦੇ ਵਿੱਚ ਪੈਪਸੂ ਦਾ ਜਿਹੜਾ ਬਿੱਲ ਸੀਗਾ, ਪੈਪਸੂ ਰਾਜ ਦੇ ਉੱਪਰ ਜਿਹੜਾ ਬਿੱਲ ਬਣਾਇਆ ਗਿਆ ਸੀਗਾ ਉਸ ਦੇ ਉੱਪਰ ਲਗਭਗ ਸ਼ਾਸਨ ਲਾਗੂ, ਕਿਉਂਕਿ ਇਸ ਵਿਧੇਇਕ ਦੇ ਦੁਆਰਾ ਸੰਸਦ ਦੁਆਰਾ ਪਾਸ ਕੀਤਾ ਗਿਆ ਜਦੋਂ ਪੈਪਸੂ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਸੀਗਾ, ਪਰੰਤੂ ਵਿਧੇਇਕ ਸਵੀਕ੍ਰਿਤੀ ਦੇ ਲਈ ਰਾਸ਼ਟਰਪਤੀ ਦੇ ਕੋਲ ਭੇਜ ਦਿੱਤਾ ਗਿਆ ਅਤੇ ਰਾਸ਼ਟਰਪਤੀ ਸ਼ਾਸਨ ਕੀ ਸੀਗਾ ਹਟਾ ਲਿਆ ਸੀਗਾ। ਹੁਣ ਇਸ ਤਰ੍ਹਾਂ 1991 ਦੇ ਵਿੱਚ ਫਿਰ ਜਿਹੜਾ ਸੀਗਾ ਆਰ ਵੈਕਟਰ ਮਨਨੇਵੀ ਜਿਹੜਾ ਸੀਗਾ ਜਿਹੜਾ ਹੈਗਾ 1991 ਦੇ ਵਿੱਚ ਫਿਰ ਆਪ ਦੀ ਜਿਹੜੀ ਐਬਸੋਲਿਊਟ ਵੀਟੋ ਪਾਵਰ ਦੀ ਯੂਜ ਕੀਤਾ ਸੀਗਾ। ਇਸ ਦੇ ਵਿੱਚ ਕੀ ਸੀਗਾ ਸੈਲਰੀ ਅਲਾਊਂਸ ਪੈਨਸ਼ਨ ਉਹ ਪਾਰਲੀਮੈਂਟ ਮੈਂਬਰ ਦੇ ਸੀਗੇ ਇਹਨਾਂ ਦੇ, ਹੈ ਨਾ, ਅਤੇ ਲਗਭਗ ਉਸ ਨੂੰ ਰੋਕ ਰੱਖਿਆ ਸੀਗਾ। ਅਤੇ ਲੋਕ ਸਭਾ ਵਿਘਟਿਤ ਹੋਣ ਦੇ ਇੱਕ ਦਿਨ ਪਹਿਲਾਂ ਰਾਸ਼ਟਰਪਤੀ ਦੀਆਂ ਸਿਫਾਰਸ਼ਾਂ ਨੂੰ ਪ੍ਰਾਪਤ ਕੀਤੇ ਬਿਨਾਂ ਹੀ ਜਿਹੜਾ ਸੀਗਾ ਪਾਰਿਤ ਕਰ ਦਿੱਤਾ ਗਿਆ ਸੀਗਾ। ਹੁਣ ਇਸੇ ਚੀਜ਼ ਕੀ ਸੀਗੇ ਅਗਲੀ ਜਿਹੜੀ ਆਪਾਂ ਦੇਖਦੇ ਹਾਂ ਵੀ 2 ਵਾਰੀ ਆਪਣਾ ਕੀ ਹੈ ਵਿਦ ਹੋਲਡ ਕੀਤਾ ਗਿਆ, ਅਤੇ ਅਗਲਾ ਜਿਹੜਾ ਕੀ ਹੈ ਆਪਣੀ ਸਸਪੈਂਸਿਵ ਵੀਟੋ, ਇਸ ਨੂੰ ਨਿਲੰਬਕਾਰੀ ਵੀਟੋ ਵੀ ਕਿਹਾ ਜਾਂਦਾ। ਸਸਪੈਂਸਿਵ ਵੀਟੋ ਇਹ ਆਪਾਂ ਦੇਖਦੇ ਹਾਂ ਕਾਫੀ ਮਹੱਤਵਪੂਰਨ ਵੀਟੋ ਹੈ, ਪਰ ਲੇਕਿਨ ਇਹ ਲਗਭਗ ਸਾਰੀਆਂ ਮੰਤਰੀ ਮੰਡਲ ਦੀ ਸਲਾਹ 'ਤੇ ਹੁੰਦੀਆਂ ਨੇ, ਅਤੇ ਰਾਸ਼ਟਰਪਤੀ ਲਗਭਗ ਆਪਾਂ ਕਹਿ ਸਕਦੇ ਹਾਂ ਕਠਪੁਤਲੀ ਦੇ ਤੌਰ 'ਤੇ ਭਾਰਤ ਦੇ ਵਿੱਚ ਸ਼ਾਸਨ ਕਰਦਾ। ਹੁਣ ਸਸਪੈਂਸਿਵ ਵੀਟੋ ਕੀ ਹੁੰਦੀ ਹੈ ਕਿ ਉਹ ਲਗਭਗ ਆਪਾਂ ਦੇਖਦੇ ਹਾਂ ਵੀ ਮੰਨ ਲਓ ਕੋਈ ਬਿੱਲ ਆਉਂਦਾ ਰਾਸ਼ਟਰਪਤੀ ਦੇ ਕੋਲ, ਅਤੇ ਰਾਸ਼ਟਰਪਤੀ ਉਸ ਨੂੰ ਕੀ ਕਹਿੰਦਾ ਦੁਬਾਰਾ ਕੀ ਹੈ ਪ੍ਰਯੋਗ ਕਰਦਾ, ਅਤੇ ਉਸ ਨੂੰ ਸੰਸਦ ਦੁਆਰਾ ਪੁਨਰ ਵਿਚਾਰ ਦੇ ਲਈ ਕਿਸੇ ਬਿੱਲ ਨੂੰ ਜਦੋਂ ਭੇਜਦਾ, ਪੁਨਰ ਵਿਚਾਰ ਕਰਨ ਦੇ ਲਈ ਜੇਕਰ ਭੇਜਦਾ। ਅਤੇ ਪਰ ਲੇਕਿਨ ਇੱਥੇ ਇੱਕ ਹੋਰ ਚੀਜ਼ ਹੈ, ਇਸ ਨੂੰ ਜਿਹੜੀ ਸੰਸਦ ਹੈ ਇਸ ਵੀਟੋ ਪਾਵਰ ਨੂੰ ਆਰਾਮ ਨਾਲ ਜਿਹੜਾ ਸਿੰਪਲ ਮੈਜੋਰਟੀ ਦੇ ਨਾਲ ਉਸ ਬਿੱਲ ਨੂੰ ਪਾਸ ਕਰਕੇ ਦੁਬਾਰਾ ਜੇਕਰ ਰਾਸ਼ਟਰਪਤੀ ਦੇ ਕੋਲ ਭੇਜ ਦੇਵੇ ਤਾਂ ਰਾਸ਼ਟਰਪਤੀ ਨੂੰ ਕੀ ਹੈ ਆਪਣੀ ਪਰਮਿਸ਼ਨ ਕੀ ਹੈ ਉਸ ਦੇ ਉੱਪਰ ਦੇਣੀ ਪਊਗੀ, ਠੀਕ ਹੈ। ਪ੍ਰੈਜ਼ੀਡੈਂਟ ਟੂ ਗਿਵ ਹਿਜ ਅਸੈਂਟ ਟੂ ਦਾ ਬਿੱਲ, ਮਤਲਬ ਇੱਥੇ ਕੀ ਹੈ। ਹੁਣ ਅਗਲਾ ਜਿਹੜੀ ਕਹਾਣੀ ਆਪਾਂ ਦੇਖਦੇ ਹਾਂ ਕਿ ਇਹ ਜਿਹੜਾ ਹੈ ਧਨ ਬਿੱਲ ਦੇ ਉੱਪਰ ਮਨੀ ਬਿੱਲ ਦੇ ਉੱਪਰ ਇਹ ਚੀਜ਼ ਬਿਲਕੁਲ ਵੀ ਲਾਗੂ ਨਹੀਂ ਹੋ ਸਕਦੀ। ਅਤੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਅਮੈਂਡਮੈਂਟ ਬਿੱਲ ਹੁੰਦੇ ਨੇ ਜਿਹੜੇ ਉਹਨਾਂ ਦੇ ਉੱਪਰ ਰਾਸ਼ਟਰਪਤੀ ਆਪ ਦੀ ਇਸ ਪਾਵਰ ਦਾ ਜਿਹੜਾ ਬਿੱਲ ਯੂਜ ਹੈ ਉਹ ਨਹੀਂ ਕਰ ਸਕਦਾ। ਅਤੇ ਕਿਉਂਕਿ ਧਨ ਵਿਧੇਇਕ ਦੇ ਉੱਪਰ ਸਵੀਕ੍ਰਿਤੀ ਉਸ ਸਮੇਂ ਦਿੰਦਾ, ਕਿਉਂਕਿ ਉਸ ਦੀ ਪੂਰਵ ਸਵੀਕ੍ਰਿਤੀ ਤੋਂ ਪਹਿਲਾਂ, ਹੈ ਨਾ, ਉਸ ਤੋਂ ਪਹਿਲਾਂ ਸਵੀਕ੍ਰਿਤੀ ਲੈ ਕੇ ਹੀ
ਜਿਹੜਾ ਹੈ ਪ੍ਰਸਤੁਤ ਕੀਤਾ ਜਾਂਦਾ। ਇਸ ਕਰਕੇ ਉਸਨੂੰ ਪ੍ਰੀਵੀਅਸ ਪਰਮਿਸ਼ਨ ਜਿਹੜੀ ਹੈ ਰਾਸ਼ਟਰਪਤੀ ਦੀ ਹੈ ਧਨ ਬਿੱਲ ਦੇ ਉੱਪਰ ਹੁੰਦੀ ਹੈ। ਇਸ ਕਰਕੇ ਕਿਹਾ ਜਾਂਦਾ ਵੀ ਉਹ ਦੁਬਾਰਾ ਪੁਨਰ ਵਿਚਾਰ ਕਰਨ ਦੇ ਲਈ ਉਸਦੇ ਉੱਪਰ ਨਹੀਂ ਕਹਿ ਸਕਦਾ। ਜਦੋਂ ਆਪਾਂ ਪੋਕਟ ਵੀਟੋ ਦੀ ਗੱਲ ਕਰਦੇ ਹਾਂ ਤਾਂ ਪੋਕਟ ਵੀਟੋ ਕਾਫੀ ਮਹੱਤਵਪੂਰਨ ਚੀਜ਼ ਹੈ ਕਿ ਰਾਸ਼ਟਰਪਤੀ ਇੱਥੇ ਕੀ ਹੈ, ਨਾ ਤਾਂ ਆਪ ਦੀ ਸਹਿਮਤੀ ਦਿੰਦਾ, ਨਾ ਉਸਨੂੰ ਜਾਂ ਉਸਨੂੰ ਰਿਟਰਨ ਕਰਦਾ, ਭਾਵ ਪੁਨਰ ਵਿਚਾਰ ਦੇ ਲਈ ਨਹੀਂ ਭੇਜਦਾ। ਇੱਥੇ ਕੀ ਕਰਦਾ, ਉਸਨੂੰ ਲੰਮੇ ਟਾਈਮ ਤੱਕ ਕੀ ਹੈ ਰੋਕ ਲੈਂਦਾ ਹੈ। ਹੁਣ ਭਾਰਤੀ ਸੰਵਿਧਾਨ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਗਿਆ ਵੀ ਕੋਈ ਟਾਈਮ ਪੀਰੀਅਡ ਨਹੀਂ ਮੈਂਸ਼ਨ ਕੀਤਾ ਗਿਆ ਵੀ ਇੰਨੇ ਟਾਈਮ ਦੇ ਲਈ, ਕੋਈ ਟਾਈਮ ਲਿਮਿਟ ਕੀ ਹੈ ਇੱਥੇ ਨਹੀਂ ਦੱਸੀ ਗਈ ਵੀ ਮੰਨ ਲਓ ਕਿਸੇ ਵੀ ਬਿੱਲ ਦੇ ਉੱਪਰ ਇੰਨੀ ਸਹਿਮਤੀ ਇੰਨੇ ਸਮੇਂ ਦੇ ਵਿੱਚ ਦੇਣੀ ਹੈ। ਪਰ ਲੇਕਿਨ ਜੇਕਰ ਆਪਾਂ USA ਦੇ ਵਿੱਚ ਦੇਖੀਏ ਤਾਂ USA ਦੇ ਵਿੱਚ ਘੱਟੋ ਘੱਟ 10 ਦਿਨ ਦਾ ਜਿਹੜਾ ਟਾਈਮ ਹੁੰਦਾ ਵੀ ਉਸ ਦੇ ਉੱਪਰ ਬਿੱਲ ਨੂੰ ਜਾਂ ਤਾਂ ਰਿਟਰਨ ਕਰਨਾ ਹੁੰਦਾ ਜਾਂ ਉਸ ਦੇ ਉੱਪਰ ਆਪਦੀ ਸਹਿਮਤੀ ਹੈ ਜਾਂ ਸਿਗਨੇਚਰ ਉਸਨੂੰ ਕਰਨੇ ਹੁੰਦੇ ਆ। ਅਤੇ ਇਸ ਵੀਟੋ ਪਾਵਰ ਦਾ ਜੇਕਰ ਆਪਾਂ ਦੇਖੀਏ ਤਾਂ ਜਿਹੜਾ ਪ੍ਰੈਜ਼ੀਡੈਂਟ ਜੈਲ ਸਿੰਘ ਨੇ, ਹੈ ਨਾ, ਗਿਆਨੀ ਜੈਲ ਸਿੰਘ ਨੇ ਜਿਹੜਾ ਸੀਗਾ ਇਸ ਦਾ ਖੂਬ ਜਿਹੜਾ ਪ੍ਰਯੋਗ ਕੀਤਾ ਸੀਗਾ। ਕਿਸ ਦੇ ਮਾਮਲੇ ਦੇ ਵਿੱਚ, ਜਿਹੜਾ ਪੋਸਟ ਆਫਿਸ ਅਮੈਂਡਮੈਂਟ ਬਿੱਲ ਸੀਗਾ, ਜਿਸ ਦੇ ਨਾਲ ਕੀ ਸੀਗਾ ਰਾਜੀਵ ਗਾਂਧੀ ਨੇ ਜਿਹੜਾ ਸੀਗਾ ਆਪਾਂ ਦੇਖਦੇ ਹਾਂ ਫਰੀਡਮ ਆਫ ਪ੍ਰੈਸ ਦੇ ਉੱਪਰ। ਹੁਣ ਇੱਥੇ ਧਿਆਨ ਰੱਖਣਾ ਇੰਡੀਅਨ ਪੋਸਟ ਆਫਿਸ ਜਿਹੜਾ ਅਮੈਂਡਮੈਂਟ ਬਿੱਲ ਹੈ ਲਗਭਗ ਵਾਈਡਲੀ ਕ੍ਰਿਟੀਸਾਈਜ਼ਡ, ਭਾਵ ਕਾਫੀ ਆਲੋਚਨਾ ਹੋਈ ਸੀਗੀ ਇਸ ਦੀ। ਹੁਣ ਜੇਕਰ ਆਪਾਂ ਦੇਖੀਏ ਇਹ ਬਿੱਲ 1986 ਦੇ ਵਿੱਚ ਗਿਆਨੀ ਜੈਲ ਸਿੰਘ ਨੇ ਰੋਕਿਆ ਸੀਗਾ ਅਤੇ ਲਾਸਟ ਦੇ ਵਿੱਚ 1999 ਦੇ ਵਿੱਚ ਜਿਹੜਾ ਆਰ ਵੈਕਟਰਨ ਬਣੇ ਸੀਗੇ ਅਤੇ ਉਹਨਾਂ ਨੇ ਨੈਸ਼ਨਲ ਫਰੰਟ ਗੌਰਮੈਂਟ ਨੂੰ ਜਿਹੜਾ ਦਿੱਤਾ ਸੀਗਾ ਵੀ 1999 ਦੇ ਵਿੱਚ ਉਹਨਾਂ ਦੀ ਸਰਕਾਰ ਬਣੀ ਸੀਗੀ ਅਤੇ ਲਗਭਗ ਉਸ ਸਰਕਾਰ ਨੇ ਇਸ ਬਿੱਲ ਨੂੰ ਰੱਦ ਕਰਤਾ ਸੀਗਾ। ਪਰ ਇੱਥੇ ਇੱਕ ਧਿਆਨ ਦੇਣ ਯੋਗ ਗੱਲ ਹੈ 24ਵੇਂ ਸੰਸ਼ੋਧਨ ਦੇ ਅਨੁਸਾਰ 1971 ਦੇ ਵਿੱਚ ਜਿਹੜਾ ਹੋਇਆ ਸੀਗਾ ਉਸ ਦੇ ਅਨੁਸਾਰ ਕੀ ਕਹਿਤਾ ਸੀਗਾ ਵੀ ਰਾਸ਼ਟਰਪਤੀ ਕੀ ਆ ਸੋਧ ਬਿੱਲ ਦੇ ਉੱਪਰ, ਹੈ ਨਾ, ਜਿਹੜਾ ਵੀ ਸੋਧ ਬਿੱਲ ਹੁੰਦਾ ਗਾ ਉਸ ਦੇ ਉੱਪਰ ਪੋਕਟ ਵੀਟੋ ਕੀ ਹੈ ਉਹ ਨਹੀਂ ਯੂਜ ਕਰ ਸਕਦਾ। ਭਾਵ ਪੋਕਟ ਵੀਟੋ ਸਿਰਫ ਸਧਾਰਨ ਮਾਮਲਿਆਂ ਦੇ ਵਿੱਚ, ਇੱਕ ਕੀ ਹੈ ਮਨੀ ਬਿੱਲ ਦੇ ਮਾਮਲੇ ਦੇ ਵਿੱਚ, ਮਨੀ ਬਿੱਲ ਦੇ ਮਾਮਲੇ ਦੇ ਵਿੱਚ ਵੀ ਪੋਕਟ ਵੀਟੋ ਦਾ ਯੂਜ ਰਾਸ਼ਟਰਪਤੀ ਇੱਥੇ ਨਹੀਂ ਕਰ ਸਕਦਾ। ਧਿਆਨ ਦੇਣ ਯੋਗ ਗੱਲਾਂ ਨੇ ਇਹ ਕਾਫੀ ਮਹੱਤਵਪੂਰਨ ਹੋ ਕਈ ਵਾਰ ਆਪਾਂ ਨੇ ਦੇਖਿਆ ਕਿ ਆਪਾਂ ਨੇ ਕਾਫੀ ਵਾਰ ਦੇਖਿਆ ਹੋਣਾ ਕਿ ਆਰਟੀਕਲ 200 ਵੀ ਕਾਫੀ ਚਰਚਾ ਦੇ ਵਿੱਚ ਰਹਿੰਦਾ। ਇਸ ਦਾ ਰੀਜ਼ਨ ਕੀ ਹੈ, ਮੰਨ ਲਓ ਕਿਸੇ ਸਟੇਟ ਗੌਰਮੈਂਟ ਨੇ ਕੋਈ ਬਿੱਲ ਪਾਸ ਕੀਤਾ ਤਾਂ ਜਿਹੜਾ ਗਵਰਨਰ ਹੈ ਉਸ ਨੂੰ ਪ੍ਰੈਜ਼ੀਡੈਂਟ ਦੀ ਅਸੈਂਟ ਦੇ ਲਈ ਰੋਕ ਸਕਦਾ ਅਤੇ ਰਾਸ਼ਟਰਪਤੀ ਦੇ ਕੋਲ ਭੇਜ ਸਕਦਾ। ਅਤੇ ਉਹੀ ਚੀਜ਼ ਹੈ ਉਸ ਦੇ ਉੱਪਰ ਵੀ ਕਿਤੇ ਨਾ ਕਿਤੇ ਆਪਾਂ ਨੂੰ ਰਾਸ਼ਟਰਪਤੀ ਦੀ ਥੋੜ੍ਹੀ ਵੀਟੋ ਪਾਵਰ ਹੈ। ਹੁਣ ਜੇਕਰ ਆਪਾਂ ਦੇਖੀਏ ਰਾਜਪਾਲ ਦੇ ਕੋਲ ਕੀ ਸਵੀਕ੍ਰਿਤੀ ਲਾਇਆ ਜਾਂਦਾ ਤਾਂ ਉਸਦੇ ਕੋਲ 4 ਵਿਕਲਪ ਹੁੰਦੇ ਨੇਗੇ। ਜੇਕਰ ਆਪਾਂ 200 ਆਰਟੀਕਲ ਦੇ ਤਹਿਤ ਦੇਖੀਏ, ਹੈ ਨਾ, 200 ਆਰਟੀਕਲ ਦੇ ਤਹਿਤ ਦੇਖੀਏ ਤਾਂ ਜੇਕਰ ਰਾਸ਼ਟਰਪਤੀ ਦਾ ਦੇਖੀਏ ਤਾਂ 111 ਅਤੇ ਗਵਰਨਰ ਦਾ ਦੇਖੀਏ ਜੇਕਰ 200 ਹੈ। ਅਤੇ ਇਸ ਦੇ ਵਿੱਚ ਕਹਿੰਦੇ 4 ਵਿਕਲਪ ਹੁੰਦੇ ਨੇਗੇ, ਪਰ ਰਾਸ਼ਟਰਪਤੀ ਦੇ ਕੋਲ ਕਿੰਨੇ ਨੇਗੇ 3 ਵਿਕਲਪ ਨੇ। ਹੁਣ ਇਸ ਦੇ ਵਿੱਚ ਕੀ ਸਵੀਕ੍ਰਿਤੀ ਦੇ ਸਕਦਾ, ਸੁਰੱਖਿਅਤ ਰੱਖ ਸਕਦਾ ਹੈ ਅਤੇ ਪੁਨਰ ਵਿਚਾਰ ਦੇ ਲਈ ਭੇਜ ਸਕਦਾ ਹੈ। ਅਤੇ ਉਸ ਤੋਂ ਬਾਅਦ ਕੀ ਹੈ ਰਾਸ਼ਟਰਪਤੀ ਕੋਈ ਵੀ ਵਿਧੇਇਕ ਰਾਸ਼ਟਰਪਤੀ ਦੇ ਲਈ, ਹੈ ਨਾ, ਰਾਸ਼ਟਰਪਤੀ ਨੂੰ ਵੀ ਕੀ ਹੈ ਭੇਜ ਸਕਦਾ ਵੀ ਰਾਸ਼ਟਰਪਤੀ ਨੂੰ ਦੇ ਸਕਦਾ। ਅਤੇ ਹੁਣ ਆਪਾਂ ਦੇਖਦੇ ਹਾਂ ਹੁਣ ਜੇਕਰ 201 ਦੇ ਤਹਿਤ, ਹੁਣ 201 ਦੇ ਤਹਿਤ ਕੀ ਹੁੰਦਾ ਗਾ ਰਾਸ਼ਟਰਪਤੀ ਰਾਜਪਾਲ ਕੀ ਕਰ ਸਕਦਾ। ਜੇਕਰ ਆਪਾਂ ਦੇਖੀਏ ਕਿ ਰਾਸ਼ਟਰਪਤੀ ਦੇ ਕੋਲ ਹੁਣ 201 ਆਰਟੀਕਲ ਦੇ ਤਹਿਤ, ਹੁਣ 200 ਦੇ ਤਹਿਤ ਤਾਂ ਗਵਰਨਰ ਦੇ ਕੋਲ ਇੰਨੀਆਂ ਪਾਵਰ ਹੈਗੀਆਂ ਨੇ ਵੀ ਉਹ ਕੀ ਰਿਜ਼ਰਵ ਫੋਰ ਕੰਸੀਡਰੇਸ਼ਨ ਆਫ ਦਾ ਪ੍ਰੈਜ਼ੀਡੈਂਟ। ਹੁਣ ਜਦੋਂ ਪ੍ਰੈਜ਼ੀਡੈਂਟ ਦੇ ਕੋਲ ਉਹ ਬਿੱਲ ਚਲਾ ਗਿਆ ਤਾਂ ਉਹ 201 ਦੇ ਤਹਿਤ ਫਿਰ ਉਸਦੇ ਕੋਲ 3 ਪਾਵਰਾਂ ਹੋ ਜਾਂਦੀਆਂ ਨੇ। ਇੱਕ ਤਾਂ ਹੈਗਾ ਉਹਨੂੰ ਸਵੀਕ੍ਰਿਤੀ ਦੇਣੀ, ਉਸ ਤੋਂ ਬਾਅਦ ਕੀ ਹੈ ਆਪਣੀ ਸੁਰੱਖਿਅਤ ਰੱਖ ਸਕਦਾ। ਫਿਰ ਉਸ ਤੋਂ ਬਾਅਦ ਜਿਹੜਾ ਤੀਜਾ ਕੀ ਹੈ ਉਹ ਰਾਜਪਾਲ ਨੂੰ ਲੌਟਾ ਸਕਦਾ ਵਾਪਸ, ਗਵਰਨਰ ਨੂੰ ਕਹਿ ਸਕਦਾ ਵੀ ਤੂੰ ਇਸ ਨੂੰ ਕੀ ਪੁਨਰ ਵਿਚਾਰ ਦੇ ਲਈ ਭੇਜ ਦੇ, ਜੇਕਰ ਉਹ ਮਨੀ ਬਿੱਲ ਨਹੀਂ ਹੈਗਾ। ਜੇਕਰ ਉਹ ਮਨੀ ਬਿੱਲ ਨਹੀਂ ਹੈਗਾ, ਮਨੀ ਬਿੱਲ ਨੂੰ ਪੁਨਰ ਵਿਚਾਰ ਦੇ ਲਈ ਕਦੇ ਵੀ ਨਹੀਂ ਭੇਜਿਆ ਜਾ ਸਕਦਾ, ਠੀਕ ਹੈ। ਅਤੇ ਉਸ ਦੇ ਉੱਪਰ ਚਾਹੇ ਪ੍ਰੈਜ਼ੀਡੈਂਟ ਹੈ ਚਾਹੇ ਗਵਰਨਰ ਹੈ ਉਹਨਾਂ ਨੂੰ ਆਪਣੀ ਅਸੈਂਟ ਦੇਣੀ ਹੀ ਪਊਗੀ। ਅਤੇ ਜੇਕਰ ਇਹੋ ਜਿਹਾ ਨਹੀਂ ਹੋਊਗਾ ਤਾਂ ਗੜਬੜੀ ਜਿਹੜੀ ਆ ਉਹ ਜ਼ਿਆਦਾ ਹੋ ਸਕਦੀ ਹੈ ਨਾ। ਅਤੇ ਇੱਕ ਹੋਰ ਹੈ ਇਸ ਦੇ ਲਈ ਵੀ ਜਿਹੜੀ ਆ ਟਾਈਮ ਪੀਰੀਅਡ ਮੈਂਸ਼ਨ ਨਹੀਂ ਕੀਤਾ ਹੋਇਆ ਵੀ ਜੇਕਰ ਇਹੋ ਜਿਹਾ ਕੁਛ ਹੁੰਦਾ 200 ਆਰਟੀਕਲ ਦੇ ਤਹਿਤ ਅਤੇ 201 ਆਰਟੀਕਲ ਦੇ ਤਹਿਤ ਕੋਈ ਟਾਈਮ ਪੀਰੀਅਡ ਫਿਕਸ ਨਹੀਂ ਹੈਗਾ। ਅਤੇ ਇੱਥੇ ਕਿਹਾ ਜਾ ਸਕਦਾ ਵੀ ਜਿਹੜੀ ਵੀਟੋ ਪਾਵਰ ਹੁੰਦੀ ਹੈ, ਪੋਕਟ ਵੀਟੋ ਪਾਵਰ ਹੁੰਦੀ ਹੈ, ਉਸ ਨੂੰ ਰਾਜ ਦੀ ਵਿਧਾਨ ਪਾਲਿਕਾ ਰੱਦ ਨਹੀਂ ਕਰ ਸਕਦੀ, ਹੈ ਨਾ। ਤਾਂ ਇਸੇ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਾਫੀ ਮਹੱਤਵਪੂਰਨ ਹੁੰਦੀ ਹੈ ਅਤੇ ਲਗਭਗ 201 ਆਰਟੀਕਲ ਕਾਫੀ ਮਹੱਤਵਪੂਰਨ ਹੋ ਜਾਂਦਾ ਆਪਣੇ ਦੇ ਲਈ। ਜਦੋਂ ਆਪਾਂ ਦੇਖਦੇ ਹਾਂ ਆਰਟੀਕਲ 123 ਕਾਫੀ ਚਰਚਾ ਦੇ ਵਿੱਚ ਰਹਿੰਦਾ, ਹੈ ਨਾ, 123 ਆਰਟੀਕਲ ਵੀ ਇਹਦੇ ਵਿੱਚ ਕੀ ਹੁੰਦਾ ਗਾ ਕਿ ਅਧਿਆਦੇਸ਼ ਜਾਰੀ ਕਰਨ ਦੀ ਜਿਹੜੀ ਸ਼ਕਤੀ ਹੈਗੀ, ਹੈ ਨਾ,
ਅਧਿਆਦੇਸ਼ ਜਾਰੀ ਕਰਨ ਦੀ ਸ਼ਕਤੀ ਰਾਸ਼ਟਰਪਤੀ ਕੋਲ ਹੁੰਦੀ ਹੈ। ਅਤੇ ਇਹ ਜਿਹੜੀ ਅਧਿਆਦੇਸ਼ ਜਾਰੀ ਕਰਨ ਦੀ ਸ਼ਕਤੀ ਹੈ, ਜੇਕਰ ਆਪਾਂ ਦੇਖੀਏ 1861 ਦਾ ਜਿਹੜਾ ਚਾਰਟਰ ਐਕਟ ਸੀਗਾ, ਉਸ ਦੇ ਤਹਿਤ ਗਵਰਨਰ ਨੂੰ ਦਿੱਤੀ ਗਈ ਸੀ ਕਿ ਉਹ ਕੀ ਸੀਗਾ ਆਪਣੀ ਕੌਂਸਲ ਦੇ ਸਹਾਇਤਾ ਤੋਂ ਬਿਨਾਂ ਹੀ ਅਧਿਆਦੇਸ਼ ਜਿਹੜਾ ਜਾਰੀ ਕਰ ਸਕਦਾ ਸੀਗਾ। ਕਈ ਵਾਰ ਇਹ ਸਿੱਧੇ ਜਾਂ ਸਿੱਧੇ ਤੌਰ 'ਤੇ ਪੁੱਛਿਆ ਗਿਆ ਵੀ ਜਿਹੜਾ 123 ਆਰਟੀਕਲ ਦੇ ਵਿੱਚ ਰਾਸ਼ਟਰਪਤੀ ਦੇ ਕੋਲ ਇਹ ਜਿਹੜੀ ਪਾਵਰ ਹੈਗੀ ਆ ਅਧਿਆਦੇਸ਼ ਜਾਰੀ ਕਰਨ ਦੀ, ਇਹ ਕਿਹੜੇ ਕਾਨੂੰਨ ਤੋਂ ਲਈ ਗਈ ਹੈ? ਇਹ 1861 ਦਾ ਜਿਹੜਾ ਕਾਨੂੰਨ ਸੀਗਾ ਉਸ ਤੋਂ ਜਿਹੜੀ ਇਹ ਪਾਵਰ ਹੈ ਜਾਂ ਇਹ ਸ਼ਕਤੀ ਹੈ ਰਾਸ਼ਟਰਪਤੀ ਦੇ ਲਈ ਲਈ ਗਈ ਹੈ। ਉਸ ਤੋਂ ਬਾਅਦ ਕੂਪਰ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀਗਾ ਰਾਸ਼ਟਰਪਤੀ ਸੰਤੁਸ਼ਟੀ ਅਤੇ ਸਦਭਾਵ ਦੇ ਆਧਾਰ 'ਤੇ ਪ੍ਰਸ਼ਨ ਚਿੰਨ੍ਹ ਲਗਾਇਆ ਜਾ ਸਕਦਾ ਹੈ ਨਾ। ਅਧਿਆਦੇਸ਼ ਦੇ ਉੱਪਰ ਵੀ ਰਾਸ਼ਟਰਪਤੀ ਦਾ ਆਪਾਂ ਦੇਖਦੇ ਹਾਂ ਕਾਫੀ ਮਹੱਤਵਪੂਰਨ ਜਿਹੜੀ ਚੀਜ਼ ਹੈ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਇਹ ਇੱਕ ਤਾਂ ਹੈਗਾ ਵੀ ਇਹ ਅਧਿਆਦੇਸ਼ ਕਦੋਂ ਜਾਰੀ ਕੀਤਾ ਜਾ ਸਕਦਾ ਹੈ ਨਾ, 123 ਦੇ ਤਹਿਤ ਵੀ ਇਹ ਕਦੋਂ ਜਾਰੀ ਕੀਤਾ ਜਾ ਸਕਦਾ, ਜਦੋਂ ਵੀ ਸੰਸਦ ਦਾ ਕੋਈ ਵੀ ਸਦਨ ਨਹੀਂ ਚੱਲ ਰਿਹਾ ਹੋਵੇ ਜਾਂ ਸਿਰਫ ਇੱਕ ਸਦਨ ਚੱਲ ਰਿਹਾ ਹੋਵੇ, ਇੱਕ ਸਦਨ ਹੈ ਜਦੋਂ ਚੱਲ ਰਿਹਾ ਹੋਵੇ। ਅਤੇ ਜੇਕਰ ਇਹੋ ਜਦੋਂ ਦੋਨੋਂ ਸਦਨ ਚੱਲ ਰਹੇ ਹੋਣ ਉਸ ਸਮੇਂ ਜਿਹੜਾ ਅਧਿਆਦੇਸ਼ ਜਾਰੀ ਕੀਤਾ ਜਾਂਦਾ ਉਹ ਕੀ ਹੁੰਦਾ ਹੈਗਾ, ਅਮਾਨਿਆ ਹੁੰਦਾ। ਅਤੇ ਕਈ ਵਾਰੀ ਦੇਖਿਆ ਆਪਾਂ 38ਵੇਂ ਸੰਸ਼ੋਧਨ ਦੇ ਨਾਲ ਕਿਹਾ ਗਿਆ ਸੀਗਾ ਕਿ 38ਵੇਂ ਸੰਸ਼ੋਧਨ ਦੇ ਨਾਲ ਸੋਧ ਦੇ ਵਿੱਚ ਜਿਹੜੀ ਸੀਗੀ ਵੀ ਰਾਸ਼ਟਰਪਤੀ ਦੇ ਅਧਿਆਦੇਸ਼ ਦੇ ਉੱਪਰ ਰਿਵਿਊ ਕਰਨ ਦੀ ਜਾਂ ਸੰਤੁਸ਼ਟੀ ਦੇ ਉੱਪਰ ਰਿਵਿਊ ਕਰਨ ਦੀ ਜਿਹੜੀ ਹੈ ਨਿਆਇਕ ਸਮੀਖਿਆ ਦੀ ਹੈ ਨਾ, ਨਿਆਇਕ ਸਮੀਖਿਆ ਦੀ ਪਾਵਰ ਨਹੀਂ ਸੀਗੀ। ਪਰ ਲੇਕਿਨ ਇਸ ਨੂੰ ਜਿਹੜੀ 38ਵੇਂ ਸੰਸ਼ੋਧਨ ਦੇ ਵਿੱਚ ਕਿਹਾ ਗਿਆ ਸੀਗਾ, 38ਵਾਂ ਸੰਸ਼ੋਧਨ ਪਾਸ ਹੋਇਆ ਸੀਗਾ 1975 ਦੇ ਵਿੱਚ, ਠੀਕ ਹੈ। ਇਸ ਦੇ ਨਾਲ ਕੀ ਸੀਗਾ ਵੀ ਰਾਸ਼ਟਰਪਤੀ ਦੀ ਸੰਤੁਸ਼ਟੀ ਨੂੰ ਅਮਾਨਿਆ ਜਾਂ ਮਾਨਿਆ ਨਹੀਂ ਹੋਏਗੀ ਅਤੇ ਉਸ ਤੋਂ ਬਾਅਦ ਅੰਤਿਮ ਸੰਤੁਸ਼ਟੀ ਹੈ ਅਤੇ ਮਾਨਿਆ ਹੋਏਗੀ। ਉਸ ਤੋਂ ਬਾਅਦ ਇਸ ਦੀ ਨਿਆਇਕ ਸਮੀਖਿਆ ਨਹੀਂ ਹੋ ਸਕਦੀ। ਪਰ ਲੇਕਿਨ 44ਵੀਂ ਸੋਧ ਦੇ ਵਿੱਚ ਇਸ ਚੀਜ਼ ਨੂੰ 38ਵੇਂ ਸੰਸ਼ੋਧਨ ਨੂੰ ਰੱਦ ਕਰ ਦਿੱਤਾ ਗਿਆ, ਕਿਹਾ ਗਿਆ ਵੀ ਜਿਹੜਾ ਕੀ ਹੈ ਰਾਸ਼ਟਰਪਤੀ ਦੀ। ਉਸ ਤੋਂ ਬਾਅਦ ਜਿਹੜਾ ਅਧਿਆਦੇਸ਼ ਹੈ ਰਾਸ਼ਟਰਪਤੀ ਦੁਆਰਾ ਜਾਰੀ ਕੀਤਾ ਗਿਆ ਉਹ ਆਰਟੀਕਲ 13 ਦੇ ਘੇਰੇ ਵਿੱਚ ਆਉਂਦਾ, ਭਾਵ ਇਹੋ ਜਿਹਾ ਅਧਿਆਦੇਸ਼ ਰਾਸ਼ਟਰਪਤੀ ਦੁਆਰਾ ਜਾਰੀ ਨਹੀਂ ਕੀਤਾ ਜਾ ਸਕਦਾ ਜੋ ਮੌਲਿਕ ਢਾਂਚੇ ਨੂੰ ਜਾਂ ਮੌਲਿਕ ਅਧਿਕਾਰਾਂ ਨੂੰ ਕੀ ਹੈ ਸੀਮਿਤ ਕਰਦਾ ਹੋਵੇ। ਉਸ ਤੋਂ ਬਾਅਦ ਇਹੋ ਜਿਹੇ ਮੁੱਦਿਆਂ ਦੇ ਉੱਪਰ ਅਧਿਆਦੇਸ਼ ਜਾਰੀ ਕੀਤਾ ਜਾ ਸਕਦਾ ਜਿਸ ਦੇ ਉੱਪਰ ਸੰਸਦ ਕੀ ਹੈ ਕਾਨੂੰਨ ਬਣਾ ਸਕਦੀ ਹੈ। ਸੰਸਦ ਦੁਆਰਾ ਜਿਨ੍ਹਾਂ ਮੁੱਦਿਆਂ ਦੇ ਉੱਪਰ ਕਾਨੂੰਨ ਬਣਾ ਸਕਦੀ ਹੈ ਉਹਨਾਂ ਦਾ ਹੀ ਕੀ ਹੈ ਅਧਿਆਦੇਸ਼ ਜਾਰੀ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਜਿਹੜੇ ਅਗਰ ਦੇਖਦੇ ਹਾਂ ਕਿ ਲਗਭਗ ਇਸ ਦੀ ਜਿਹੜੀ ਅਵਧੀ ਕਿੰਨੇ ਕੁ ਹੁੰਦੀ ਹੈ, ਟਾਈਮ ਪੀਰੀਅਡ ਕਿੰਨਾ ਕੁ ਹੁੰਦਾ ਅਧਿਆਦੇਸ਼ ਦਾ, ਲਗਭਗ ਦੋਨੋਂ ਸਦਨਾਂ ਦੇ ਵਿੱਚ ਜਿਹੜਾ ਸੀਗਾ ਪੇਸ਼ ਕੀਤਾ ਜਾਣਾ ਚਾਹੀਦਾ ਹੈ ਨਾ ਜਦੋਂ ਵੀ ਇਹ ਹੈਗਾ। ਅਤੇ ਉਸ ਤੋਂ ਬਾਅਦ ਲਗਭਗ ਦੋਨੋਂ ਸਦਨਾਂ ਦੇ ਵਿੱਚ ਉਸ ਅਧਿਆਦੇਸ਼ ਨੂੰ ਜੇਕਰ ਪਾਰਿਤ ਕਰ ਦਿੱਤਾ ਜਾਂਦਾ, ਕਿਸੇ ਵੀ ਅਧਿਆਦੇਸ਼ ਨੂੰ ਜੇਕਰ ਪਾਰਿਤ ਕਰ ਦਿੱਤਾ ਜਾਂਦਾ ਤਾਂ ਫਿਰ ਕੀ ਹੁੰਦਾ ਉਹ ਕਾਨੂੰਨ ਬਣ ਜਾਂਦਾ ਹੈ। ਫਿਰ ਮੰਨ ਲਓ ਜੇਕਰ ਬੈਠਕ ਹੋ ਜਾਂਦੀ ਹੈ, ਜਦੋਂ ਵੀ ਬੈਠਕ ਹੁੰਦੀ ਹੈ ਆਪਾਂ ਨੂੰ ਪਤਾ ਸੰਸਦ ਦੇ ਸੈਸ਼ਨਾਂ ਦੇ ਵਿੱਚ 6 ਮਹੀਨੇ ਤੋਂ ਵੱਧ ਦਾ ਟਾਈਮ ਨਹੀਂ ਹੁੰਦਾ ਵੀ। ਜੇਕਰ ਇਹੋ ਜਿਹਾ ਹੈਗਾ ਤਾਂ ਫਿਰ ਲਗਭਗ ਜਦੋਂ ਵੀ ਸੰਸਦ ਦੀ ਬੈਠਕ ਹੁੰਦੀ ਹੈ, ਜੇਕਰ ਸੰਸਦ ਦੀ ਬੈਠਕ ਦੇ ਵਿੱਚ ਉਸ ਦੀ ਕੋਈ ਵੀ ਸਦਨ ਦੀ ਬੈਠਕ ਦੇ ਵਿੱਚ ਦੋਨੋਂ ਸਦਨਾਂ ਦੀ ਬੈਠਕ ਦੇ ਵਿੱਚ ਜੇਕਰ ਦੋਨੋਂ ਸਦਨ ਚੱਲ ਰਹੇ ਨੇਗੇ ਤਾਂ ਦੋਨੋਂ ਸਦਨਾਂ ਦੀ ਬੈਠਕ ਦੇ ਵਿੱਚ ਸੈਸ਼ਨ ਚੱਲ ਰਿਹਾ ਹੈ, ਜੇਕਰ ਉਸ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਤਾਂ 6 ਹਫ਼ਤਿਆਂ ਦੇ ਅੰਦਰ ਕੀ ਹੈ ਅਧਿਆਦੇਸ਼ ਕੀ ਹੈ ਖ਼ਤਮ ਹੋ ਜਾਂਦਾ ਹੈ। ਸਿਰਫ ਕਦੋਂ ਬੈਠਕ ਤੋਂ ਜਿੱਦਣ ਵੀ ਬੈਠਕ ਹੋਈ ਹੈ ਉਸ ਤੋਂ ਅਗਲੇ 6 ਹਫ਼ਤਿਆਂ ਦੇ ਵਿੱਚ। ਹੁਣ ਇੱਥੇ ਇੱਕ ਹੋਰ ਕਹਾਣੀ ਹੈ, ਜੇਕਰ ਮੰਨ ਲਓ ਦੋਨੋਂ ਸਦਨਾਂ ਦੀ ਬੈਠਕ ਅਲੱਗ ਅਲੱਗ ਬੁਲਾਈ ਜਾਂਦੀ ਹੈ, ਜਿਹੜੀ ਅੰਤਿਮ ਬੈਠਕ ਹੋਏਗੀ ਜਿਸ ਨੇ ਅੰਤਿਮ ਬੈਠਕ ਕੀਤੀ ਹੈ ਉਸ ਤੋਂ ਹੀ ਉਹੀ ਜਿਹੜੀ ਡੇਟ ਗਿਣੀ ਜਾਊਗੀ ਜਿਹੜੇ 6 ਹਫ਼ਤੇ ਨੇਗੇ, ਠੀਕ ਹੈ। ਅੰਤਿਮ ਬੈਠਕ ਤੋਂ ਮੰਨ ਲਓ 2 ਸਦਨ ਨੇਗੇ ਦੋਨਾਂ ਦਾ, ਲੋਕ ਸਭਾ ਅਤੇ ਰਾਜ ਸਭਾ ਦੋਨਾਂ ਦਾ ਅਲੱਗ ਅਲੱਗ ਸਦਨ ਜਿਹੜਾ ਬਿਠਾਇਆ ਗਿਆ ਅਤੇ ਉਸ ਤੋਂ ਬਾਅਦ ਜਿਹੜੇ ਅੰਤਿਮ ਦੇ ਵਿੱਚ ਮੰਨ ਲਓ ਲੋਕ ਸਭਾ ਬੈਠੀ ਹੈ ਤਾਂ ਲੋਕ ਸਭਾ ਜਿਸ ਦਿਨ ਬੈਠੀ ਸੀਗੀ, ਜਿਸ ਦਿਨ ਖ਼ਤਮ ਹੋਈ ਉਹਨਾਂ ਦੀ ਮੀਟਿੰਗ, ਉਸ ਤੋਂ ਬਾਅਦ ਲਗਭਗ 6 ਹਫ਼ਤੇ ਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਰੱਖਿਆ ਜਾਂਦਾ ਵੀ ਉਸ ਤੋਂ ਬਾਅਦ ਜਿਹੜਾ ਅਧਿਆਦੇਸ਼ ਕੀ ਹੈ ਖ਼ਤਮ ਹੋ ਜਾਂਦਾ ਹੈ। ਅਤੇ ਲਗਭਗ ਆਪਾਂ ਨੂੰ ਪਤਾ ਹੀ ਹੈ ਵੀ ਦੋਨਾਂ ਸਦਨਾਂ ਦੇ ਵਿੱਚ ਹੈ ਨਾ ਘੱਟੋ ਘੱਟ 6 ਮਹੀਨੇ ਦਾ ਜਿਹੜਾ ਗੈਪ ਹੈ, ਵੱਧ ਤੋਂ ਵੱਧ 6 ਮਹੀਨੇ ਦਾ ਹੀ ਗੈਪ ਹੋ ਸਕਦਾ। ਤਾਂ ਇਸੇ ਕਰਕੇ ਜਿਹੜਾ ਅਧਿਆਦੇਸ਼ ਸਭਾ ਪਟਲ ਦੇ ਉੱਪਰ ਰੱਖਿਆ ਜਾ ਸਕਦਾ ਅਤੇ ਇਸ ਕਰਕੇ ਸਮਾਪਤ ਵੀ ਹੋ ਜਾਂਦਾ ਹੈ। ਅਤੇ ਆਪਾਂ ਦੇਖਦੇ ਹਾਂ ਕਾਫੀ ਮਹੱਤਵਪੂਰਨ ਇੱਥੇ ਹੋ ਜਾਂਦਾ। ਉਸ ਤੋਂ ਬਾਅਦ 352 ਦੇ ਅਧੀਨ ਦੇਖਦੇ ਹਾਂ ਆਪਾਂ 300
ਰਾਸ਼ਟਰੀ ਆਪਾਤਕਾਲ ਦੀ ਗੱਲ ਕੀਤੀ ਜਾਂਦੀ ਹੈ ਨਾ। ਆਪਾਤਕਾਲ ਦੇ ਵੀ ਆਪਾਂ ਪ੍ਰਬੰਧ ਦੇਖੇ ਸੀਗੇ। 360 ਦੇ ਵਿੱਚ ਵਿੱਤੀ ਆਪਾਤਕਾਲ ਦੀ ਜਿਹੜਾ ਅੱਜ ਤੱਕ ਲਾਗੂ ਨਹੀਂ ਹੋਇਆ। ਕਾਫੀ ਮਹੱਤਵਪੂਰਨ ਪ੍ਰਸ਼ਨ ਨੇ, ਜੇਕਰ ਆਪਾਂ ਇਹਨਾਂ ਚੀਜ਼ਾਂ ਦੇ ਉੱਪਰ ਬਾਰ ਬਾਰ ਚਰਚਾ ਕਰਦੇ ਰਹਾਂਗੇ, ਬਾਰ ਬਾਰ ਇਹਨਾਂ ਬਾਰੇ ਜਾਣਦੇ ਰਹਾਂਗੇ। ਜੇਕਰ ਅਧਿਆਦੇਸ਼ ਦੇ ਮਾਮਲੇ ਦੇ ਵਿੱਚ ਆਪਾਂ ਦੇਖੀਏ, ਇੱਕ ਛੋਟੀ ਜਿਹੀ ਹੋਰ ਕਹਾਣੀ ਆਪਾਂ ਨੂੰ ਪਤਾ ਹੈ ਬਿਹਾਰ ਦੇ ਬਾਰੇ। ਬਿਹਾਰ ਦੇ ਵਿੱਚ ਕੀ ਹੋਇਆ ਸੀਗਾ 1967 ਤੋਂ ਲੈ ਕੇ 1981 ਤੱਕ, ਲਗਭਗ 14 ਸਾਲਾਂ ਦਾ ਟਾਈਮ ਇਹ। ਅਤੇ ਇਸ ਦੇ ਵਿੱਚ ਗਵਰਨਰ ਨੇ ਕੀ ਕੀਤਾ ਸੀਗਾ ਕਿ ਸਮੇਂ ਸਮੇਂ 'ਤੇ ਕੀ ਕੀਤਾ 256 ਅਧਿਆਦੇਸ਼ ਜਾਰੀ ਕੀਤੇ, ਅਤੇ ਉਹਨਾਂ ਨੂੰ ਟਾਈਮ ਟੂ ਟਾਈਮ ਕੀ ਹੈ ਰਿਵਾਈਵ ਕਰੀ ਗਏ। ਅਤੇ ਸੁਪਰੀਮ ਕੋਰਟ ਨੇ ਫਿਰ ਇੱਕ ਚੀਜ਼ ਕਹੀ ਬਈ ਇਸ ਤਰ੍ਹਾਂ ਵਾਰ ਕੀ ਹੈ ਅਧਿਆਦੇਸ਼ ਦੀਆਂ ਭਾਸ਼ਾਵਾਂ ਨੂੰ ਬਿਨਾਂ ਚੇਂਜ ਕਰੇ ਅਤੇ ਬਿਨਾਂ ਵਿਧਾਨ ਸਭਾ ਦੁਆਰਾ ਵਿਧੇਇਕ ਪਾਰਿਤ ਕਰਵਾਏ, ਇਸ ਤਰ੍ਹਾਂ ਦੇ ਪ੍ਰਯਾਸ ਕੀ ਹੈ ਦੁਬਾਰਾ ਪ੍ਰਕਾਸ਼ਨ ਜਿਹੜਾ ਅਧਿਆਦੇਸ਼ ਦਾ ਉਹ ਕੀ ਹੈ ਸੰਵਿਧਾਨ ਦੀ ਉਲੰਘਣਾ ਹੈ। ਇਸ ਕਰਕੇ ਇਹੋ ਜਿਹੇ ਅਧਿਆਦੇਸ਼ ਦੁਬਾਰਾ ਜਾਰੀ ਨਹੀਂ ਕੀਤੇ ਜਾ ਸਕਦੇ। ਅਧਿਆਦੇਸ਼ ਦੁਆਰਾ ਜਿਹੜੀ ਵਿਧੀ ਬਣਾਉਣ ਦੀ ਇੱਕ ਵੈਕਲਪਿਕ ਸ਼ਕਤੀ ਹੈ, ਠੀਕ ਹੈ, ਇਸ ਨੂੰ ਵਿਧਾਈ ਸ਼ਕਤੀ ਆਪਾਂ ਨਹੀਂ ਕਹਿ ਸਕਦੇ, ਠੀਕ ਹੈ, ਸਿਰਫ ਇੱਕ ਵੈਕਲਪਿਕ ਸ਼ਕਤੀ ਇਸ ਨੂੰ ਕਿਹਾ ਗਿਆ, ਇਸ ਨੂੰ ਵਿਧਾਇਕ ਸ਼ਕਤੀ ਨਹੀਂ ਕਿਹਾ ਜਾ ਸਕਦਾ। ਪਰ ਲੇਕਿਨ ਵੈਸੇ ਕਿਹਾ ਜਾਂਦਾ ਕਿ ਇੱਕ ਵਿਧਾਇਕ ਸ਼ਕਤੀ ਦੇ ਤੌਰ 'ਤੇ ਜਿਹੜੀ ਹੈ ਰਾਸ਼ਟਰਪਤੀ ਦੇ ਕੋਲ ਹੁੰਦੀ ਹੈ ਜਾਂ ਰਾਜਪਾਲ ਦੇ ਕੋਲ ਹੁੰਦੀ ਹੈ। ਹੁਣ ਆਪਾਂ ਦੇਖਦੇ ਹਾਂ ਆਰਟੀਕਲ 72 ਦੇ ਵਿੱਚ ਕੀ ਲਿਖਿਆ ਹੋਇਆ। ਕਾਫੀ ਮਹੱਤਵਪੂਰਨ ਚੀਜ਼ਾਂ ਨੇ ਜਿਹੜੀਆਂ ਉਹ ਸਜ਼ਾ ਮਾਫ਼ ਕਰਨ ਦੀਆਂ। ਹੁਣ ਇੱਥੇ ਸ਼ਬਦਾਂ 'ਤੇ ਜ਼ਰੂਰ ਗੌਰ ਦੇਣਾ, ਕਈ ਵਾਰ ਪੇਪਰ ਦੇ ਵਿੱਚ ਸਿੱਧੇ ਤੌਰ 'ਤੇ ਦੋਸ਼ੀ ਕਰਾਰ ਦਿੱਤੇ ਜਾਂਦੇ ਨੇ ਕਿ ਉਹ ਚਾਹੇ ਸੈन्य ਨਿਆਲੇ ਦੇ ਵਿੱਚ ਵੀ ਨੇ, ਹੈ ਨਾ, ਚਾਹੇ ਦੰਡ ਦਾ ਸਵਰੂਪ ਮ੍ਰਿਤੂ ਦੰਡ ਵੀ ਹੋਵੇ, ਕਿਸੇ ਤਰ੍ਹਾਂ ਦਾ ਵੀ ਹੋਵੇ, ਮਤਲਬ ਕਿਸੇ ਤਰ੍ਹਾਂ ਦੀ ਵੀ ਸਜ਼ਾ ਹੋਵੇ, ਚਾਹੇ ਕੋਰਟ ਮਾਰਸ਼ਲ ਵਾਲਾ ਵੀ ਮਸਲਾ ਹੋਵੇ, ਤਾਂ ਰਾਸ਼ਟਰਪਤੀ ਦੇ ਕੋਲ ਪਾਵਰ ਹੈਗੀ ਹੈ ਕਿ ਉਹ ਜਿਹੜਾ ਹੈ ਸਜ਼ਾ ਮੁਆਫੀ ਦਾ ਲੱਗਦਾ। ਰਾਸ਼ਟਰਪਤੀ ਨੂੰ ਸਮਾਧਾਨ ਦੀ ਸ਼ਕਤੀ ਜਿਹੜੀ ਹੈ ਸੁਪਰੀਮ ਕੋਰਟ ਤੋਂ ਜਾਂ ਨਿਆਂਪਾਲਿਕਾ ਤੋਂ ਸੁਤੰਤਰ ਹੈ, ਵਹ ਇੱਕ ਕਾਰਿਆਕਾਰੀ ਸ਼ਕਤੀ ਦੇ ਤੌਰ 'ਤੇ, ਪਰੰਤੂ ਰਾਸ਼ਟਰਪਤੀ ਸ਼ਕਤੀ ਦਾ ਪ੍ਰਯੋਗ ਕਰਨ ਦੇ ਲਈ ਇਹ ਨਿਆਲੇ ਦੀ ਤਰ੍ਹਾਂ ਪੇਸ਼ ਨਹੀਂ ਆਉਂਦਾ ਹੈਗਾ, ਠੀਕ ਹੈ, ਸੁਪਰੀਮ ਕੋਰਟ ਜਾਂ ਕੋਰਟ ਦੀ ਤਰ੍ਹਾਂ ਪੇਸ਼ ਨਹੀਂ ਆਉਂਦਾ ਹੈਗਾ, ਉਹ ਇੱਕ ਅਲੱਗ ਸ਼ਕਤੀ ਦੇ ਤੌਰ 'ਤੇ ਆਪਾਂ ਕਹਿ ਸਕਦੇ ਹਾਂ, ਠੀਕ ਹੈ। ਇਹਦੇ ਵਿੱਚ ਕਈ ਹੁੰਦਾ ਹੈਗਾ ਵੀ ਕਈ ਵਾਰ ਕਾਨੂੰਨ ਦਾ ਗਲਤ ਪ੍ਰਯੋਗ ਕਰਕੇ ਉਹਨਾਂ ਨੂੰ ਸੁਧਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇੱਥੇ ਕੀ ਹੈ ਰਾਸ਼ਟਰਪਤੀ ਦੰਡ ਦਾ ਸਵਰੂਪ ਅਧਿਕ ਕੜਾ ਸਮਝਦਾ ਹੈ ਨਾ, ਜੇਕਰ ਜ਼ਿਆਦਾ ਸਖਤ ਹੈਗਾ ਉਸਨੂੰ ਲੱਗਦਾ ਵੀ ਕਿਸੇ ਕਾਨੂੰਨ ਦਾ, ਤਾਂ ਉਹ ਉੱਥੇ ਆਪ ਦੀ ਜਿਹੜਾ ਦੋਸ਼ੀ ਨੂੰ ਬਚਾਉਣ ਦਾ ਜਿਹੜਾ ਪ੍ਰਾਵਧਾਨ ਹੈ ਉਹ ਕਰ ਸਕਦਾ। ਉਸ ਤੋਂ ਬਾਅਦ ਜੇਕਰ ਆਪਾਂ ਦੇਖੀਏ ਇਸ ਦੇ ਵਿੱਚ ਕੀ ਹੁੰਦਾ ਹੈਗਾ, ਸਭ ਤੋਂ ਪਹਿਲਾਂ ਹੁੰਦੀ ਹੈ ਮੁਆਫੀ, ਹੈ ਨਾ। ਮੁਆਫੀ ਦੇ ਵਿੱਚ ਕੀ ਹੁੰਦਾ ਹੈਗਾ ਵੀ ਦੰਡ ਅਤੇ ਬੰਦੀਗਣ ਦੋਨਾਂ ਨੂੰ ਹਟਾ ਦਿੱਤਾ ਜਾਂਦਾ ਹੈ ਅਤੇ ਦੋਸ਼ੀ ਨੂੰ ਲਗਭਗ ਸਾਰੇ ਦੰਡਾਂ ਤੋਂ ਮੁਕਤ ਕਰ ਦਿੱਤਾ ਜਾਂਦਾ। ਮੁਆਫੀ ਦੇ ਵਿੱਚ ਲਗਭਗ ਕੀ ਹੁੰਦਾ ਹੈਗਾ ਮੁਕਤ ਕਰ ਦਿੱਤਾ ਜਾਂਦਾ, ਲਗਭਗ ਉਹ ਬੰਦਾ ਕੀ ਹੋ ਜਾਂਦਾ ਮੁਕਤ ਹੋ ਜਾਂਦਾ। ਉਸ ਤੋਂ ਬਾਅਦ ਇੱਕ ਹੁੰਦਾ ਲਘੂਕਰਨ। ਲਘੂਕਰਨ ਦੇ ਵਿੱਚ ਕੀ ਹੁੰਦਾ ਹੈਗਾ ਕਿਸੇ ਵੀ ਸਜ਼ਾ ਦਾ ਜਿਹੜਾ ਸਵਰੂਪ ਹੈ ਉਸ ਨੂੰ ਘਟਾ ਦਿੱਤਾ ਜਾਂਦਾ। ਭਾਵ ਮੰਨ ਲਓ ਕਠੋਰ ਕਾਰਾਵਾਸ ਸੀਗਾ ਜਾਂ ਉਮਰ ਕੈਦ ਸੀਗੀ, ਉਸ ਨੂੰ ਘੱਟ ਦੇ ਵਿੱਚ ਕਰਤਾ। ਮੰਨ ਲਓ 20 ਸਾਲ ਦੀ ਸਜ਼ਾ ਸੀਗੀ, ਉਸ ਨੂੰ 10 ਸਾਲ ਦੀ ਸਜ਼ਾ ਕਰਤੀ, ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ। ਇਹ ਉਸ ਤੋਂ ਬਾਅਦ ਕੀ ਹੈ ਜਿਹੜਾ ਲਘੂਕਰਨ ਹੈ, ਮ੍ਰਿਤੂ ਦੰਡ ਦਾ ਲਘੂਕਰਨ ਕਠੋਰ ਕਾਰਾਵਾਸ ਦੇ ਵਿੱਚ, ਠੀਕ ਹੈ, ਸਧਾਰਨ ਕਾਰਾਵਾਸ ਦੇ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ। ਜਿਵੇਂ ਮੌਤ ਹੈ, ਇੱਕ ਤਾਂ ਹੁੰਦਾ ਹੈਗਾ ਮੁਆਫੀ ਦੇ ਵਿੱਚ ਤਾਂ ਬਿਲਕੁਲ ਕੀ ਹੁੰਦਾ ਉਸ ਨੂੰ ਬਿਲਕੁਲ ਮੁਆਫ ਕਰਤਾ। ਲਘੂਕਰਨ ਦੇ ਵਿੱਚ ਕੀ ਹੁੰਦਾ, ਲਘੂਕਰਨ ਦੇ ਵਿੱਚ ਕੀ ਹੁੰਦਾ ਜਿਵੇਂ ਫਾਂਸੀ ਦੀ ਸਜ਼ਾ ਹੈਗੀ ਹੈ ਉਸ ਨੂੰ ਉਮਰ ਕੈਦ ਦੇ ਵਿੱਚ, ਜਾਂ ਉਮਰ ਕੈਦ ਹੈ ਉਸ ਨੂੰ ਸਧਾਰਨ ਕੈਦ ਦੇ ਵਿੱਚ ਜਿਹੜਾ। ਉਸ ਤੋਂ ਬਾਅਦ ਹੁੰਦਾ ਪਰਿਹਾਰ। ਪਰਿਹਾਰ ਹੁੰਦਾ ਭਾਵ ਲਘੂਕਰਨ ਦਾ ਅਰਥ ਕੀ ਹੁੰਦਾ, ਲਘੂਕਰਨ ਥੋੜ੍ਹਾ ਜਿਹਾ ਤੁਹਾਨੂੰ ਉਲਝਾਊਗਾ, ਮੈਂ ਵੀ ਜਿਹੜਾ ਥੋੜ੍ਹਾ ਜਿਹਾ ਗਲਤ ਬੋਲ ਗਿਆ ਸੀਗਾ। ਤਾਂ ਹੁਣ ਇੱਥੇ ਕੀ ਹੈ ਲਘੂਕਰਨ ਦਾ ਅਰਥ ਕੀ ਹੈ ਵੀ ਜਿਹੜਾ ਸਵਰੂਪ ਬਦਲ ਦਿੱਤਾ ਜਾਂਦਾ ਹੈ ਨਾ, ਸਵਰੂਪ ਹੈ ਜਿਹੜਾ ਜਾਂ ਰੂਪ ਚੇਂਜ ਕਰ ਦਿੱਤਾ ਜਾਂਦਾ ਸਜ਼ਾ ਦਾ, ਭਾਵ ਫਾਂਸੀ ਤੋਂ ਉਮਰ ਕੈਦ ਤੋਂ ਸਧਾਰਨ ਸਜ਼ਾ ਦੇ ਵਿੱਚ। ਪਰਿਹਾਰ ਦੇ ਵਿੱਚ ਕੀ ਹੁੰਦਾ, ਪਰਿਹਾਰ ਦੇ ਵਿੱਚ ਪਰਿਹਾਰ ਸ਼ਬਦ ਜਦੋਂ ਵਰਤਿਆ ਜਾਂਦਾ ਇੱਥੇ ਕੀ ਹੁੰਦਾ ਕਿ ਉਸਦੀ ਪ੍ਰਵਿਰਤੀ ਦੇ ਵਿੱਚ ਕੋਈ ਜਿਹੜਾ ਮੰਨ ਲਓ ਰੂਪ ਦੇ ਵਿੱਚ ਕੋਈ ਚੇਂਜ ਨਹੀਂ ਕੀਤਾ ਜਾਂਦਾ। ਮੰਨ ਲਓ ਕਠੋਰ ਹੈ ਨਾ, ਕਠੋਰ ਕਾਰਾਵਾਸ ਹੈਗੀ ਹੈ 2 ਸਾਲ ਦੀ, ਤਾਂ ਉਸ ਨੂੰ 1 ਸਾਲ ਦਾ ਕੀਤਾ ਜਾ ਸਕਦਾ, ਭਾਵ ਟਾਈਮ ਪੀਰੀਅਡ ਹੈ ਜਿਹੜਾ ਉਹ ਘਟਾ ਦਿੱਤਾ ਜਾਂਦਾ, ਸਜ਼ਾ ਵੀ ਉਹਨੂੰ ਘੱਟ ਦਿਨਾਂ ਦੇ ਲਈ। ਜੇ ਉਸ ਨੂੰ ਉਮਰ ਕੈਦ ਹੈਗੀ ਹੈ ਤਾਂ ਉਹ ਚੀਜ਼ ਨਹੀਂ ਹੈਗੀ ਵੀ ਉਸਦਾ ਕੀ ਰੂਪ ਬਦਲ ਦਿੱਤਾ ਜਾਊਗਾ। ਮੰਨ ਲਓ 10 ਸਾਲ ਦੀ ਸਜ਼ਾ ਕਿਸੇ ਨੂੰ ਹੋਈ ਹੈ ਤਾਂ ਉਸ ਨੂੰ 5 ਸਾਲ ਦੀ ਸਜ਼ਾ ਹੋ ਜਾਏਗੀ, ਭਾਵ ਟਾਈਮ ਪੀਰੀਅਡ ਉਹਦਾ ਘਟਾ ਦਿੱਤਾ ਜਾਊਗਾ। ਉਸ ਤੋਂ ਬਾਅਦ ਕੀ ਹੈ ਵਿਰਾਮ ਲਗਾਉਣਾ, ਹੈ ਨਾ, ਵਿਰਾਮ ਲਗਾਉਣਾ।
ਇੱਥੇ ਵੀ ਉਹੀ ਚੀਜ਼ ਹੈ ਵੀ ਦੋਸ਼ੀ ਨੂੰ ਕੀ ਹੈ ਕਿਸੇ ਪਰ ਜਿਹੜੀ ਆਹ ਉੱਪਰਲੀ ਸੀਗੀ ਟਾਈਮ ਪੀਰੀਅਡ ਦੇ ਵਿੱਚ ਮੰਨ ਲਓ ਉਸਨੂੰ ਕਠੋਰ ਕਾਰਾਵਾਸ ਹੈਗੀ ਹੈ ਤਾਂ ਕਠੋਰ ਕਾਰਾਵਾਸ ਦੇ ਵਿੱਚ ਹੀ ਰਹੇਗਾ। ਪਰ ਲੇਕਿਨ ਆਹ ਜਿਹੜੀ ਹੈਗੀ ਹੈ ਵਿਰਾਮ ਦੇ ਵਿੱਚ ਕੀ ਹੁੰਦਾ ਗਾ ਕਿ ਮੰਨ ਲਓ ਕਿਸੇ ਦੋਸ਼ੀ ਨੂੰ ਮੂਲ ਰੂਪ ਦੇ ਵਿੱਚ ਜਿਹੜੀ ਸਜ਼ਾ ਦਿੱਤੀ ਗਈ ਹੈ ਉਹ ਕਿਸੇ ਪਰਿਸਥਿਤੀਆਂ ਦੇ ਵਿੱਚ ਉਸਨੂੰ ਕੰਮ ਜਿਹੜਾ ਘੱਟ ਕੀਤਾ ਜਾ ਸਕਦਾ ਹੈ ਨਾ। ਮੰਨ ਲਓ ਕੋਈ ਬੰਦਾ ਸਰੀਰਕ ਤੌਰ 'ਤੇ ਅਪੰਗ ਹੈ, ਗਰਭਵਤੀ ਮਹਿਲਾ ਹੈਗੀ ਹੈ, ਜਾਂ ਕੋਈ ਹੋਰ ਕਾਰਨ ਮੰਨ ਲਓ ਕੋਈ ਬੰਦਾ ਮੈਂਟਲੀ ਡਿਸਟਰਬ ਹੈਗਾ, ਉਹਨਾਂ ਚੀਜ਼ਾਂ ਦੇ ਵਿੱਚ ਉਸ ਦੀ ਸਜ਼ਾ ਦੇ ਉੱਪਰ ਵਿਰਾਮ ਹੈ ਜਿਹੜਾ ਜਾਂ ਉਸ ਦੀ ਅਵਧੀ ਹੈ ਜਾਂ ਜਿਹੜੀ ਉਹ ਘਟਾਈ ਜਾ ਸਕਦੀ ਹੈ। ਉਸ ਤੋਂ ਬਾਅਦ ਹੁੰਦਾ ਪਰਿਲੰਬਨ, ਹੈ ਨਾ। ਪਰਿਲੰਬਨ ਦੇ ਵਿੱਚ ਕੀ ਹੁੰਦਾ ਪਰਿਲੰਬਨ ਵੀ ਕਾਫੀ ਮਹੱਤਵਪੂਰਨ ਸ਼ਬਦ ਹੈ। ਪਰਿਲੰਬਨ ਜਦੋਂ ਆਪਾਂ ਦੇਖਦੇ ਹਾਂ ਕਈ ਵਾਰ ਆਪਣੇ ਪੇਪਰਾਂ ਦੇ ਵਿੱਚ ਪੁੱਛ ਲਿਆ ਜਾਂਦਾ ਸਿੱਧੇ ਜਾਂ ਸਿੱਧੇ ਤੌਰ 'ਤੇ, ਇਸ ਦਾ ਅਰਥ ਹੁੰਦਾ ਗਾ ਜਿਹੜਾ ਵਿਸ਼ੇਸ਼ ਕਰਕੇ ਜਿਹੜਾ ਮੌਤ ਦੇ ਉੱਪਰ ਹੈ ਨਾ ਅਸਥਾਈ ਰੋਕ ਲਗਾਉਣਾ। ਮੌਤ ਦੇ ਉੱਪਰ ਕੀ ਹੈ ਅਸਥਾਈ ਰੋਕ ਲਗਾਉਣਾ। ਮੌਤ ਦੀ ਜਿਹੜੀ ਸਜ਼ਾ ਦਿੱਤੀ ਹੁੰਦੀ ਹੈ ਉਸ ਦੇ ਉੱਪਰ ਅਸਥਾਈ ਜਿਹੜੀ ਰੋਕ ਹੈ ਜਾਂ ਸਮਾਂ ਯਾਚਨਾ ਹੁੰਦੀ ਹੈ। ਉਸ ਤੋਂ ਬਾਅਦ ਪਰਿਵਰਤਨ ਦੀ ਸਜ਼ਾ ਦੀ ਜਿਹੜੀ ਯਾਚਿਕਾ ਦੇ ਲਈ ਜਿਹੜਾ ਟਾਈਮ ਪੀਰੀਅਡ ਹੈ ਉਹ ਦੇ ਦੇਣਾ ਚਾਹੀਦਾ ਹੈ। ਲਗਭਗ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਪਰਿਲੰਬਨ ਦੇ ਵਿੱਚ। ਮੌਤ ਦੀ ਸਜ਼ਾ ਦੇ ਉੱਪਰ ਥੋੜ੍ਹਾ ਜਿਹਾ ਆਉਂਦਾ ਪਰ ਲੇਕਿਨ ਸਮਾਧਾਨ ਦੇ ਵਿੱਚ ਲਗਭਗ ਸਾਰਾ ਕੁਝ ਹੈ ਨਾ ਮਾਫ ਕਰ ਦਿੱਤਾ ਜਾਂਦਾ ਹੈ। ਹੁਣ ਸੰਵਿਧਾਨ ਦਾ 161 ਆਰਟੀਕਲ ਕਈ ਵਾਰ ਆਪਾਂ ਨੂੰ ਚਰਚਾ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਉਹ 161 ਲਗਭਗ 72 ਆਰਟੀਕਲ ਦਾ ਵਰਗਾ ਹੀ ਹੈ ਨਾ, ਜਿਵੇਂ ਰਾਸ਼ਟਰਪਤੀ ਨੂੰ ਹੈਗੀ ਹੈ। ਤਾਂ ਆਪਾਂ ਦੇਖਾਂਗੇ ਜਦੋਂ ਰਾਜਪਾਲ ਦੀਆਂ ਆਉਣਗੀਆਂ ਤਾਂ ਰਾਜਪਾਲ ਦੇ ਬਾਰੇ ਆਪਾਂ ਚਰਚਾ ਕਰਾਂਗੇ ਕੀ ਕੁਛ ਹੈਗਾ ਉਸਦੇ ਕੋਲੇ ਇਹੋ ਜਿਹੇ ਮਾਮਲੇ ਦੇ ਵਿੱਚ। ਜੇਕਰ ਆਪਾਂ ਦੇਖੀਏ ਸੰਵਿਧਾਨਿਕ ਸਥਿਤੀ ਕੀ ਕੁਛ ਹੈ, ਸੰਵਿਧਾਨ ਦੇ ਵਿੱਚ ਕੀ ਕੁਛ ਲਿਖਿਆ ਗਿਆ ਰਾਸ਼ਟਰਪਤੀ ਦੇ ਬਾਰੇ। ਅਤੇ ਜਦੋਂ ਆਰਟੀਕਲ 53 ਦੇ ਵਿੱਚ ਆਪਾਂ ਦੇਖਦੇ ਹਾਂ ਹੈ ਨਾ, 52 ਦੇ ਵਿੱਚ ਤਾਂ ਇਹੀ ਕਿਹਾ ਗਿਆ ਵੀ ਭਾਰਤ ਦਾ ਇੱਕ ਰਾਸ਼ਟਰਪਤੀ ਹੋਏਗਾ। ਅਤੇ ਉਸ ਤੋਂ ਬਾਅਦ ਜਦੋਂ 53 ਦੇ ਵਿੱਚ ਦੇਖਦੇ ਹਾਂ ਕਿ ਸੰਘ ਦੀ ਜਿਹੜੀ ਕਾਰਜਕਾਲੀ ਸ਼ਕਤੀ ਹੈ ਉਹ ਰਾਸ਼ਟਰਪਤੀ ਦੇ ਵਿੱਚ ਨਿਹਿਤ ਹੈਗੀ ਹੈ ਅਤੇ ਇਸ ਦਾ ਪ੍ਰਯੋਗ ਕੀ ਆ ਉਹ ਸੰਵਿਧਾਨ ਦੇ ਅਨੁਸਾਰ ਉਸ ਦੇ ਅਧੀਨ ਸਥਿਤ ਅਧਿਕਾਰੀ ਜਿਹੜੇ ਹੁੰਦੇ ਨੇ, ਉਸ ਦੇ ਅਧੀਨ ਜਿਹੜੇ ਅਧਿਕਾਰੀ ਨੇ, ਚਾਹੇ ਉਹ ਮੰਤਰੀ ਮੰਡਲ ਹੈ ਚਾਹੇ ਹੋਰ ਨੇਗੇ, ਉਹਨਾਂ ਦੇ ਲਈ ਹੈ ਨਾ। ਜਦੋਂ ਆਪਾਂ 53 ਦੇ ਵਿੱਚ ਤਾਂ ਕਿਹਾ ਗਿਆ ਅਧੀਨ ਸਥਿਤ ਅਧਿਕਾਰੀਆਂ ਦੀ ਗੱਲ ਕੀਤੀ ਗਈ ਹੈ ਵੀ ਜਿਹੜੇ ਉਸਦੇ ਅਧੀਨ ਸਥਿਤ ਨੇ। ਇੱਥੇ ਲਿਖਿਆ ਹੋਊਗਾ ਐਗਜੀਕਿਊਟਿਵ ਪਾਵਰ ਜਿਹੜੀ ਹੈ ਆਪਾਂ ਦੇਖਦੇ ਹਾਂ 53 ਦੇ ਤਹਿਤ ਹੀ ਮਿਲਦੀਆਂ ਨੇ। ਉਸ ਤੋਂ ਬਾਅਦ ਆਰਟੀਕਲ 54 ਦੇ ਵਿੱਚ ਆਪਾਂ ਦੇਖਦੇ ਹਾਂ ਚੋਣ ਦੀ ਜਿਹੜੀ ਗੱਲ ਕੀਤੀ ਗਈ ਹੈ ਵੀ ਚੋਣ ਕਿਵੇਂ ਹੋਊਗੀ, ਵੀ ਜਿਹੜਾ ਰਾਸ਼ਟਰਪਤੀ ਦੀ ਚੋਣ ਕਰਵਾਉਣੀ ਜ਼ਰੂਰੀ ਹੈ। ਉਸ ਤੋਂ ਬਾਅਦ 56 ਦੇ ਵਿੱਚ ਆਪਾਂ ਦੇਖਦੇ ਹਾਂ ਟਰਮ ਅਤੇ ਕੰਡੀਸ਼ਨਾਂ ਹੈਗੀਆਂ ਨੇ ਵੀ ਕੀ ਕੁਛ ਟਰਮ ਆਫਿਸ ਵੀ ਕਿੰਨਾ ਸਾਲ ਹੋਊਗਾ। ਅਤੇ 57 ਦੇ ਵਿੱਚ ਜਿਹੜਾ ਦੁਬਾਰਾ ਚੋਣ ਦਾ ਜਿਹੜਾ ਮਸਲਾ ਹੁੰਦਾ ਵੀ ਦੁਬਾਰਾ ਕੋਈ ਰਾਸ਼ਟਰਪਤੀ ਚੁਣਿਆ ਜਾ ਸਕਦਾ। 58 ਦੇ ਵਿੱਚ ਕੁਆਲੀਫਿਕੇਸ਼ਨ ਜਾਂ ਯੋਗਤਾਵਾਂ ਜਿਹੜੀਆਂ ਦਿੱਤੀਆਂ ਗਈਆਂ ਨੇ। 59 ਦੇ ਵਿੱਚ ਕੰਡੀਸ਼ਨਾਂ ਜਿਹੜੀਆਂ ਰਾਸ਼ਟਰਪਤੀ ਆਫਿਸ ਦੀਆਂ ਨੇ ਉਹ। ਅਤੇ 60 ਦੇ ਵਿੱਚ ਜਿਹੜੀ ਹੈ ਕਈ ਵਾਰ 60 ਜ਼ਰੂਰ ਯਾਦ ਰੱਖਿਓ ਇਸ ਸ਼ਬਦ ਨਾਲ ਸੰਬੰਧਿਤ ਹੈ ਵੀ ਉਹ ਕੀ ਹੈ ਲਊਗਾ। ਉਸ ਤੋਂ ਬਾਅਦ 61 ਦੇ ਵਿੱਚ ਜਿਹੜਾ ਇੰਪੀਚਮੈਂਟ ਉਸ ਦੇ ਉੱਪਰ ਕੀਤਾ ਜਾ ਸਕਦਾ ਹੈ। 65 ਦੇ ਵਿੱਚ ਕੀ ਹੈ ਵੀ ਵਾਈਸ ਪ੍ਰੈਜ਼ੀਡੈਂਟ ਜਿਹੜਾ ਕਾਰਜਕਾਰੀ ਰਾਸ਼ਟਰਪਤੀ ਦੇ ਤੌਰ 'ਤੇ ਕੰਮ ਕਰੇਗਾ। ਇਹ ਕਾਫੀ ਮਹੱਤਵਪੂਰਨ ਜੇ ਆਰਟੀਕਲ ਨੇ ਜੇਕਰ ਆਪਾਂ ਰਾਸ਼ਟਰਪਤੀ ਬਾਰੇ ਪੜ੍ਹਦੇ ਹਾਂ। ਅਤੇ ਉਸ ਤੋਂ ਬਾਅਦ 74 ਆਰਟੀਕਲ ਵੀ ਕਈ ਵਾਰ ਦੇਖਿਆ ਜਾਂਦਾ ਕਿ ਕੌਂਸਲ ਆਫ ਮਿਨਿਸਟਰ ਜਿਹੜੀ ਹੁੰਦੀ ਹੈ ਉਹਨਾਂ ਦੀ ਸਹਾਇਤਾ ਦੇ ਨਾਲ ਹੀ ਜਿਹੜਾ ਇਹ ਕੰਮ ਕਰੇਗਾ। ਉਸ ਤੋਂ ਬਾਅਦ 75 ਦੇ ਵਿੱਚ ਕੀ ਹੈ ਮੰਤਰੀ ਪ੍ਰੀਸ਼ਦ ਲੋਕ ਸਭਾ ਦੇ ਪ੍ਰਤੀ ਸਮੂਹਿਕ ਰੂਪ ਦੇ ਵਿੱਚ ਕੀ ਹੈ ਆਪਾਂ ਕਹਿ ਦਿੰਦੇ ਹਾਂ ਉੱਤਰਦਾਈ ਹੋਏਗਾ। ਇਹ ਚੀਜ਼ ਹੈ। ਅਤੇ ਲਗਭਗ ਟਾਈਮ 'ਤੇ ਕਾਫੀ ਸਾਰੀਆਂ ਚੀਜ਼ਾਂ ਨੇ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਆਪਾਂ ਨੂੰ ਭਾਰਤ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ। ਅਤੇ ਜੇਕਰ ਸਭ ਤੋਂ ਜ਼ਿਆਦਾ ਰਿਹਾ ਇੰਦਰਾ ਗਾਂਧੀ ਸਰਕਾਰ, ਜਨਤਾ ਪਾਰਟੀ ਦੀ ਸਰਕਾਰ ਹੈ ਨਾ, ਇਹਨਾਂ ਨੇ ਕਾਫੀ ਜਿਹੜਾ ਸੀਗਾ ਰਾਸ਼ਟਰਪਤੀ ਦੀ ਭੂਮਿਕਾ ਨੂੰ ਸਾਹਮਣੇ ਲਿਆਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਜੇਕਰ ਆਪਾਂ 1982 ਦੀ ਗੱਲ ਕਰੀਏ ਹੈ ਨਾ ਜਾਂ ਫਿਰ 1997 ਦੀ ਗੱਲ ਕਰੀਏ ਤਾਂ ਇਹ ਕਾਫੀ ਸਾਰੇ ਟਾਈਮ ਪੀਰੀਅਡ ਸੀਗੇ ਜਦੋਂ ਤੋਂ ਆਪਾਂ ਨੂੰ ਵਾਰ-ਵਾਰ ਜਿਹੜੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਸੀਗੀਆਂ ਰਾਸ਼ਟਰਪਤੀ ਦੀਆਂ ਸੰਭਾਵਨਾਵਾਂ ਦੀਆਂ। ਹੁਣ ਆਪਾਂ ਦੇਖਦੇ ਹਾਂ ਲਗਭਗ ਇਕੱਲੇ ਆਰਟੀਕਲ ਦੀ ਆਪਾਂ ਗੱਲ ਕਰ ਲੈਂਦੇ ਹਾਂ ਅਤੇ ਫਿਰ ਆਪਾਂ ਲਗਭਗ ਅੰਤਿਮ ਪੜਾਅ ਦੇ ਉੱਪਰ ਆਪਾਂ ਵੀਡੀਓ 'ਤੇ ਪਹੁੰਚ ਚੁੱਕੇ ਹਾਂ। ਅਤੇ ਬਹੁਤ ਧੰਨਵਾਦ ਹੈ ਤੁਹਾਡਾ ਜੇਕਰ ਤੁਸੀਂ ਵੀਡੀਓ ਨੂੰ ਹੁਣ ਤੱਕ ਦੇਖ ਰਹੇ ਹੋ।
ਤਾਂ ਆਪਾਂ ਦੇਖਦੇ ਹਾਂ ਕਾਫੀ ਮਹੱਤਵਪੂਰਨ ਆਰਟੀਕਲ ਨੇ, ਫਿਰ ਦੁਬਾਰਾ ਰਿਪੀਟ ਕਰ ਲੈਂਦੇ ਹਾਂ। 52 ਦੇ ਵਿੱਚ ਭਾਰਤ ਦਾ ਕੀ ਹੈ ਰਾਸ਼ਟਰਪਤੀ ਹੋਏਗਾ, ਰਾਸ਼ਟਰਪਤੀ ਦੀ ਗੱਲ ਕੀਤੀ ਗਈ ਹੈ। 53 ਦੇ ਵਿੱਚ ਜਿਹੜੀਆਂ ਸੰਘ ਦੀਆਂ ਕਾਰਜਕਾਰੀ ਸ਼ਕਤੀਆਂ ਨੇ, ਠੀਕ ਹੈ, ਸੰਘ ਦੀਆਂ ਜਿਹੜੀਆਂ ਕਾਰਜਕਾਰੀ ਸ਼ਕਤੀਆਂ ਨੇ। 54 ਦੇ ਵਿੱਚ ਰਾਸ਼ਟਰਪਤੀ ਦੇ ਚੋਣ ਬਾਰੇ ਗੱਲ ਕੀਤੀ ਗਈ ਹੈ। ਅਤੇ 55 ਦੇ ਵਿੱਚ ਚੋਣ ਦਾ ਤਰੀਕਾ ਕੀ ਹੈ, ਠੀਕ ਹੈ, ਚੋਣ ਦਾ ਤਰੀਕਾ 55 ਦੇ ਵਿੱਚ ਵੀ ਤਰੀਕਾ ਕਿਸ ਤਰ੍ਹਾਂ ਚੁਣਾਵ ਹੋਏਗਾ। ਉਸ ਤੋਂ ਬਾਅਦ 56 ਦੇ ਵਿੱਚ ਆਪਾਂ ਦੇਖਦੇ ਹਾਂ ਇਹਦਾ ਟਾਈਮ ਪੀਰੀਅਡ ਹੈ ਰਾਸ਼ਟਰਪਤੀ ਦਾ, ਵੀ ਕਿੰਨੇ ਕੁ ਟਾਈਮ ਇਹ ਰਹੇਗਾ। 56 ਦੇ ਵਿੱਚ ਜੇਕਰ ਆਪਾਂ ਦੇਖੀਏ ਕਾਰਜਕਾਲ ਦੀ ਗੱਲ ਕੀਤੀ ਹੈ। 57 ਦੇ ਵਿੱਚ ਦੁਬਾਰਾ ਕੋਈ ਬੰਦਾ ਰਾਸ਼ਟਰਪਤੀ ਚੁਣਿਆ ਜਾ ਸਕਦਾ। 57 ਦੇ ਵਿੱਚ ਗੱਲ ਕਹੀ ਗਈ ਹੈ ਪੁਨਰ ਨਿਰਵਾਚਨ ਕਿਸੇ ਬੰਦੇ ਦਾ। ਉਸ ਤੋਂ ਬਾਅਦ 58 ਦੇ ਵਿੱਚ ਰਾਸ਼ਟਰਪਤੀ ਚੁਣੇ ਜਾਣ ਦੇ ਲਈ ਜਿਹੜੀਆਂ ਯੋਗਤਾਵਾਂ ਨੇ। 59 ਦੇ ਵਿੱਚ ਜੋ ਕੰਡੀਸ਼ਨਾਂ ਹੈਗੀਆਂ ਨੇ ਰਾਸ਼ਟਰਪਤੀ ਆਫਿਸ ਦੀਆਂ, ਦਸ਼ਾਵਾਂ ਜੋ ਵੀ ਹੈਗੀਆਂ ਨੇ। ਉਸ ਤੋਂ ਬਾਅਦ 60 ਦੇ ਵਿੱਚ ਆਪਾਂ ਦੇਖ ਲਿਆ ਜਿਹੜੀ ਹੈ ਗ੍ਰਹਿਣ ਕੀਤੀ ਜਾਂਦੀ ਹੈ, ਸ਼ਪਥ ਲਈ ਜਾਂਦੀ ਹੈ। 61 ਦੇ ਵਿੱਚ ਜਿਹੜਾ ਮਹਾਭਿਯੋਗ ਹੈ, ਇੰਪੀਚਮੈਂਟ ਜਿਹੜਾ ਸ਼ਬਦ ਹੈ। ਉਸ ਤੋਂ ਬਾਅਦ 62 ਦੇ ਵਿੱਚ ਜਿਹੜੀ ਹੈ ਖਾਲੀ ਜਿਹੜਾ ਪਦ ਹੋ ਗਿਆ, ਰਿਕਤ ਹੋ ਗਈ, ਉਸ ਦੇ ਉੱਪਰ ਜਿਹੜਾ ਚੋਣ ਕਰਾਉਣ ਦੀ ਜਿਹੜੀ ਹੈ ਲਗਭਗ ਇਹ ਜਿਹੜੀ ਚੀਜ਼ ਉੱਥੇ ਕਹੀ ਗਈ ਹੈ। 62 ਦੇ ਵਿੱਚ ਆਪਾਂ ਦੇਖਦੇ ਹਾਂ ਅਤੇ ਲਗਭਗ ਜਿਹੜਾ ਟਾਈਮ ਪੀਰੀਅਡ ਦੱਸਿਆ ਗਿਆ ਵੀ ਜੇਕਰ ਖਾਲੀ ਪਦ ਹੋ ਜਾਂਦਾ ਹੈ ਰਾਸ਼ਟਰਪਤੀ ਦਾ, ਕਿੰਨੇ ਟਾਈਮ ਦੇ ਅੰਦਰ ਅੰਦਰ ਜਿਹੜਾ ਚੁਣਾਵ ਉਹ ਕਰਾ ਲੈਣਾ ਚਾਹੀਦਾ। ਇਹ 62 ਦੇ ਵਿੱਚ ਇਹ ਗੱਲ ਕਹੀ ਗਈ ਹੈ। ਉਸ ਤੋਂ ਬਾਅਦ ਜੇਕਰ ਆਪਾਂ ਦੇਖੀਏ 65 ਦੇ ਵਿੱਚ ਉਪ ਰਾਸ਼ਟਰਪਤੀ ਕਾਰਜਕਾਰੀ ਪ੍ਰੈਜ਼ੀਡੈਂਟ ਦੇ ਤੌਰ 'ਤੇ ਕੰਮ ਕਰੇਗਾ। 71 ਦੇ ਵਿੱਚ ਰਾਸ਼ਟਰਪਤੀ ਦੇ ਜਿਹੜੇ ਚੁਣਾਵ ਸੰਬੰਧੀ ਮਾਮਲੇ ਨੇ ਸੁਪਰੀਮ ਕੋਰਟ ਜਾਣਗੇ। ਉਸ ਤੋਂ ਬਾਅਦ 72 ਦੇ ਵਿੱਚ ਜਿਹੜੀ ਮਾਫੀ ਦੀ ਸ਼ਕਤੀ ਹੈ ਰਾਸ਼ਟਰਪਤੀ ਦੇ ਕੋਲ ਸਜ਼ਾਵਾਂ ਨੂੰ। 74 ਦੇ ਵਿੱਚ ਮੰਤਰੀ ਪਰਿਸ਼ਦ ਦੀ ਸਲਾਹ ਵਾਲਾ ਜਿਹੜਾ ਮੈਟਰ ਹੈ ਉਹ ਹੈਗਾ। ਜੇਕਰ ਆਪਾਂ 75 ਦੇ ਵਿੱਚ ਦੇਖੀਏ, 75 ਦੇ ਵਿੱਚ ਮੰਤਰੀ ਪਰਿਸ਼ਦ ਜਿਹੜੇ ਹੈਗੇ ਆ ਹੈ ਨਾ, ਪ੍ਰਾਵਧਾਨ ਹੈਗੇ ਆ, ਚਾਹੇ ਨਿਯੁਕਤੀ ਹੈਗੀ ਹੈ, ਉਸ ਤੋਂ ਬਾਅਦ ਕਾਰਜਕਾਰੀ ਹੈਗਾ, ਚਾਹੇ ਵੇਤਨ ਹੈਗਾ, ਇਹ 75 ਦੇ ਵਿੱਚ ਹੈਗਾ ਮੰਤਰੀਆਂ ਦੇ ਨਾਲ ਸੰਬੰਧਿਤ। ਜੇਕਰ ਆਪਾਂ ਦੇਖੀਏ ਫਿਰ 76 ਦੇ ਵਿੱਚ ਅਟੋਰਨੀ ਜਨਰਲ ਦੀ ਜਿਹੜੀ ਹੈ ਗੱਲ ਕੀਤੀ ਗਈ ਹੈ, ਭਾਰਤ ਦੇ ਮਹਾਨਿਆਂਵਾਦੀ ਦੀ। 77 ਦੇ ਵਿੱਚ ਕਾਰਵਾਈ ਦਾ ਸੰਚਾਲਨ ਜਿਹੜਾ ਭਾਰਤੀ ਸਰਕਾਰ ਦਾ ਉਹ ਕੀਤਾ ਗਿਆ। 85 ਦੇ ਵਿੱਚ ਜਿਹੜੀ ਹੈ ਸਤਰਾਵਸਾਨ ਹੁੰਦਾ ਹੈ ਨਾ, ਜਿਹੜਾ ਜਿਹੜੇ ਸਦਨ ਦੀਆਂ ਬੈਠਕਾਂ ਹੁੰਦੀਆਂ ਨੇ ਉਹਨਾਂ ਦਾ ਸਤਰਾਵਸਾਨ ਹੁੰਦਾ ਵੀ ਖਤਮ ਹੁੰਦੀਆਂ ਨੇ ਬੈਠਕਾਂ, ਉਹਨਾਂ ਦੀ ਗੱਲ ਕੀਤੀ ਗਈ ਹੈ। ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ 111 ਦੀ, ਇਸ ਦੇ ਉੱਪਰ ਰਾਸ਼ਟਰਪਤੀ ਦੀ ਜਿਹੜੀ ਹੈ ਹੈਗੀ ਹੈ ਵੀ ਕੀ ਕੁਛ ਸਹਿਮਤੀ ਪ੍ਰਦਾਨ ਕਰਨ ਦੇ ਬਾਰੇ। 112 ਦੇ ਵਿੱਚ ਭਾਰਤੀ ਜਿਹੜਾ ਵਿੱਤੀ ਵਿਵਰਣ ਹੈਗਾ, ਵਾਰਸ਼ਿਕ ਵਿੱਤੀ ਵਿਵਰਣ ਹੈ ਨਾ। 123 ਦੇ ਵਿੱਚ ਅਧਿਆਦੇਸ਼ ਜਾਰੀ ਕਰਨ ਦੀ। 143 ਦੇ ਵਿੱਚ ਆਪਾਂ ਦੇਖੀਏ ਜੇਕਰ ਸੁਪਰੀਮ ਕੋਰਟ ਤੋਂ ਪਰਾਮਰਸ਼ ਕਰਨ ਦੀ ਜਿਹੜੀ ਹੈ ਸਲਾਹ ਲੈਣ ਦੀ ਸ਼ਕਤੀ ਹੈ ਰਾਸ਼ਟਰਪਤੀ ਦੇ ਕੋਲ ਹੈਗੀ ਹੈ। ਇਸ ਤਰ੍ਹਾਂ ਆਪਾਂ ਦੇਖ ਲੈਂਦੇ ਹਾਂ ਕਾਫੀ ਮਹੱਤਵਪੂਰਨ ਜਿਹੜੇ ਸੀਗੇ। ਵੀਟੋ ਸ਼ਬਦ ਲੈਟਿਨ ਭਾਸ਼ਾ ਦਾ ਸ਼ਬਦ ਹੈ, ਇਹ ਯਾਦ ਰੱਖਣਾ, ਕਈ ਵਾਰ ਪੁੱਛ ਲਿਆ ਜਾਂਦਾ ਵੀਟੋ ਕਿੱਥੋਂ ਦਾ ਸ਼ਬਦ ਹੈ। ਵੀਟੋ ਸ਼ਬਦ ਹੈ ਜਿਹੜਾ ਉਹ ਲੈਟਿਨ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਕੀ ਹੈ, ਰੋਕਣਾ ਹੁੰਦਾ। ਤਾਂ ਚਲੋ ਉਮੀਦ ਕਰਦਾ ਕਿ ਤੁਹਾਨੂੰ ਇਹ ਜਿਹੜੀ ਜਾਣਕਾਰੀ ਹੈ ਕਾਫੀ ਮਹੱਤਵਪੂਰਨ ਲੱਗੀ ਹੋਏਗੀ ਅਤੇ ਇਸ ਤਰ੍ਹਾਂ ਵੀਡੀਓ ਦੇ ਵਿੱਚ ਤੁਸੀਂ ਸਾਥ ਦਿੰਦੇ ਰਹਿਣਾ, ਅੰਤ ਤੱਕ ਵੀਡੀਓ ਦੇਖਦੇ ਰਹੋ। ਤਾਂ ਮਿਲਦੇ ਹਾਂ ਆਪਾਂ ਅਗਲੇ ਵੀਡੀਓ ਦੇ ਵਿੱਚ, ਜਿਹਦੇ ਵਿੱਚ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੀ ਗੱਲ ਕੀਤੀ ਜਾਊਗੀ। ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਵੀਡੀਓ ਨੂੰ ਅੰਤ ਤੱਕ ਦੇਖਿਆ।